ਅੱਜ ਆਪਾਂ 513 ਅੰਗ ਦੇ ਉੱਤੇ 12ਵੀਂ ਜਿਹੜੀ ਹੈਗੀ ਪੌੜੀ ਲੈ ਰਹੇ ਹਾਂ। ਇਹ ਜਿਹੜੀ ਗੁਜਰੀ ਕੀ ਵਾਰ ਜਿਹੜੀ ਹੈਗੀ ਆ ਤੀਸਰੀ ਪਾਤਸ਼ਾਹੀ ਦੀ ਉਹ ਲੈ ਰਹੇ ਆਪਾਂ। ਉਹਦੀ 12ਵੀਂ ਪੌੜੀ ਅੰਗ 513 513। ਸ਼ਲੋਕ ਮਹਲਾ ਤੀਜਾ। कलयुग में नाम निधान भगती खटिया हर उत्तम पद पाया। पहली गल इत्थे जिहड़ा ना भगती जिहड़ा हैगा भगतां ने खटिया। ठीक है भाई, भगतां ने खट्टी करनी है उहदी नाम दी, पर भगती खटिया, भगती दे द्वारा खटिया, भगती करन दे द्वारा जिहड़ा हैगा ये नाम निधान खट्टे ਇਹਦੀ ਖੱਟੀ ਹੁੰਦੀ ਹੈ ਤਾਂ ਹਰ ਉੱਤਮ ਪਦ ਪਾਇਆ, ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਔਰ ਇਹ ਨਾਮ ਨਿਧਾਨ ਹੈਗਾ ਸਾਰੇ ਖਜ਼ਾਨਿਆਂ ਦਾ ਖਜ਼ਾਨਾ, ਨਾਮ ਨਿਧਾਨ। ਕਲਯੁਗ ਮੈਂ ਨਾਮ ਨਿਧਾਨ। ਔਰ ਇਹ ਕਲਯੁਗ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਆਪਣੀ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਪੂਰੀ ਚਰਮ ਸੀਮਾ ਦੇ ਉੱਤੇ ਆ। ਹਰ ਚੀਜ਼ ਜਿਹੜੀ ਹੈ ਸਾਰਾ ਨਿਚੋੜ ਜਿਹੜਾ ਹੈਗਾ ਮਾਇਆ ਦਾ ਜਿਹੜਾ ਹੈਗਾ ਪੂਰੀਆਂ ਮਾਇਆ ਦੀਆਂ ਸੁਵਿਧਾਵਾਂ ਜਿਹੜੀਆਂ ਹੈਗੀਆਂ ਆਪਾਂ ਮਾਇਆ ਨੂੰ ਭੋਗਣ ਦੇ ਅਲੱਗ-ਅਲੱਗ ਜਿਹੜੇ ਹੈਗੇ ਪੂਰੇ ਦੇ ਪੂਰੇ ਨਵੇਂ ਤੋਂ ਨਵੇਂ ਤੌਰ ਤਰੀਕੇ ਹੈਗੇ ਇਹਦੇ ਵਿੱਚ। ਇਹ ਕਲਯੁਗ ਇਹਦੇ ਵਿੱਚ ਔਖਾ ਕੰਮ ਆ। ਕਲਯੁਗ ਮੈਂ ਨਾਮ ਨਿਧਾਨ ਭਗਤੀ ਖਟਿਆ ਹਰ ਉੱਤਮ ਪਦ ਪਾਇਆ। ਕੀ ਕੀਤਾ ਉਹਨਾਂ ਨੇ? ਸਤਿਗੁਰ ਸੇਵ ਹਰ ਨਾਮ ਮਨੇ ਵਸਾਇਆ। ਇਹ ਭਗਤੀ ਕੀ ਆ ਬਈ? ਸਤਿਗੁਰੂ ਦੇ ਅਨੁਸਾਰ ਸਤਿਗੁਰੂ ਦੀ ਸੇਵਾ ਕੀਤੀ। ਸੇਵਾ ਕਰਨੀ ਕੀ ਹੈ? ਗੁਰੂ ਦੀ, ਸਤਿਗੁਰੂ ਦੀ, ਬ੍ਰਹਮ ਗਿਆਨੀਆਂ ਦੀ, ਕਿ ਉਹਨਾਂ ਤੋਂ ਗਿਆਨ ਲਿਆ। ਸਤਿਗੁਰ ਸੇਵ ਹਰ ਨਾਮ ਮਨੇ ਵਸਾਇਆ। ਮਨ ਦੇ ਵਿੱਚ ਵਸਾਉਣਾ ਕੀ ਹੈਗਾ ਵੀ? ਮਨ ਦੇ ਵਿੱਚ ਆ ਗਿਆ, ਮਾਇਆ ਵਸੀ ਹੋਈ ਸੀ, ਮਾਇਆ ਦੇ ਵੱਲ ਨੂੰ ਗਤੀ ਕਰਾਂਗੇ। ਜਿਹੜੀ ਚੀਜ਼ ਮਨ ਦੇ ਵਿੱਚ ਵਸੀ ਹੋਈ ਆਪਾਂ ਉਸ ਪਾਸੇ ਨੂੰ ਜਾਵਾਂਗੇ। ਤੇ ਗੁਰੂ ਦੀ ਸੇਵਾ ਕਰਨ ਦੇ ਨਾਲ ਗੁਰੂ ਨੇ ਦੱਸਿਆ ਵੀ ਆਹ ਕੱਢ ਗਾਰ ਵਿੱਚ ਕੀ ਮਨ ਦੇ ਵਿੱਚ ਵਸਾ ਕੇ ਬੈਠਾ ਇਹਨੂੰ, ਇਹਦੇ ਨਾਲ ਤੇਰਾ ਤਾਂ ਜਨਮ ਜਾ ਰਿਹਾ ਹੈ। ਤਾਂ ਨਾਮ ਵਸ ਗਿਆ ਮਨ ਦੇ ਵਿੱਚ ਬਈ ਆਹ ਕੰਮ ਕਰਨਾ ਹੈ, ਤੂੰ ਇਸ ਪਾਸੇ ਨੂੰ ਸਵਾਸ ਲਗਾ, ਇਸ ਪਾਸੇ ਨੂੰ ਆਪਣਾ ਜਿਹੜਾ ਸਾਰਾ ਲਗਾ ਆਪਣਾ ਜੀਵਨ ਇਸ ਪਾਸੇ। ਇਹ ਹੈਗਾ ਵਸ ਗਿਆ ਨਾਮ ਮਨ ਦੇ ਵਿੱਚ। ਸਤਿਗੁਰ ਸੇਵ ਗੁਰੂ ਦੀ ਸੇਵਾ ਕਰਨ ਦੇ ਨਾਲ। ਗੁਰੂ ਦੀ ਸੇਵਾ ਕੀ ਹੈ? ਗੁਰੂ ਤੋਂ ਗਿਆਨ ਲੈ ਲਿਆ ਭਾਈ, ਵਿਵੇਕ ਬੁੱਧੀ ਲੈ ਲਈ ਗੁਰੂ ਤੋਂ। ਸਤਿਗੁਰ ਸੇਵ ਹਰ ਨਾਮ ਮਨੇ ਵਸਾਇਆ ਅਨਦਿਨ ਨਾਮ ਧਿਆਇਆ। ਇਸ ਤੋਂ ਬਾਅਦ ਯਾਤਰਾ ਸ਼ੁਰੂ ਹੋਈ। ਅਨਦਿਨ ਨਾਮ ਧਿਆਇਆ, ਅਨਦਿਨ ਪ੍ਰੈਕਟੀਕਲ ਕੀਤਾ, ਅਨਦਿਨ ਭਗਤੀ ਕੀਤੀ। ਵਿਚੇ ਗ੍ਰਹਿ ਗੁਰ ਬਚਨੇ ਉਦਾਸੀ ਹਉਮੈ ਮੋਹ ਜਲਾਇਆ। ਔਰ ਕਿਤੇ ਜਾਣ ਦੀ ਲੋੜ ਨਹੀਂ ਆ। ਘਰ ਗ੍ਰਸਤੀ ਦੇ ਵਿੱਚ ਹੀ, ਬੱਚਿਆਂ ਦੇ ਵਿੱਚ, ਗ੍ਰਸਤੀ ਦੇ ਵਿੱਚ ਹੀ ਉਹ ਸਿੱਖ ਗਿਆ ਟੈਕਨੀਕ ਉਦਾਸ ਰਹਿਣ ਦੀ। ਸਾਰਿਆਂ ਦੇ ਨਾਲ ਮੁੱਖ ਦੀ ਬਾਤ ਸਾਰਿਆਂ ਨਾਲ ਕਰਦਾ ਹੈ ਔਰ ਅੰਦਰ ਆਪਣਾ ਪ੍ਰੀਤਮ ਧਰਦਾ ਹੈ। ਵਿਚੇ ਗ੍ਰਹਿ ਗੁਰ ਬਚਨੇ ਉਦਾਸੀ। ਗੁਰੂ ਦੇ ਬਚਨ ਦੇ ਨਾਲ, ਗੁਰੂ ਦੀ ਵਿਵੇਕ ਬੁੱਧੀ ਦੇ ਨਾਲ ਆਹ ਟੈਕਨੀਕ ਆ ਗਈ ਭਾਈ। ਇਹ ਸਮੁੰਦਰ ਦੇ ਵਿੱਚ, ਸੰਸਾਰ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਉੱਪਰ ਕਿਵੇਂ ਰਹਿਣਾ ਹੈ ਭਾਈ, ਕਮਲ ਦੇ ਵਾਂਗੂ। ਵਿਚੇ ਗ੍ਰਹਿ, ਆਹ ਗ੍ਰਹਿ ਹੀ ਇਹੀ ਤਾਂ ਸਮੁੰਦਰ ਹੈ, ਸੰਸਾਰ ਸਮੁੰਦਰ। ਵਿਚੇ ਗ੍ਰਹਿ ਗੁਰ ਬਚਨੇ ਉਦਾਸੀ ਹਉਮੈ ਮੋਹ ਜਲਾਇਆ। ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੇ ਆਪਣਾ ਹਉਮੈ ਤੇ ਮੋਹ ਸਾੜ ਲਿਆ। ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇ ਦੀ ਮਾਇਆ। ਕਹਿੰਦੇ ਤਾਨਿਆ ਪਾਏ ਇਹੋ ਜਿਹਾ ਖੱਟੀ ਕਰਨ ਵਾਲਾ ਜਿਹੜਾ ਹੈਗਾ ਇਨਸਾਨ ਜਿਹਨੇ ਆਪ ਭਗਤੀ ਕੀਤੀ ਔਰ ਆਪ ਤਾਂ ਤਰ ਗਿਆ ਔਰ ਸੰਸਾਰ ਨੂੰ ਵੀ ਜਿਹੜਾ ਹੈਗਾ ਤਾਰ ਗਿਆ ਭਾਈ। ਸੰਸਾਰ ਦੇ ਜਿਹੜੇ ਵੀ ਉਹਦੇ ਨਾਲ ਲੱਗੇ ਉਹਨਾਂ ਨੂੰ ਤਰਾ ਦਿੱਤਾ। ਤਾਨਿਆ ਉਹਦੀ ਮਾਂ ਜਿਹਨੇ ਐਸੇ ਜਿਹੜੇ ਹੈਗੇ ਬ੍ਰਹਮ ਗਿਆਨੀ ਨੂੰ, ਐਸੇ ਯੋਧੇ ਨੂੰ, ਜਿਹੜਾ ਐਸੇ ਸੂਰਵੀਰ ਨੂੰ ਜਨਮ ਦਿੱਤਾ ਭਾਈ। ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ। ਆ ਦੀਨ ਆ ਧਰਮ ਦੇ ਵਾਸਤੇ। ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ। ਕਹਿੰਦੇ ਭਾਈ ਇਹ ਜਿਹੜਾ ਹੈਗਾ ਸਤਿਗੁਰੂ, ਕਿਉਂਕਿ ਸਤਿਗੁਰੂ ਤੋਂ ਸੇਵਾ ਪਤਾ ਲੱਗਣੀ ਆ। ਕਹਿੰਦੇ ਸਤਿਗੁਰੂ ਇਹੋ ਜਿਹਾ ਸਤਿਗੁਰੂ ਜਿਹੜਾ ਹੈਗਾ ਪੂਰਨ ਗੁਰੂ ਜਿਹੜਾ ਹੈਗਾ ਉਹੀ ਪਾਉਂਦਾ ਆ ਔਰ ਮਿਲਾਉਂਦਾ ਮਾਲਕ ਆ। ਐਸਾ ਸਤਿਗੁਰ ਸੋਈ ਪਾਏ ਜਿਸ ਧੁਰੇ ਮਸਤਕੇ ਹਰ ਲਿਖ ਪਾਇਆ। ਮਾਲਕ ਨੇ ਮਿਲਾਉਣਾ ਹੈ ਭਾਈ, ਆਪਾਂ ਨੇ ਚੁਆਇਸ ਦੇਣੀ ਆ। ਮਾਲਕ ਮੰਨ ਗਿਆ ਤੇ ਮਾਲਕ ਨੇ ਲਿਖਤਾ ਮੱਥੇ ਤੇ ਲਿਖਣਾ ਕੀ ਆ? ਮਾਲਕ ਨੇ ਮਿਲਾ ਦਿੱਤਾ ਭਾਈ।
ਵੀ ਆਹ ਜਿਹੜਾ ਹੈਗਾ ਇਹ ਖੱਟੀ ਕਰਨਾ ਚਾਹੁੰਦਾ ਹੈ, ਇਹ ਮੇਰੇ ਕੋਲ ਆਉਣਾ ਚਾਹੁੰਦਾ ਹੈ। ਜਨ ਨਾਨਕ ਬਲਿਹਾਰੀ ਗੁਰੇ ਆਪਣੇ ਵਿਟੋਂ, ਜਿਹਨੇ ਭ੍ਰਮ ਭੂਲਾ ਮਾਰਗ ਪਾਇਆ। ਮਹਾਰਾਜ ਕਹਿੰਦੇ ਮੈਂ ਤਾਂ ਐਸੇ ਗੁਰੂ ਤੋਂ, ਆਪਣੇ ਗੁਰੂ ਤੋਂ ਬਲਿਹਾਰ ਹਾਂ, ਜਿਹਨੇ ਮੈਨੂੰ ਜਿਹੜਾ ਹੈਗਾ ਇਹ ਗ੍ਰਸਤੀ ਦੇ ਵਿੱਚ ਹੀ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਇਹ ਤਰਨ ਦਾ ਜਿਹੜਾ ਹੈਗਾ, ਇਹ ਭਟਕਣਾ ਜਿਹੜਾ ਹੈਗਾ ਇਸ ਚੋਂ ਬਚਾ ਕੇ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਤੋਂ ਤਰਾ ਦਿੱਤਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਹਰਪਾਲ ਜੀ ਤੁਸੀਂ ਆਪਣਾ ਨਾ ਕੈਮਰਾ ਬੰਦ ਕਰ ਦਿਓ। ਦੇਖੋ ਸਾਧ ਸੰਗਤ ਜੀ, ਜਿਹੜੀ ਕੱਲ ਦੀ ਵਿਚਾਰ ਚੱਲੀ ਸੀ ਆਪ ਦੇਖ ਰਹੇ ਹੋ, ਕਹਿੰਦੇ ਨੇ ਕਿ ਉਸ ਮਨੁੱਖ ਦਾ ਜੀਵਨ ਸਫਲ ਜਿਹਦੇ ਹਿਰਦੇ ਦੇ ਵਿੱਚ ਰੱਬ ਵਸ ਗਿਆ, ਜਿਹਦੀ ਰਸਨਾ ਦੇ ਵਿੱਚ ਸੱਚ ਆ ਗਿਆ, ਜੋ ਸੱਚ ਬੋਲਦਾ ਹੈ, ਸੱਚ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਆਪ ਜਪਦਾ ਹੈ, ਦੂਸਰੇ ਨੂੰ ਵੀ ਜਪਾਉਂਦਾ ਹੈ। ਇਹ ਸਭ ਉਹਦਾ ਰੰਗ ਚੜਿਆ ਜੀ, ਪਰਮਾਤਮਾ ਦਾ ਰੰਗ ਚੜਿਆ। ਉਹ ਆਪ ਵੀ ਸੱਚ ਬੋਲਦਾ, ਦੂਜਿਆਂ ਨੂੰ ਵੀ ਕਹਿੰਦਾ ਸੱਚ ਬੋਲੋ ਬਈ। ਕਿਉਂ? ਪਹਿਲਾਂ ਤੇ ਉਹਨੇ ਆਪ ਪਛਾਣਿਆ, ਫਿਰ ਉਹਨੇ ਵੇਖਿਆ ਕਿ ਮੈਂ ਹੁਣ ਇਹ ਸੱਚ ਨੂੰ ਅੱਗੇ ਵੀ ਦੱਸਾਂ ਕਿ ਜੋ ਮੈਨੂੰ ਸੁੱਖ ਮਿਲਿਆ, ਸੱਚ ਬੋਲੇ ਤੋਂ ਬਿਨਾਂ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ। ਇਹ ਮਨ ਚੋਂ ਵਰਕਾ ਪਾੜ ਦਈਏ ਆਪਾਂ ਕਿ ਅਸੀਂ ਉਹਦਾ ਝੂਠ ਬੋਲੀ ਜਾਈਏ ਤੇ ਸਾਡਾ ਮਨ ਸ਼ਾਂਤ ਹੋ ਜੇ, ਹੋ ਨਹੀਂ ਸਕਦਾ। ਸੱਚ ਹੀ ਜੀਵਨ ਚ ਲਿਆਉਣਾ ਪੈਣਾ ਹੈ, ਸੱਚ ਨੂੰ ਖਰੀਦਣਾ ਪੈਣਾ ਹੈ। ਸੱਚ ਬਹੁਤ ਮਹਿੰਗਾ ਹੈ। ਕਬੀਰ ਸਾਹਿਬ ਨੇ ਖਰੀਦਿਆ ਤੇ ਫਿਰ ਕੀ ਹੋਇਆ? ਉਹਨਾਂ ਦਾ ਮੁਖ ਉਜਲਾ ਹੋਇਆ ਜਦੋਂ ਉਹ ਗਏ, ਮਾਨ ਸਨਮਾਨ ਮਿਲਦਾ ਉਹਦਾ। ਤੇ ਜਿਹੜਾ ਝੂਠ ਖਰੀਦਦਾ ਉਹਨੂੰ ਵੀ ਮਿਲਦਾ ਹੈ, ਪਰ ਹੋਰ ਤਰੀਕੇ ਨਾਲ ਮਿਲਦਾ ਹੈ। ਦੇਖੋ ਆਪ ਬਾਣੀ ਨੂੰ ਸਮਝੋ ਤੇ ਬਾਣੀ ਦੇ ਵਿੱਚ ਕੇਵਲ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਚਰਨਜੀਤ ਬੇਸ਼ੱਕ ਤੂੰ ਅੰਦਰੋਂ ਮਾੜਾ ਹੈ, ਬਾਹਰ ਤੂੰ ਲੋਕਾਂ ਨੂੰ ਚਮਕ ਦਮਕ ਦਿਖਾ ਕੇ ਬੜਾ ਪ੍ਰਭਾਵਿਤ ਕਰਦਾ ਹੈ ਤੇ ਕਾਫੀ ਹੱਦ ਤੱਕ ਤੂੰ ਕਾਮਯਾਬ ਹੋ ਜਾਂਦਾ ਹੈ। ਕਿਉਂਕਿ ਉਹ ਸੰਸਾਰ ਦੀ ਨਜ਼ਰ ਹੀ, ਆਮ ਜਿਹੜਾ ਸਧਾਰਨ ਮਨੁੱਖ ਹੁੰਦਾ ਹੈ, ਉਹਦੀ ਨਜ਼ਰ ਕਿੱਥੇ ਹੈ? ਉਹ ਤੁਹਾਡਾ ਬਾਹਰੀ ਭੇਸ ਦੇਖਦਾ ਹੈ, ਉਹਨੂੰ ਕੁਛ ਲੈਣਾ ਦੇਣਾ ਥੋੜੀ ਹੁੰਦਾ। ਕਿਤੇ ਤੁਸੀਂ ਪੁੱਛਿਆ ਹੈ ਕਿ ਫਲਾਣਾ ਬਾਬਾ ਹੈ, ਇਹਦਾ ਕੀ ਕਰੈਕਟਰ ਹੈ? ਤੁਸੀਂ ਕਿਤੇ ਨਹੀਂ ਪੁੱਛਿਆ। ਤੁਹਾਨੂੰ ਬਸ ਉਹ ਪ੍ਰਚਾਰਕ ਕਹਿੰਦੇ ਨੇ ਕਿ ਜੇ ਬ੍ਰਹਮ ਗਿਆਨੀ ਜੀ ਰਾਤ ਨੂੰ ਭਗਤੀ ਕਰਦੇ, ਤੁਸੀਂ ਕਿਤੇ ਵੇਖਣ ਗਏ ਜੋ ਉਹਨੇ ਭਗਤੀ ਕੀਤੀ? ਉਹ ਜੀ ਬ੍ਰਹਮ ਗਿਆਨੀ ਜਿਹੜੇ ਪਹਿਲੇ ਸਨ ਇੱਥੇ ਰਹਿੰਦੇ ਹੁੰਦੇ ਸੀ, ਦੇਖੋ ਉਹਨਾਂ ਨੇ ਨਾ ਜੀ ਫਲਾਣਾ ਕੰਮ ਕਰਦਾ, ਬੜੇ ਬੰਦੇ ਠੀਕ ਕਰਤੇ, ਇੰਝ ਕਰਦਾ ਉੰਝ ਕਰਦਾ, ਉਹ ਸਭ ਗੱਲਾਂ। ਆਪਾਂ ਕੇਵਲ ਅੰਧ ਵਿਸ਼ਵਾਸ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਰੋਕ ਲੈਂਦੇ, ਪਰ ਬਾਣੀ ਏਦਾਂ ਮੰਨਦੀ ਨਹੀਂ ਹੈ। ਬਾਣੀ ਕਹਿੰਦੀ ਹੈ ਕਿ ਨਹੀਂ, ਤੂੰ ਪਹਿਲਾਂ ਕੀ ਹੋਇਆ, ਪਹਿਲੇ ਕਿਹਨੇ ਕੀ ਕੀਤਾ, ਪਰ ਇਸ ਟਾਈਮ ਜੀਵਨ ਤੇਰਾ ਹੈ ਤੇ ਤੂੰ ਸੋਚ ਵਿਚਾਰ ਕੇ, ਬਿਨਾਂ ਸੋਚੇ ਵਿਚਾਰੇ ਤੂੰ ਨਾ ਤੇ ਭਗਤੀ ਕਰਨੀ ਹੈ ਤੇ ਨਾ ਹੀ ਕੋਈ ਹੋਰ ਕੰਮ ਕਰਨਾ ਹੈ। ਕਿਉਂਕਿ ਜੀਵਨ ਤੇਰਾ ਹੈ, ਫੈਸਲਾ ਤੇਰਾ ਹੈ। ਕਿਉਂਕਿ ਆਖਰ ਤੇ ਜਦੋਂ ਪੁੱਛ ਪੜਤਾਲ ਹੁੰਦੀ ਹੈ, ਤੁਸੀਂ ਵੇਖਿਆ ਨਾ, ਜਦੋਂ ਰਿਸ਼ਵਤ ਲੈਂਦਾ ਬੰਦਾ ਫਿਰ ਉਹਨੂੰ ਹੀ ਫੜਦੇ ਜਿਹਨੇ ਲਈ ਹੁੰਦੀ ਹੈ, ਦੂਜੇ ਤੇ ਉੱਥੇ ਬੈਠੇ ਹੁੰਦੇ ਆ, ਉਹਨਾਂ ਨੂੰ ਤਾਂ ਕੁਛ ਵੀ ਨਹੀਂ ਕਹਿੰਦੇ ਅਗਲੇ। ਪ੍ਰੋਬਲਮ ਉਹਨੂੰ ਹੁੰਦੀ ਹੈ ਜਿਹਨੇ ਹੱਥ ਲਾਏ ਨੋਟਾਂ ਨੂੰ, ਉਹਦੇ ਹੱਥ 'ਚ ਲਾਲ ਰੰਗ ਦਾ ਰੰਗ ਚੜ ਜਾਂਦਾ। ਇਸੇ ਤਰ੍ਹਾਂ ਜਿਹੜਾ ਚੇਤੇ ਆ, ਉਹ ਚੇਤੇ ਦੇ ਵਿੱਚ ਉਹਨਾਂ ਚੀਜ਼ ਰਿਕਾਰਡ ਨਹੀਂ ਹੁੰਦੀ ਜਿੰਨਾ ਚਿਰ ਤੱਕ ਤੁਸੀਂ ਉਹ ਕਰਮ ਨੂੰ ਕਰ ਨਹੀਂ ਲੈਂਦੇ। ਠੀਕ ਹੈ, ਤੇ ਇਹ ਚੀਜ਼ ਨੂੰ ਆਪਣੇ ਵਿਚਾਰ 'ਚ ਰੱਖਣਾ ਹੈ। ਤੇ ਜਦੋਂ ਇਹ ਚੀਜ਼ ਨੂੰ ਤੁਸੀਂ ਵਿਚਾਰ ਰੱਖੋਗੇ, ਜੀਵਨ ਆਪੇ ਉੱਚਾ ਹੋ ਜਾਣਾ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਸੱਚ ਤੇ ਚੱਲੀ ਜਾਓ, ਆਟੋਮੈਟਿਕਲੀ ਸੱਚ ਨੇ ਪਾਵਰਫੁਲ ਹੋ ਜਾਣਾ, ਜਿਹੜਾ ਝੂਠ ਹੈ ਖਤਮ ਹੋ ਜਾਣਾ। ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਔਰ ਉੱਤਮ ਪਦ ਪਾਇਆ। ਹੁਣ ਦੇਖੋ, ਨਾਮ ਜਿਹੜਾ ਰੂਪੀ ਨਿਧਾਨ ਆ, ਨਿਧਾਨ ਦਾ ਮਤਲਬ ਖਜ਼ਾਨਾ। ਠੀਕ ਹੈ ਜੀ, ਮੈਂ ਵੀ ਚੈੱਕ ਕਰ ਲਾਂ, ਨਿਜਸਾ ਖਜ਼ਾਨਾ ਹੀ ਹੈ ਨਾ? ਹਾਂ, ਖਜ਼ਾਨਾ ਹੀ ਹੈ। ਹੁਣ ਜਿਹੜਾ ਖਜ਼ਾਨਾ ਹੈ, ਕਹਿੰਦੇ ਕਿੱਥੇ ਪਾਇਆ? ਕਲਯੁਗ ਮੈਂ। ਕਲਯੁਗ ਦਾ ਮਤਲਬ ਇਹ ਜਿਹੜਾ ਚੱਲ ਰਿਹਾ, ਕਲਯੁਗ ਦਾ ਮਤਲਬ ਜਦੋਂ ਸੰਸਾਰ ਮਾਇਆ ਦੇ ਪਿੱਛੇ ਭੱਜੇ, ਕੋਈ ਆਤਮ ਗਿਆਨ ਦੀ ਗੱਲ ਨਾ ਕਰੇ, ਕੋਈ ਇਹ ਨਾ ਸੋਚੇ ਕਿ ਇਹ ਜਨਮ ਕੀ ਹੈ, ਮੈਂ ਇੱਥੇ ਕੀ ਕਰ ਰਿਹਾ, ਇਹ ਕੀ ਹੈ ਧਰਤੀ ਹੈ, ਕੀ ਹੈ ਸੂਰਜ,
ਕਿਉਂ ਇਹ ਸਾਰਾ ਕੁਝ ਬਣਾਇਆ, ਧਰਤੀ ਹਵਾ 'ਚ ਕਿਉਂ ਖਲੋਤੀ ਹੈ, ਇਹ ਸੂਰਜ ਇੱਥੇ ਕੀ ਕਰਦਾ ਹੈ, ਕਿਉਂ ਸਵੇਰੇ ਚੜ੍ਹਦਾ ਹੈ, ਕਿਉਂ ਸ਼ਾਮੀ ਡੁੱਬ ਜਾਂਦਾ ਹੈ, ਇਹ ਚੰਦਰਮਾ ਦਾ ਕੀ ਕੰਮ ਹੈ, ਤਾਰਿਆਂ ਦਾ ਕੀ ਕੰਮ, ਇਹ ਹਵਾ ਪਾਣੀ, ਇਹ ਕੀ ਹੈ ਸਿਸਟਮ। ਜਦੋਂ ਇਹ ਵਿਚਾਰ ਨਹੀਂ ਚੱਲਦੀ ਤੇ ਫਿਰ ਤੇ ਤੁਹਾਡੇ ਜੀਵਨ 'ਚ ਜੋ ਤੁਸੀਂ ਕਰ ਰਹੇ ਜੋ ਤੇ ਬਸ ਉਹੀ ਆ। ਫਿਰ ਉੱਥੇ ਕਿੱਥੇ ਰੱਬ ਹੈਗਾ? ਉੱਥੇ ਤੇ ਉਹਨਾਂ ਨੇ ਕਿਹਾ ਕਿ ਬਸ ਜਾ ਕੇ ਮੱਥਾ ਟੇਕੋ, ਗੁਰਦੁਆਰੇ ਤੇ ਘਰ ਆ ਜਾਓ, ਪ੍ਰਸ਼ਾਦ ਚੜਾਓ, 10 ਮਿੰਟ ਕੀਰਤਨ ਸੁਣੋ। ਬਹੁਤੀ ਗੱਲ ਤੁਸੀਂ ਘਰੇ ਟੀਵੀ ਔਨ ਕਰਦੇ ਜੋ ਤੇ ਤੁਸੀਂ ਸੋਚਦੇ ਜੋ ਕਿ ਟੀਵੀ ਔਨ ਕਰਨ ਦੇ ਨਾਲ ਤੁਸੀਂ ਧਾਰਮਿਕ ਹੋ ਜਾਓਗੇ। ਕੀ ਹੋਊਗਾ? ਕਿੰਨੇ ਸਾਲ ਹੋ ਗਏ, ਕੋਈ ਯਾਦ ਹੈਗਾ ਕਿ ਟੈਲੀਵਿਜ਼ਨ ਤੇ ਕੀ ਬੋਲਿਆ ਬਾਬੇ ਨੇ? ਵੀ ਇੱਕ ਗੱਲ ਯਾਦ ਕਰੋ, ਜਿਹੜੀ ਗੱਲ ਸੁਣੀ ਸੀ ਤੁਸੀਂ ਉਸ ਗੱਲ ਨੂੰ ਜ਼ਿੰਦਗੀ 'ਚ ਇੰਪਲੀਮੈਂਟ ਕੀਤਾ? ਜੇ ਕੀਤਾ ਤੇ ਫਿਰ ਆਪ ਗਰੁੱਪ 'ਚ ਪਲੀਜ਼ ਦੱਸਣਾ ਕਿ ਹਾਂ ਚਰਨਜੀਤ ਟੀਵੀ ਤੇ ਕਥਾ ਚੱਲਣ ਦੀ ਸੀ, ਮੈਂ ਉਹ ਰੋਜ਼ ਕਥਾ ਸੁਣਦਾ ਵਾਂ ਜਾਂ ਸੁਣਦੀ ਆ ਤੇ ਉਹਦਾ ਜੋ ਵੀ ਮੈਨੂੰ ਗਿਆਨ ਮਿਲਿਆ ਮੈਂ ਜ਼ਿੰਦਗੀ 'ਚ ਇੰਪਲੀਮੈਂਟ ਕੀਤਾ। ਪਰ ਜ਼ਿਆਦਾਤਰ ਉਹ ਕੰਨਾਂ ਦੇ ਰਾਹੀਂ ਇੱਕ ਕੰਨ 'ਚੋਂ ਸੁਣਿਆ, ਦੂਜੇ ਕੰਨ 'ਚੋਂ ਬਾਹਰ ਕੱਢਤਾ। ਦੂਜੇ ਜਿਹੜੇ ਸੁਣ ਲੈਂਦੇ ਨੇ, ਜਿੱਦਾਂ ਇੱਕ ਖਬਰ ਸੁਣੀ ਫਿਰ ਦੂਜਿਆਂ ਨੂੰ ਵੀ ਦੱਸਣੀ ਹੁੰਦੀ, ਮਜ਼ਾ ਬੜਾ ਆਉਂਦਾ, ਥੋੜਾ ਮਸਾਲਾ ਲਾ ਕੇ, ਫਿਰ ਕੰਨ 'ਚ ਸੁਣੀ ਤੇ ਅੱਖਾਂ ਨਾਲ ਵੇਖੀ ਫਿਰ ਮੂੰਹ ਥਣੀ ਕੱਢਦੇ ਆ। ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਗੱਲ ਨੂੰ ਹਜਮ ਕਰ ਜਾਂਦੇ ਆ। ਕਹਿਣ ਤੋਂ ਭਾਵ ਆ ਹਜਮ ਕਰ ਜਾਣਾ, ਉਹਨੂੰ ਪਚਾ ਜਾਣਾ, ਉਹਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰ ਦੇਣਾ, ਲਾਗੂ ਕਰ ਦੇਣਾ। ਬਹੁਤ ਘੱਟ ਲੋਕ। ਬਾਣੀ ਕਹਿੰਦੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਇਸੇ ਗੱਲ ਨੂੰ ਸਮਝਾਇਆ ਗਿਆ ਹੈ ਕਿ ਗੱਲਾਂ ਕੇਵਲ ਕਰਨ ਦਾ ਵਿਸ਼ਾ ਨਹੀਂ ਹੈ, ਅਸਲੀ ਵਿਸ਼ਾ ਹੈ ਤੇਰੇ ਵਿਚਾਰ। ਸੱਚ ਤੋਂ ਉੱਪਰ ਕੀ ਹੈ? ਕਹਿੰਦੇ ਸੱਚ ਆਚਾਰ ਸਭ ਤੋਂ ਉੱਪਰ। ਸੱਚ ਤੋਂ ਵੀ ਉੱਪਰ ਕੀ ਹੈ? ਸੱਚ ਆਚਾਰ। ਆਚਾਰ ਦਾ ਮਤਲਬ ਤੁਹਾਡਾ ਜੀਵਨ, ਤੁਸੀਂ ਕਿਸ ਲੈਵਲ ਦਾ ਜੀਵਨ ਬਤੀਤ ਕਰਦੇ ਜੀ। ਹੁਣ ਤੁਸੀਂ ਆਪਣੇ ਕਰਮ ਦੇਖ ਲਓ, ਆਪਣੀ ਤੁਹਾਡੇ ਅੰਦਰ ਬੈਂਕ 'ਚ ਜਿਹੜੇ ਪੈਸੇ ਪਏ ਨੇ, ਜਾਂ ਤੁਸੀਂ ਜੋ ਧਨ ਦੌਲਤ ਬਣਾਈ ਹੈ, ਇਹ ਜਿਹੜਾ ਘਰ ਮੈਂ ਬਣਾਇਆ ਇਹ ਮੈਨੂੰ ਦੇਖਣਾ ਪਊਗਾ ਕਿ ਇਸ ਨੂੰ ਬਣਾਉਣ 'ਚ ਪੈਸੇ ਕਿੱਥੋਂ ਆਏ। ਜੇ ਉਹ ਮੈਂ ਕੁਝ ਮੇਰੀ ਜ਼ਿੰਦਗੀ 'ਚ ਜਿਹੜੀ ਮੇਰੀ ਪ੍ਰਾਪਰਟੀ ਹੈ, ਜੋ ਵੀ ਮੈਂ ਚਲਾ ਰਿਹਾ, ਉਹ ਪੈਸਾ ਕਿੱਥੋਂ ਆ ਰਿਹਾ ਔਰ ਉਹ ਪੈਸਾ ਕਿਸ ਉਚਾਈ ਦੇ ਲੈਵਲ ਦਾ ਹੈ, ਕਿਤੇ ਥੱਲੇ ਲੋ ਗ੍ਰੇਡ ਤੇ ਨਹੀਂ। ਇਹ ਫੈਸਲਾ ਤੁਹਾਡਾ ਹੋਣਾ ਚਾਹੀਦਾ, ਠੀਕ ਹੈ ਜੀ। ਘਟੀਆ ਪੈਸਾ ਨਹੀਂ ਘਰ ਲਿਆਉਣਾ। ਬਾਣੀ ਕਹਿੰਦੀ ਭੁੱਖਾ ਮਰ ਜੀ, ਫਿਰ ਕੀ ਕਰ ਲਈ, ਮੰਗ ਕੇ ਖਾ ਲਈ, ਪਰ ਆਹ ਨਹੀਂ ਕੰਮ ਕਰਨਾ। ਪਰ ਆਪਾਂ ਕਹਿੰਦੇ ਮਾੜਾ ਜਿਹਾ ਲੋਡ ਪਿਆ, ਚੀਕਾਂ ਨਿਕਲ ਜਾਂਦੀਆਂ ਬੰਦੇ ਦੀਆਂ ਤੇ ਬੰਦਾ ਸੋਚਦਾ ਕਿ ਹੁਣ ਰਸਤਾ ਹੀ ਇਹੋ ਹੈਗਾ, ਪਰ ਉਹ ਸਹੀ ਨਹੀਂ ਹੈ, ਉਹ ਗੜਬੜ ਹੈ। ਦੇਖੋ ਅਗਲੇ ਬੰਨੇ ਕਹਿੰਦੇ ਨੇ ਕਿ ਕਲਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ। ਇਸ ਲੈਣ ਦੇ ਵਿੱਚ ਕਹਿੰਦੇ ਆ ਕਿ ਨਿਧਾਨ ਕੀ ਹੈ? ਰੱਬ ਦਾ ਨਾਮ ਲੈਣਾ, ਉਹਦੀ ਬੰਦਗੀ ਕਰਨੀ ਸਭ ਤੋਂ ਉੱਪਰ ਗੱਲ ਹੋਏਗੀ। ਫਿਰ ਕੀ ਹੋਏਗਾ? ਜਦੋਂ ਤੂੰ ਪਰਮਾਤਮਾ ਦੀ ਭਗਤੀ ਕਰੇਗਾ ਤੇ ਤੈਨੂੰ ਪਰਮ ਪਦ ਮਿਲ ਜੂਗਾ, ਸਭ ਤੋਂ ਉੱਤਮ ਪਦ ਮਿਲ ਜਾਏਗਾ। ਔਰ ਐਸਾ ਨਿਧਾਨ, ਐਸਾ ਖਜ਼ਾਨਾ, ਤੈਨੂੰ ਇਹਦੀ ਕੀਮਤ ਦਾ ਨਹੀਂ ਪਤਾ। ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਇਹਦੀ ਕੀਮਤ ਪਤਾ ਲੱਗੇਗੀ। ਜਦੋਂ ਤੂੰ ਸੰਸਾਰ ਤੋਂ ਜਾਏਗਾ ਨਾ, ਉਹ ਜਿਹੜੀਆਂ ਤੂੰ ਚੀਜ਼ਾਂ ਇਕੱਠੀਆਂ ਕਰ ਲਈਆਂ ਨੇ ਉਹ ਇੱਥੇ ਰਹਿ ਜਾਂਦੀਆਂ। ਉਹ ਜੇ ਤੇਰੇ ਕੋਲ ਇਹ ਨਾਮ ਰੂਪੀ ਨਿਧਾਨ ਹੈ, ਇਹ ਮੌਤ ਦੇ ਵਿੱਚ ਤੇਰੇ ਨਾਲ ਜਾਊਗਾ। ਉੱਥੇ ਕੋਈ ਨਹੀਂ ਸਹਾਈ ਹੋਣਾ ਤੇਰਾ। ਇਹ ਭੈਣ ਭਰਾ ਬੱਚੇ ਇਹ ਤੇ ਤੇਰੇ ਜੀਂਦੇ ਤੇਰੇ ਛੱਡ ਕੇ ਭੱਜ ਜਾਣੇ, ਤੁਸੀਂ ਇਕੱਲੇ ਰਹਿ ਜਾਣਾ, ਬਿਲਕੁਲ ਸਾਈਡ ਤੇ ਹੋ ਜਾਣਾ। ਸਮਾਂ ਆ ਜਾਏਗਾ, ਨਹੀਂ ਯਕੀਨ ਅੱਗੇ ਜਾਓ। ਪਾਣੀ 'ਚ ਲਿਖਿਆ ਤੁਸੀਂ ਪੱਥਰ ਚੱਟ ਕੇ ਆਓਗੇ ਨਾ ਤੇ ਫਿਰ ਫਾਇਦਾ ਕੀ ਹੋਣਾ? ਤੁਸੀਂ ਕਾਫੀ ਡੈਮੇਜ ਕਰ ਲੈਣਾ ਉਹਨੇ ਚਿਰ ਨੂੰ। ਕਿਉਂਕਿ ਮੱਛੀ ਜਿਹੜੀ ਇੱਕ ਤੇ ਚੱਟ ਕੇ ਆ ਗਈ ਹੈ ਪੱਥਰ, ਉਹਨੇ ਤੇ ਵੇਖ ਲਿਆ। ਪਰ ਇੱਕ ਜਿਹੜੀ ਤੁਰੀ ਜਾ ਰਹੀ ਆ ਉਹ ਵਿਚਾਰੀ ਇਸ ਭਰਮ 'ਚ ਆ ਕਿ ਇਹ ਮੱਛੀ ਬੇਵਕੂਫ ਸੀ, ਇਹਨੂੰ ਪਤਾ ਨਹੀਂ ਸੀ, ਮੈਨੂੰ ਪਤਾ। ਪਰ ਹੁਣ ਉਹਦੇ ਨਾਲ ਵੀ ਏਦਾਂ ਹੀ ਹੈ। ਇਹ ਜੱਗ ਦੀ ਰੀਤ ਏਦਾਂ ਦੀ, ਕਿਉਂਕਿ એનર્ਜੀ ਜਿਹੜੀ ਆ ਗਾਂਹ ਨੂੰ ਜਾਂਦੀ ਆ, ਪਿੱਛੇ ਨਹੀਂ ਆਉਂਦੀ, ਠੀਕ ਹੈ। એનર્ਜੀ ਨੇ ਗਾਂਹ ਹੀ ਜਾਣਾ। ਫਿਰ ਇੱਥੇ ਦੇਖੋ ਨਿਧਾਨ, ਰੱਬ ਦਾ ਨਾਮ ਸਭ ਤੋਂ ਉੱਪਰ ਹੈ ਜੀ। ਭਗਤੀ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨ ਦਿਨ ਨਾਮ ਤੇ ਆਇਆ। ਸਭ ਤੋਂ ਪਹਿਲੀ ਗੱਲ ਹੈ ਕਿ ਉਸ ਦੀ ਭਗਤੀ ਕਰਨੀ ਪੈਣੀ। ਖਾਲਸਾ ਨਿਤ ਕਰੇ ਜੰਗ, ਬਾਣੀ 'ਚ ਵੀ ਲਿਖਿਆ, ਜਿਹੜਾ ਹਰ ਦਿਨ ਆਪਣੇ ਮਨ ਨਾਲ ਜੰਗ ਕਰਦਾ ਹੈ, ਇਹਦੀ ਬੁਰਾਈ ਨੂੰ ਖਤਮ ਕਰਦਾ ਹੈ। ਜਿੱਦਾਂ ਪੈਨਸਲ ਵੇਖਿਆ ਨਾ ਆਪਾਂ, ਹੁਣ ਸਵੇਰੇ ਮੈਂ ਵੇਖਣ ਡਿਆ, ਮੇਰਾ ਇੱਕ ਛੋਟਾ ਬੱਚਾ ਸੀ, ਉਹ ਪੈਨਸਲ ਕੱਟਦਾ ਪਿਆ, ਨਿੱਕਾ ਜਿਹਾ ਬੱਚਾ ਆ, ਪੈਨਸਲ ਘੜੀ ਉਹਨੇ, ਫਿਰ ਗਲਤੀ ਕਰਦਾ, ਉਹਨੂੰ ਮਿਟਾਉਂਦਾ, ਪਿਛਲੇ ਬੰਨੇ ਉਹਦੇ ਨਾਲ ਰਬੜ ਦਿੱਤੀ ਅਗਲਿਆਂ ਨੇ। ਦੇਖੋ ਜੇ ਤੇ ਪੈਨਸਲ ਦੇ ਨਾਲ ਵਧੀਆ ਲਿਖਣਾ ਹੈ, ਉਹਦਾ ਪ੍ਰਯੋਗ ਸਹੀ ਕਰਨਾ ਹੈ, ਤੇ ਫਿਰ ਤੁਹਾਨੂੰ ਉਹਨੂੰ ਘੜਨਾ ਪੈਣਾ। ਔਰ ਘੜਨਾ ਤੁਹਾਨੂੰ ਵੀ ਪਤਾ ਹੈ, ਉਸ ਤੋਂ ਜਿਹੜੀ ਫਾਲਤੂ ਦੀ ਜਿਹੜੀ ਉਹਦਾ ਕੋਲਾ ਵਾ, ਉਸ ਤੇ ਫਾਲਤੂ ਦੀ ਜਿਹੜੀ ਲੱਕੜ ਹੈ, ਜਿਹਦੀ ਹੁਣ ਆਪਾਂ ਨੂੰ ਲੋੜ ਨਹੀਂ ਹੈ,
ਉਸ ਨੂੰ ਅਲੱਗ ਕਰਨਾ ਪਊ ਤਾਂ ਜੋ ਸਾਨੂੰ ਜਿਹੜਾ ਕੋਲਾ ਮਿਲੇ ਜਿਹਦੇ ਨਾਲ ਕੁਝ ਕੰਮ ਕੀਤਾ ਜਾ ਸਕਦਾ। ਔਰ ਫਿਰ ਉਹਦਾ ਪੁਆਇੰਟ ਚਾਹੀਦਾ, ਜੇਕਰ ਉਹ ਪੁਆਇੰਟ ਨਹੀਂ ਬਣਿਆ ਤੁਸੀਂ ਛੋਟੀ ਜਿਹੀ ਲਾਈਨ 'ਚ ਨਹੀਂ ਲਿਖ ਸਕਦੇ। ਇਸ ਕਰਕੇ ਉਹਦਾ ਪੁਆਇੰਟ ਬਣਨਾ ਬੜਾ ਜ਼ਰੂਰੀ ਹੈ। ਇਸੇ ਕਰਕੇ ਬੰਦਾ ਜਿਹੜਾ ਨਾ, ਬਹੁਤ ਸਾਰੇ ਬੰਦੇ ਕੀ ਕਰਦੇ ਆ, ਜਦੋਂ ਹਉਮੈ ਆ ਜਾਂਦੀ ਹੈ ਉਹ ਕਹਿੰਦੇ ਨੇ ਕਿ ਹਾਂ ਨਾ ਜਾਂ ਮੈਂ ਕੰਮ ਕਿਹਾ, ਕੰਮ ਹੋਇਆ ਕਿਉਂ ਨਹੀਂ। ਉਹ ਕੀ ਕਰਦਾ ਪਿਆ, ਉਹ ਵਿਚਾਰਾ ਇਹ ਇੱਕ ਹਉਮੈ ਦੇ ਰੋਗ ਦੇ ਵਿੱਚ ਗ੍ਰਸਤ ਹੈ, ਉਹਨੂੰ ਪਤਾ ਨਹੀਂ ਲੱਗਣ ਦਿਆ। ਉਹ ਆਪਣੀ ਪੈਨਸਲ ਨੂੰ ਕੱਢਣ ਨੂੰ ਤਿਆਰ ਹੀ ਨਹੀਂ ਹੈ, ਉਹ ਬਿਲਕੁਲ ਨਹੀਂ ਕੱਢਣਾ ਚਾਹੁੰਦਾ ਕਿਉਂਕਿ ਉੱਥੇ ਦਰਦ ਹੈ। ਪੈਨਸਲ ਨੂੰ ਸ਼ਾਰਪਨਰ ਦੇ ਵਿੱਚ ਪਾਓ ਤੇ ਪੈਨਸਲ ਕਹਿੰਦੀ ਕਿ ਬੜਾ ਵਧੀਆ ਹੋ ਰਿਹਾ ਕੰਮ, ਉਹ ਕਹਿੰਦੀ ਕਿ ਇਹ ਕੀ ਕੀਤਾ ਹੀ। ਪਰ ਉਸ ਦੀ ਖੂਬਸੂਰਤੀ ਉਹਦੇ ਤਿੱਖੇਪਨ 'ਚ ਹੈ। ਇਹੋ ਜ਼ਿੰਦਗੀ ਹੈ। ਬਾਣੀ ਕਹਿੰਦੀ ਹੈ ਕਿ ਖਾਲਸਾ ਨਿਤ ਕਰੇ ਜੰਗ, ਮਨ ਦੇ ਨਾਲ ਜੰਗ ਕਰੋ। ਉਸ ਪੈਨਸਲ ਜਿਹੜੀ ਤੁਹਾਡੇ ਅੰਦਰ ਆ, ਉਸ ਪੈਨਸਲ ਨੂੰ ਘੜੋ। ਉਸ ਦੇ ਨਾਲ ਜੋ ਗਲਤ ਚੀਜ਼ਾਂ ਜੁੜ ਗਈਆਂ ਨੇ ਉਸ ਨੂੰ ਆਪ ਅਲੱਗ ਕਰ ਸਕਦੇ ਜੋ। ਧਿਆਨ ਸਿਮਰਨ ਮਤਲਬ ਧਿਆਨ ਦੇ ਵਿੱਚ ਜਾਣਾ ਹੈ ਔਰ ਆਪਣੇ ਅੰਦਰ ਜੋ ਫਾਲਤੂ ਦੀਆਂ ਲੱਕੜਾਂ ਨੇ ਉਹ ਪੈਨਸਲ ਤੁਹਾਡੇ ਮਨ ਰੂਪੀ ਪੈਨਸਲ ਦੇ ਨਾਲ, ਉਹਨੂੰ ਬੁੱਧੀ ਦੇ ਨਾਲ ਉਹਨੂੰ ਅਲੱਗ ਕਰੋ, ਉਹਨੂੰ ਕੱਟ ਕੇ ਅਲੱਗ ਕਰ ਦਿਓ ਤਾਂ ਜੋ ਤੁਹਾਡੇ ਕੋਲ ਉਹ ਚੀਜ਼ ਬਚੇ ਜਿਹੜੀ ਕੰਮ ਦੀ ਹੈ, ਜਿਹੜੀ ਚੀਜ਼ ਡਿਸਟਰਬ ਕਰ ਰਹੀ ਹੈ, ਤੁਹਾਨੂੰ ਕੰਮ ਕਰਨ 'ਚ ਰੁਕਾਵਟ ਪੈਦਾ ਕਰ ਰਹੀ ਹੈ। ਚਾਹੇ ਬੇਈਮਾਨੀ ਹੈ, ਚਾਹੇ ਝੂਠ ਹੈ, ਚਾਹੇ ਨਿੰਦਿਆ ਹੈ, ਉਸ ਨੂੰ ਅਲੱਗ ਕਰ ਦਿਓ। ਉਸ ਤੋਂ ਬਾਅਦ ਬਾਣੀ ਕਹਿੰਦੀ ਆ ਕਿ ਤੇਰੇ ਕੋਲ ਇੱਕ ਮਾਫੀ ਰੂਪੀ ਸ਼ਕਤੀ ਹੈ। ਕਹਿਣ ਤੋਂ ਭਾਵ ਕਿ ਦੂਸਰੇ ਨੂੰ ਮਾਫ ਕਰ ਦੇ। ਉਹ ਤੁਹਾਡੇ ਕੋਲ ਹੋਰ ਇੱਕ ਰਬੜ ਹੈਗੀ ਹੈ। ਰਬੜ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਆਪਾਂ ਦੇਖੋ ਛੋਟੇ ਬੱਚੇ ਨੂੰ ਆਪਾਂ ਦੇਖਦੇ ਹਾਂ, ਉਹ ਕੋਈ ਚੀਜ਼ ਲਿਖਦੀ ਹੈ, ਊੜਾ ਐੜਾ ਈੜੀ ਸੱਸਾ, ਜੋ ਵੀ ਹਾਹਾ ਕੱਕਾ ਖੱਖਾ ਗੱਗਾ ਕੱਗਾ, ਜੋ ਵੀ ਲਿਖਦਾ ਹੈ, ਜੇਕਰ ਉਹ ਗਲਤ ਲਿਖਦਾ ਹੈ ਉਹ ਰਬੜ ਦਾ ਇਸਤੇਮਾਲ ਕਰਦਾ ਹੈ, ਉਹਨੂੰ ਮਿਟਾ ਦਿੰਦਾ ਹੈ। ਇਸੇ ਤਰ੍ਹਾਂ ਅਸੀਂ ਮਾਫ ਕਰਕੇ ਕਾਫੀ ਕੁਝ ਜਿਹੜੀਆਂ ਚੀਜ਼ਾਂ ਨਾ ਉਹਨੂੰ ਮਿਟਾ ਸਕਦੇ ਹਾਂ ਔਰ ਮਿਟਾਉਣਾ ਹੀ ਜੀਵਨ ਹੈ। ਜੇਕਰ ਤੁਸੀਂ ਨਹੀਂ ਮਿਟਾਉਂਦੇ ਤੁਹਾਡੇ ਲਈ ਬਹੁਤੀ ਵਧੀਆ ਗੱਲ ਨਹੀਂ ਹੈ, ਬੜੀ ਪ੍ਰੋਬਲਮ ਹੋ ਜਾਏਗੀ ਤੁਹਾਨੂੰ, ਕਿਉਂਕਿ ਜਿਹੜੀ ਚੀਜ਼ ਤੁਸੀਂ ਨਹੀਂ ਮਿਟਾ ਸਕੇ ਨਾ ਉਹ ਤੁਹਾਡੇ ਚਿੱਤ 'ਚ ਪੱਕੀ ਹੋ ਜਾਣੀ ਹੈ। ਉੱਥੇ ਫਿਰ ਕੀ ਕਰੋਗੇ ਨਾ, ਗੜਬੜ ਹੋ ਜਾਏਗੀ ਨਾ। ਕਾਪੀ ਤੇ ਕੋਈ ਚੀਜ਼ ਮੈਂ ਗਲਤ ਲਿਖ ਲਈ ਆ ਪਰ ਬਾਣੀ ਕਹਿੰਦੀ ਤੂੰ ਮਿਟਾ ਕੇ ਦੁਬਾਰਾ ਲਿਖ ਲੈ। ਕਹਿੰਦੇ ਗਲਤੀ ਨੰਬਰ 1 ਤੂੰ ਗਲਤੀ ਕੀਤੀ, ਕਹਿੰਦੇ ਗਲਤੀ ਨੰਬਰ 2 ਜੇ ਤੂੰ ਗਲਤੀ ਕਰਕੇ ਉਸ ਗਲਤੀ ਨੂੰ ਸਹੀ ਨਹੀਂ ਕੀਤਾ। ਸਹੀ ਕਰਨ ਦਾ ਤਰੀਕਾ ਕੀ ਹੈ? ਜਿੱਥੇ ਤੁਹਾਡਾ ਪੁਆਇੰਟ ਵੈਲਿਡ ਨਹੀਂ ਹੈ, ਜਿੱਥੇ ਤੁਹਾਡੀ ਗਲਤੀ ਹੈ, ਫੈਮਿਲੀ 'ਚ ਚਾਹੇ ਛੋਟਾ ਬੱਚਾ ਹੈ, ਵੱਡਾ ਹੈ, ਜੋ ਵੀ ਹੈ, ਐਨੀ ਅਦਰ ਪਰਸਨ, ਉਹਨੂੰ ਕਹੋ ਕਿ ਇਟ ਇਜ਼ ਮਾਈ ਮਿਸਟੇਕ। ਇਹ ਕਹਿਣਾ ਤੁਹਾਡਾ ਫਰਜ਼ ਬਣਦਾ। ਤੁਸੀਂ ਪਾਵਰ 'ਚ ਹੈਗੇ ਜੋ, ਤੁਸੀਂ ਹਉਮੈ 'ਚ ਹੈਗੇ, ਤੁਸੀਂ ਕਹੋਗੇ ਮੈਨੂੰ ਕੀ ਲੋੜ ਪਈ ਹੈ, ਪਰ ਚਿੱਤ 'ਚ ਤੇ ਲਿਖਿਆ ਗਿਆ ਨਾ, ਉਹ ਤੁਹਾਡਾ ਕਰਮ ਹੈ। ਤੁਸੀਂ ਉੱਥੇ ਗਲਤ ਸੀ ਔਰ ਤੁਸੀਂ ਫੀਲ ਕਰਾ ਲਿਆ ਕਿ ਮੈਂ ਸਹੀ ਹਾਂ। ਉਹ ਤੁਸੀਂ ਪਾਵਰਫੁੱਲ ਜੋ ਮਰਜੀ ਜੋ, ਫਿਰ ਉੱਥੇ ਬਾਣੀ ਕਹਿੰਦੀ ਨਹੀਂ ਗੜਬੜਿਆ, ਕਿਉਂਕਿ ਉਹ ਹੋ ਸਕਦਾ ਕਿ ਅਗਲਾ ਤੇਰੀ ਪਾਵਰ ਤੋਂ ਡਰ ਗਿਆ ਹੋਵੇ ਕਿ ਕੀਤਾ ਕਿ ਤੂੰ ਉਹਦੀ ਨੌਕਰੀ ਨਾ ਖਰਾਬ ਕਰ ਦੇ। ਇਸ ਕਰਕੇ ਉਹ ਵਿਚਾਰੇ ਨੇ ਕਿਹਾ ਨਾ ਕਿ ਛੱਡੋ ਖੜਾ, ਪਰ ਬਾਣੀ ਕਹਿੰਦੀ ਨਹੀਂ, ਉਹ ਨਹੀਂ ਟਰਬਲ 'ਚ ਹੈਗਾ। ਜੇ ਤੂੰ ਗਲਤੀ ਕੀਤੀ ਹੈ ਤੇ ਤੂੰ ਟਰਬਲ 'ਚ ਹੈ, ਤੇਰੇ ਲਈ ਸਮੱਸਿਆ ਹੈ ਬਹੁਤ ਵੱਡੀ। ਠੀਕ ਹੈ ਜੀ, ਪਲੀਜ਼ ਨੋਟ ਕਰੋ ਬਾਣੀ 'ਚ ਇਹੋ ਕੁਝ ਲਿਖਿਆ, ਹੋਰ ਕੋਈ ਵੱਖਰੀ ਗੱਲ ਨਹੀਂ ਜੋ ਹੋਈ। ਫਿਰ ਕਹਿੰਦੇ ਆ ਅਣਦਿਨ ਨਾਮ ਤੇ ਆਉਣਾ। ਨਾਮ ਦਾ ਮਤਲਬ ਉਸ ਪਰਮਾਤਮਾ ਦੀ ਬੰਦਗੀ ਕਰਨੀ ਹੈ। ਫਿਰ ਕੀ ਹੋਊਗਾ ਜਦੋਂ ਆਪਾਂ ਬੰਦਗੀ ਕਰਾਂਗੇ, ਉਹਦਾ ਧਿਆਨ ਕਰਾਂਗੇ, ਸਿਮਰਨ ਕਰਾਂਗੇ। ਧਿਆਨ ਦਾ ਮਤਲਬ ਮਨ ਦੀ ਜਿਹੜੀ ਮਲੀਨਤਾ ਨੂੰ ਦੂਰ ਕਰਨਾ, ਸਿਮਰਨ ਦਾ ਮਤਲਬ ਉਹਦੀ ਬੰਦਗੀ ਕਰਨੀ। ਹੁਣ ਇੱਥੇ ਲਿਖਿਆ ਵਿੱਚ ਗ੍ਰਹਿ ਗੁਰ ਬਚਨੀ ਉਦਾਸੀ, ਹਉਮੈ ਮੋਹ ਜਲਾਇਆ। ਜਲਾਏ ਦਾ ਮਤਲਬ ਹੁੰਦਾ ਹੈ ਕਿ ਦੇਖੋ ਹਉਮੈ ਤੇ ਮੋਹ ਦੋ ਚੀਜ਼ਾਂ ਹੁੰਦੀਆਂ ਨੇ। ਉਹ ਕਹਿੰਦੇ ਆ ਛੱਡਿਆ ਨਹੀਂ ਕਿਹਾ, ਉਹ ਕਹਿੰਦੇ ਜਲਾਇਆ ਕਹਿੰਦੇ ਜੋ। ਜਲਾਇਆ ਦਾ ਮਤਲਬ ਜਾਲ ਦਿੱਤਾ, ਸਾੜ ਦਿੱਤਾ। ਸਾੜ ਦਿੱਤਾ ਮਤਲਬ ਸਵਾਹ ਕਰ ਦਿੱਤਾ। ਹੁਣ ਉਹਦੇ 'ਚ ਕੁਛ ਵੀ ਨਹੀਂ ਬਚਿਆ। ਤੁਸੀਂ ਵੇਖੋ ਜਦੋਂ ਅਗਨੀ ਦੇ ਕੋਈ ਚੀਜ਼ ਭੇਟਾ ਕਰ ਦਿੰਦੇ ਆਪਾਂ ਤੇ ਉਹ ਫਿਰ ਖਤਮ ਹੋ ਜਾਂਦੀ ਹੈ। ਉਹ ਫਿਰ ਉਹ ਨਹੀਂ ਰੂਪ ਰਹਿ ਜਾਂਦਾ ਜਿਹੜਾ ਰੂਪ ਉਹਦਾ ਪਹਿਲਾਂ ਹੁੰਦਾ ਹੈ। ਅਗਨੀ 'ਚ ਬਹੁਤ ਪਾਵਰ ਹੈ। ਇੱਥੇ ਕਹਿੰਦੇ ਨੇ ਕਿ ਵਿੱਚ ਗ੍ਰਹਿ ਗੁਰੂ ਬਚਨ ਉਦਾਸੀ। ਫਿਰ ਵੇਖੋ ਗ੍ਰਹਿ ਦੇ ਵਿੱਚ ਰਹਿੰਦਾ ਹੈ ਉਹ ਬੰਦਾ ਅੰਦਰੋਂ ਵਿਰਾਗੀ ਹੋ ਜਾਂਦਾ ਹੈ। ਦੇਖੋ ਬਾਹਰੋਂ ਜਿਹੜਾ ਵਿਰਾਗੀ ਹੋ ਜਾਣਾ ਨਾ ਬੰਦਾ, ਇਹ ਲੋਕੀ ਗੱਪਾਂ ਮਾਰੀ ਜਾਂਦੇ ਆ। ਮੈਂ ਵੀ ਬਥੇਰੇ ਬਾਬੇ ਵੇਖੇ, ਇਹ ਜੀ ਨੋਟ ਨੂੰ ਹੱਥ ਨਹੀਂ ਲਾਉਂਦੇ, ਇਹ ਫਲਾਨਾ ਕੰਮ, ਇਹ ਨਹੀਂ ਉਹ ਨਹੀਂ। ਉਹ ਬੰਦਾ ਪੁੱਛੇ ਤੁਸੀਂ ਨੋਟ ਨੂੰ ਨਹੀਂ ਹੱਥ ਲਾਉਂਦੇ ਪਰ ਤੁਹਾਡਾ ਦਾਲ ਫੁਲਕਾ ਕਿੱਥੋਂ ਚੱਲਦਾ? ਉਹ ਦਾਲ ਕਿੱਥੋਂ ਲਿਆਂਦੇ ਜੋ? ਤੁਸੀਂ ਕਿਹੜੀ ਮੁੱਲ ਲਿਆਂਦੀ ਹੈ? ਹਨਾ, ਤੁਸੀਂ ਕਿਹੜਾ ਪੇ ਕੀਤਾ ਹੈ?
ਅਸਕਰ somebody pay ਕਰ ਰਿਹਾ। ਜੇ ਤੇਰੇ ਸਿਰ ਤੇ ਪੱਖਾ ਚੱਲ ਰਿਹਾ, AC ਚੱਲ ਰਿਹਾ, ਜੋ ਤੂੰ ਪਾਣੀ ਵੀ ਪੀ ਰਿਹਾ, ਸਾਰਾ ਕੁਝ ਪੇਡ ਹੈ। ਫ੍ਰੀ ਤੇ ਕੁਝ ਵੀ ਨਹੀਂ ਹੈਗਾ। ਕਿੱਥੋਂ ਤੇ ਤੂੰ ਕਿੱਦਾਂ ਇਹ ਕਹਿ ਸਕਦਾ ਕਿ ਮੈਂ ਪੈਸਿਆਂ ਨੂੰ ਹੱਥ ਨਹੀਂ ਲਾ ਰਿਹਾ? ਹਰ ਚੀਜ਼ ਜਿਹੜੀ ਪੇਡ ਹੈ, ਫ੍ਰੀ ਤੇ ਕੁਝ ਵੀ ਨਹੀਂ। ਹੁਣ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਬਾਣੀ ਇਹੋ ਚੀਜ਼ ਤੋਂ, ਭਰਮ ਤੋਂ ਸਾਨੂੰ ਦੂਰ ਕਰਦੀ, ਕਹਿੰਦੀ ਕਿ ਗ੍ਰਹਿ ਦੇ ਵਿੱਚ ਰਹਿਣਾ ਹੈ, ਉਦਾਸੀ ਰਹਿਣਾ ਹੈ। ਗੁਰੂ ਆਪਾਂ ਨੂੰ ਕਹਿੰਦੇ ਨੇ ਕਿ ਸੰਸਾਰ ਨੂੰ ਛੱਡ ਕੇ ਭੱਜਣਾ ਨਹੀਂ, ਇਸ ਸੰਸਾਰ ਦੇ ਵਿੱਚ ਰਹਿਣਾ ਹੈ, ਇਹਦੇ ਵਿੱਚ ਹੀ ਸਾਰਾ ਕੁਝ ਹੈ, ਇੱਥੇ ਤੇਰਾ ਇਮਤਿਹਾਨ ਹੈ। ਜਿੱਦਾਂ ਕਮਲ ਦਾ ਫੁੱਲ ਹੈ, ਉਸ ਕੇਵਲ ਸਾਡੇ ਲਈ ਬਣਾਇਆ ਗਿਆ, ਸਾਨੂੰ ਪ੍ਰਤੀਕ ਦੇ ਰੂਪ ਚ ਸਮਝਾਉਣ ਦੇ ਲਈ ਕਿ ਉਹਦਾ ਜਿਹੜਾ ਤਣਾ ਹੈ ਉਹ ਚਿੱਕੜ ਦੇ ਨਾਲ ਹੈ, ਗੰਦੇ ਪਾਣੀ ਨਾਲ ਸੰਪਰਕ ਹੈ, ਪਰ ਇਹਦੇ ਬਾਵਜੂਦ ਵੀ ਉਹ ਆਪਣੀ ਖੂਬਸੂਰਤੀ ਨੂੰ ਡਾਊਨ ਨਹੀਂ ਹੋਣ ਦਿੰਦਾ। ਉਹ ਬਹੁਤ ਉੱਪਰ ਹੋ ਕੇ ਬੈਠਾ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਭਗਤੀ ਕਰਦਾ ਹੈ, ਬੰਦਗੀ ਕਰਦਾ ਹੈ, ਉਹ ਸੰਸਾਰ 'ਚ ਰਹਿੰਦਾ ਹੈ, ਤੇ ਪਰ ਉਹਦੇ ਅੰਦਰ ਜਿਹੜੀ ਨਾ ਉਚਾਈ ਬੜੀ ਹੁੰਦੀ ਹੈ। ਉਹ ਉਚਾਈ ਦਾ ਭਾਵ ਉਹਦੇ ਅੰਦਰ ਸੱਚਾਈ ਹੁੰਦੀ ਹੈ। ਉਹ ਵੈਰ ਵਿਰੋਧ ਨਹੀਂ ਕਰਦਾ, ਮਾਫ ਕਰ ਦਿੰਦਾ ਹੈ, ਦੇਖ ਕੇ ਅੰਡਿਠ ਕਰ ਦਿੰਦਾ। ਪਤਾ ਵਾ ਵੇਖ ਲਈ ਚੀਜ਼, ਅੰਡਿਠ ਕਰਦਾ। ਹੁਣ ਉਸ ਸੱਚ ਬੋਲਦਾ, ਸੱਚ ਸੁਣਦਾ। ਹੁਣ ਤੁਸੀਂ ਆਪਣੇ ਬੱਚਿਆਂ ਨੂੰ, ਜਿਹੜੇ ਮਾਂ-ਬਾਪ ਬਹੁਤਾ ਜ਼ਿਆਦਾ ਆਪਣੇ ਬੱਚਿਆਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਤੇ ਉਹ ਬੱਚੇ ਵਿਚਾਰੇ ਡਰ ਦੇ ਮਾਰੇ ਉਹਨਾਂ ਦੇ ਸਾਹਮਣੇ ਤੇ ਨਹੀਂ ਕੁਝ ਕਰਦੇ, ਪਰ ਉਹਨਾਂ ਦੇ ਪਿੱਛੇ ਫਿਰ ਕਰਦੇ। ਝੂਠ ਬੋਲਦੇ ਫਿਰ ਬੱਚੇ। ਉਹ ਜਾਣਗੇ ਇੱਧਰ ਤੇ ਦੱਸਣਗੇ ਉੱਧਰ, ਉਹ ਜਾਣਗੇ ਉੱਧਰ ਤੇ ਦੱਸਣਗੇ ਇੱਧਰ, ਪਰ ਉਹ ਮਾਂ-ਬਾਪ ਕਿਤੇ ਵੀ ਸੱਚ ਨਹੀਂ ਜਾਣ ਸਕਦੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਸੱਚ ਨੂੰ ਸੁਣਨ ਦੇ ਲਈ ਹਿੰਮਤ ਨਹੀਂ ਹੈਗੀ। ਉਹਨਾਂ ਨੇ, ਚਾਹੇ ਤੁਹਾਡੀ ਪਤਨੀ ਹੈ, ਚਾਹੇ ਤੁਹਾਡਾ ਪਤੀ ਹੈ, ਹੁਣ ਤੁਸੀਂ ਰੌਲਾ ਪਾਉਣਾ ਸ਼ੁਰੂ ਕਰ ਦਿਓ, ਨੈਚੁਰਲੀ ਕੀ ਕਰੂਗਾ? ਉਹ ਚਲਾਕ ਹੋ ਜਾਊਗਾ। ਉਹਨੇ ਏਦਾਂ ਦੇ ਪਲਾਨ ਬਣਾ ਲੈਣੇ ਆ ਕਿ ਤੁਹਾਨੂੰ ਉਹ ਚੀਜ਼ ਦਾ ਪਤਾ ਨਹੀਂ ਲੱਗੇ, ਤੁਹਾਡੇ ਤੋਂ ਛੁਪ ਕੇ ਕਰੇਗਾ। ਇਸ ਕਰਕੇ ਜੀਵਨ ਜਿਹੜਾ ਬੜਾ ਟਰਾਂਸਪੈਰੈਂਟ ਚਾਹੀਦਾ। ਉਹਨੂੰ ਦੱਸੋ ਯਾਰ ਐਵੇਂ ਛੁਪਾਉਣ ਦੀ ਲੋੜ ਨਹੀਂ। ਹੁਣ ਬੱਚੇ ਆ, ਮੈਂ ਆਪ ਉਹਨਾਂ ਨੂੰ ਕਹਿੰਦਾ ਭਰਾ ਇੱਕ ਅੱਧਾ ਘੰਟਾ ਗੇਮ ਖੇਡ ਲਓ ਜੇ ਤੂੰ ਖੇਡਣੀ ਆ, ਮੇਰੇ ਕੋਲ ਚੋਰੀ ਕਰਨ ਦੀ ਲੋੜ ਨਹੀਂ। ਇੱਕ ਦਿਨ ਮੈਂ ਆਇਆ ਸੀ, ਗੇਮ ਚੱਲਦੀ ਹੋਈ ਮੈਂ ਵੇਖ ਲਈ, ਮੈਂ ਪੁੱਤ ਜਦੋਂ ਮੈਂ ਬਾਹਰ ਗਿਆ, ਇਹ ਪੁੱਤ ਚੋਰੀ ਹੈ, ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਵੇਖ ਕੇ ਬੰਦ ਕਰੋ। ਕੋਈ ਗੱਲ ਨਹੀਂ ਯਾਰ, ਤੁਸੀਂ ਅੱਧਾ ਘੰਟਾ ਚਲਾ ਲਓ। ਇਟ ਇਜ਼ ਯੋਰ ਲਾਈਫ। ਤੁਸੀਂ ਡਿਸਾਈਡ ਕਰੋ ਕਿ ਤੁਹਾਡਾ ਜੀਵਨ 'ਚ ਤੁਸੀਂ ਕੀ ਕਰਨਾ। ਮੇਰੇ ਲਈ ਨਹੀਂ ਤੁਸੀਂ ਕਰਨਾ, ਮੇਰੇ ਤੋਂ ਡਰਨ ਦੀ ਲੋੜ ਨਹੀਂ ਹੈ। ਮੈਂ ਤਾਂ ਜਸਟ ਤੁਹਾਨੂੰ ਹੈਲਪ ਕਰਨਾ ਚਾਹੁੰਦਾ। ਇਸ ਤੋਂ ਬਾਅਦ ਡਿਸੀਜਨ ਤੁਹਾਡਾ ਹੈ, ਤੁਸੀਂ ਕਰਨਾ ਕਿ ਨਹੀਂ ਕਰਨਾ। ਤੁਸੀਂ ਕਿਹਨੂੰ ਪਿਓਰਿਟੀ ਦੇ ਰਹੇ ਹੋ, ਹੁਣ ਜਾਂ ਇੰਜੋਏ ਕਰਨੀ ਹੈ, ਜਾਂ ਅੱਗੇ ਚੱਲ ਕੇ ਜ਼ਿੰਦਗੀ ਵਧੀਆ ਬਤੀਤ ਕਰਨੀ, ਇਹ ਤੁਹਾਡਾ ਫੈਸਲਾ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹ ਆਪਣੇ ਆਪ ਹੀ ਪੜ੍ਹਨ ਡੈ ਪਏ। ਸੋ ਇਹ ਗੱਲਾਂ ਹੁੰਦੀਆਂ ਨੇ। ਸੱਚ ਨੂੰ ਬਰਦਾਸ਼ਤ ਕਰਨਾ ਜ਼ਰੂਰੀ ਹੈ। ਸੋ ਪਲੀਜ਼ ਸੱਚ ਨੂੰ ਬਰਦਾਸ਼ਤ ਕਰੋ। ਬੱਚਿਆਂ ਨੂੰ ਹਮੇਸ਼ਾ ਇਹ ਸਿਖਾਓ ਕਿ ਪੁੱਤ ਤੁਹਾਨੂੰ ਸਾਡੇ ਤੋਂ ਡਰਨ ਦੀ ਲੋੜ ਨਹੀਂ ਹੈ। ਪੁੱਤ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਾਨੂੰ ਜੀਵਨ 'ਚ ਮੁਸ਼ਕਲਾਂ ਸਾਹਮਣੀਆਂ ਕਰਨੀਆਂ ਪਈਆਂ, ਤੁਸੀਂ ਉਸ ਤੋਂ ਚੰਗੀ ਤਰ੍ਹਾਂ ਬਚ ਜਾਓ। ਬਸ ਇੰਨਾ ਹੀ ਮਕਸਦ ਹੈ। ਤੁਸੀਂ ਬਸ ਆਪਣਾ ਸਾਫ਼ ਸੁਥਰਾ ਜੀਵਨ ਬਤੀਤ ਕਰੋ। ਜੋ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਟ ਇਜ਼ ਜਸਟ ਹੈਲਪਿੰਗ, ਤੁਹਾਨੂੰ ਹੈਲਪ ਕਰ ਰਹੇ ਹਾਂ ਟੂ ਬੀ ਅ ਬੈਟਰ ਇਨਸਾਨ, ਬੈਟਰ ਹਸਬੈਂਡ, ਬੈਟਰ ਵਾਈਫ, ਬੈਟਰ ਸਨ, ਬੈਟਰ ਡਾਟਰ, ਜਾਂ ਬੈਟਰ ਕੁਛ ਵੀ। ਇਟਸ ਜਸਟ ਵੀ ਆਰ ਟਰਾਈਂਗ। ਅਸੀਂ ਹੈਲਪ ਕਰ ਰਹੇ ਹਾਂ ਤੁਹਾਡੀ। ਫਿਰ ਇੱਥੇ ਬਾਣੀ 'ਚ ਹੋਰ ਲਿਖਿਆ, ਆਪ ਤਰਿਆ ਕੁਲ ਜਗਤ ਤਰਾਇਆ, ਧਨ ਜਨੇਈ ਮਾਇਆ। ਉਹ ਕਹਿੰਦੇ ਕਿ ਆਪ ਵੀ ਤਰਿਆ। ਸਭ ਤੋਂ ਪਹਿਲਾਂ ਉਹਨੇ ਤੈਰਨਾ ਸਿੱਖਿਆ ਜੀ। ਫਿਰ ਹੁਣ ਜਿੰਨੇ ਬੰਦੇ ਨੂੰ ਆਪ ਨਹੀਂ ਤੈਰਨਾ ਆਉਂਦਾ, ਫਿਰ ਤੁਹਾਨੂੰ ਦੱਸੀ ਜਾਵੇ ਤੇ ਉਹ ਤੇ ਪਈ ਬੜਾ ਨੁਕਸਾਨ ਹੋ ਜਾਏਗਾ। ਕਿਉਂਕਿ ਤੁਸੀਂ ਪ੍ਰੈਕਟੀਕਲ ਜਦੋਂ ਪਾਣੀ 'ਚ ਛਾਲ ਮਾਰੀ, ਤੁਸੀਂ ਡੁੱਬ ਜਾਣਾ। ਜਿੱਥੋਂ ਸਿੱਖਿਆ ਉਹਨੂੰ ਤਾਂ ਖੁਦ ਨਹੀਂ ਤੈਰਨਾ ਆਉਂਦਾ। ਇਸ ਕਰਕੇ ਬਾਣੀ ਕਹਿੰਦੀ ਜੇ ਕੱਚੇ ਵੀ ਹੈਗੇ, ਪੱਕੇ ਹੈਗੇ ਤੇ ਕੱਚੇ ਬਹੁਤ ਆ। ਕੱਚੇ ਕੀ ਕਰਦੇ ਆ ਕਿ ਪੱਕਿਆਂ ਦੇ ਕੱਪੜੇ ਉਹਨਾਂ ਦਾ ਵਰਗਾ ਰੂਪ ਧਾਰਨ ਕਰ ਲੈਂਦੇ ਆ। ਧਾਰਨ ਕਰ ਲੈਂਦੇ। ਫਿਰ ਬਾਣੀ ਕਹਿੰਦੀ ਹੈ ਸਤਿਗੁਰੂ, ਇੱਕ ਗੁਰੂ ਹੈਗਾ, ਇੱਕ ਸਤਿਗੁਰੂ। ਕਿਉਂ ਕਿਹਾ ਗਿਆ? ਕਿਉਂਕਿ ਉਹਨਾਂ ਕੋਲ ਹੋਰ ਆਪਸ਼ਨ ਨਹੀਂ ਹੈਗਾ। ਫਿਰ ਪ੍ਰੋਬਲਮ ਹੋ ਜਾਊਗੀ। ਬਾਣੀ 'ਚ ਲਿਖਿਆ ਨਾ ਕੱਚੀ ਬਾਣੀ ਹੈ, ਇਹ ਪੱਕੀ ਬਾਣੀ ਹੈ। ਕਿਉਂ ਲਿਖਣਾ ਪਿਆ? ਕਿਉਂਕਿ ਇਹਦਾ ਮਤਲਬ ਕਿ ਡੁਪਲੀਕੇਟ ਵੀ ਹੈਗਾ। ਹੁਣ ਤੁਸੀਂ ਵੇਖੋ, ਹੁਣ ਇੱਕ ਟੀ-ਸ਼ਰਟ ਹੈਗੀ ਹੈ, ਉਹ 1500-1600 ਦੀ ਹੈ। ਇੱਕ ਉਹੀ ਸੇਮ ਹੀ ਕਾਪੀ ਟੀ-ਸ਼ਰਟ ਤੁਹਾਨੂੰ 200-250 ਦੀ ਮਿਲਦੀ ਹੈ, ਪਰ ਕੁਆਲਿਟੀ ਦਾ ਤੇ ਫਰਕ ਹੈ ਨਾ। ਉਹ ਸਸਤੀ ਤੇ ਹੈਗੀ ਆ। ਉਹ ਜੇ 1500-1600 ਲੈਂਦੇ ਨੇ, ਘੱਟੋ ਘੱਟ ਜ਼ਿਆਦਾ ਨਹੀਂ ਤੇ ਤੁਹਾਨੂੰ 700-800 ਦੀ ਚੀਜ਼ ਤੇ ਦੇਣੀ ਦੇ ਨਾ। ਉਹ ਪ੍ਰੋਡਕਟ ਦੇ ਵਿੱਚ ਉਹ ਬ੍ਰਾਂਡ ਹੈਗਾ, ਜਾਂ ਉਹ ਜੋ ਵੀ ਉੱਥੇ ਕੰਮ ਕੀਤਾ ਗਿਆ, ਉਹ ਕੁਝ ਸਮਾਂ ਚੱਲੇਗੀ। ਤੇ ਜਿਹੜੀ ਨਕਲੀ ਆ ਉਹ ਨੈਚੁਰਲੀ ਉਹ ਨਾ ਸਰਵਾਈਵ ਨਹੀਂ ਕਰੇਗੀ, ਪਤਾ ਲੱਗ ਜਾਏਗਾ। ਸੋ ਇਹ ਚੀਜ਼ਾਂ ਹੈਗੀਆਂ। ਬਾਣੀ ਸਾਨੂੰ ਕਹਿੰਦੀ ਆ
ਇਹ ਆਪ ਤੈਰਦਾ ਹੈ, ਪਹਿਲਾਂ ਉਹ ਆਪਣੇ ਅੰਦਰ ਸੱਚਾਈ ਲੈ ਕੇ ਆਉਂਦਾ ਹੈ, ਬੋਲਣ ਤੋਂ ਪਹਿਲਾਂ ਤੋਲਦਾ ਹੈ। ਕਹਿੰਦੇ ਸ਼ਕਲ ਤੇ ਅਕਲ ਨਾ, ਇਹ ਦੋਨੋਂ ਅਲੱਗ ਚੀਜ਼ਾਂ ਨੇ। ਕਈਆਂ ਦੀਆਂ ਸ਼ਕਲਾਂ ਬੜੀਆਂ ਮਿਲਦੀਆਂ ਨੇ ਪਰ ਅਕਲ ਦਾ ਫਰਕ ਹੁੰਦਾ। ਬਾਣੀ ਇਹੋ ਕਹਿੰਦੀ ਹੈ ਕਿ ਭਈ ਸ਼ਕਲ ਤੇ ਅਕਲ ਦੋ ਅਲੱਗ ਚੀਜ਼ਾਂ ਨੇ। ਬੇਸ਼ੱਕ ਬੰਦਾ ਬਾਹਰੋਂ ਇੱਕ ਦੂਜੇ ਵਰਗਾ ਲੱਗਦਾ ਹੈ ਪਰ ਦੋਨਾਂ ਦੀ ਅਕਲ ਦੇ ਵਿੱਚ ਡਿਫਰੈਂਸ ਹੋ ਸਕਦਾ, ਹੁੰਦਾ ਹੀ ਹੈ ਅਕਲ 'ਚ ਫਰਕ। ਫਿਰ ਇਹ ਕਹਿੰਦੇ ਆ ਕਿ ਧੰਨ ਹੈ ਉਹਨਾਂ ਦੀ ਮਾਂ। ਕਿਉਂ ਧੰਨ ਆ? ਸਭ ਤੋਂ ਤੇ ਪਹਿਲਾਂ ਉਹਨੇ ਸੱਚ ਨੂੰ ਆਪਣੇ ਜੀਵਨ 'ਚ ਲਿਆਂਦਾ, ਆਪ ਸੱਚਾ ਹੋ ਗਿਆ, ਬੇਈਮਾਨੀ ਹੈ, ਇਮਾਨਦਾਰ ਬੰਦਾ ਹੈ, ਵਫਾਦਾਰ ਬੰਦਾ ਹੈ, ਉਹਦੇ ਤੋਂ ਸਾਨੂੰ ਕੋਈ ਖਤਰਾ ਨਹੀਂ, ਸਾਡਾ ਨੁਕਸਾਨ ਨਹੀਂ ਕਰ ਸਕਦਾ। ਤੇ ਫਿਰ ਕੀ ਹੁੰਦਾ? ਫਿਰ ਇਹ ਐਸਾ ਜੇ ਕਿ ਕਿਸੇ ਨੇ ਬੰਦਾ ਪੈਦਾ ਕਰ ਦਿੱਤਾ ਤੇ ਕਹਿੰਦੇ ਉਹਦੀ ਮਾਂ ਬਹੁਤ ਵਧੀਆ, ਧੰਨਤਾ ਦੇ ਯੋਗ ਹੈ। ਇੱਥੇ ਤਰਿਆ ਮਤਲਬ ਉਹ ਨਹੀਂ ਕਿ ਜਿਹੜਾ ਧਾਰਮਿਕ ਸਥਾਨ ਤੇ ਸਾਰਾ ਦਿਨ ਰਹਿੰਦਾ ਹੈ ਤੇ ਬੰਗਲੇ ਵਾਂਗੂ ਕੰਮ ਕਰਦਾ ਹੈ। ਇੱਥੇ ਉਹ ਧਨ ਨਹੀਂ ਆ, ਉਹ ਤੈਰਿਆ ਹੈ ਕਿ ਜਿੰਨੇ ਆਪਣੇ ਜੀਵਨ 'ਚ ਕੇਵਲ ਬਾਹਰੀ ਰੂਪ ਹੈ। ਹੁਣ ਮੈਨੂੰ ਤੁਸੀਂ ਦੇ ਦਿਓ ਰੁਪਈਆ 2-2.5 ਲੱਖ 5 ਲੱਖ ਦੇ ਦਿਓ, ਮਹਿੰਗੀਆਂ ਘੜੀਆਂ ਮੈਂ ਗੁੱਟ ਤੇ ਪਾ ਲੈਣਾ, ਉੱਥੋਂ ਵਧੀਆ ਕਿਰਾਏ ਤੇ ਗੱਡੀ ਲੈ ਆਉਣਾ, ਕੋਟ ਕੱਟ ਪਾ ਕੇ, ਬੂਟ ਬੜ ਪਾ ਕੇ, ਟਾਈ ਸ਼ਾਈ ਲਾ ਕੇ ਮੈਂ ਕਿਸੇ ਜਗ੍ਹਾ ਤੇ ਜਾਵਾਂਗਾ ਨਾ, ਮੇਰੇ ਪਹਿਰਾਵੇ ਨੂੰ ਵੇਖ ਕੇ ਲੋਕਾਂ ਨੇ ਮੈਨੂੰ ਕਹਿਣਾ ਕਿ ਕਾਫੀ ਰਿਚ ਬੰਦਾ ਹੈ। ਪਰ ਬਾਣੀ ਕਹਿੰਦੀ ਹੈ ਕਿ ਰਿਚ ਉਹ ਬੰਦਾ ਹੈ ਜਿਹੜਾ ਅੰਦਰੋਂ ਰਿਚ ਹੈ, ਜਿਹੜਾ ਅੰਦਰੋਂ ਅਮੀਰ ਹੈ। ਇਹ ਬੰਦੇ ਨੇ ਬਾਹਰੀ ਰੂਪ ਨੂੰ ਚੇਂਜ ਕੀਤਾ। ਹੁਣ ਕਈ ਲੋਕ ਤੁਹਾਨੂੰ ਮਿਲਣਗੇ ਬਾਹਰੋਂ, ਤੁਹਾਨੂੰ ਬੜੇ ਸੁਖੀ ਨਜ਼ਰ ਆਉਣਗੇ, ਉਹਨਾਂ ਦਾ ਜੀਵਨ ਵੇਖੋ ਬਹੁਤ ਦੁਖੀ ਹੁੰਦੇ ਨੇ, ਠੀਕ ਹੈ ਜੀ। ਉਹ ਪੈਸੇ ਦੇ ਨਾਲ ਸੰਸਾਰੀ ਸੁੱਖ ਜ਼ਰੂਰ ਪ੍ਰਾਪਤ ਕਰ ਸਕਦੇ ਆ ਪਰ ਅੰਦਰੂਨੀ ਜਿਹੜੇ ਮਨ ਦੇ ਦੁੱਖ ਨੇ ਉਹ ਉਸੇ ਤਰ੍ਹਾਂ ਹੀ ਉਹਨਾਂ ਦੇ ਜੀਵਨ 'ਚ ਹੁੰਦੇ ਨੇ। ਤੁਸੀਂ ਇਹ ਅਮੀਰ ਲੋਕਾਂ ਦਾ ਜੀਵਨ ਪੜ੍ਹ ਕੇ ਦੇਖਿਓ, ਉਹਨਾਂ ਨੂੰ ਮਿਲ ਕੇ ਆਓ ਪਲੀਜ਼, ਉਹਨਾਂ ਕੋਲ ਪੁੱਛੋ ਕਿ ਤੂੰ ਕੋਈ ਸੁਖੀ ਹੈ? ਉਹ ਕਹਿਣਗੇ ਕਾਫੀ ਦੁਖੀ ਹੈ। ਤੇ ਤੁਸੀਂ ਕਹੋਗੇ ਭਾਈ ਤੇਰੇ ਕੋਲ ਇੰਨੇ ਪੈਸੇ ਆ ਤੇ ਤੂੰ ਆਪਣੇ ਜਿਹੜੇ ਤੇਰੀਆਂ ਥੋੜੇ ਬਹੁਤੇ ਜੇ ਮਸਲੇ ਹੈਗੇ ਤੇ ਸਿੱਧੇ ਕਿਉਂ ਨਹੀਂ ਕਰ ਲੈਂਦਾ? ਉਹ ਕਹਿੰਦਾ ਕਿ ਭਾਈ ਇਹ ਪੈਸੇ ਨਾਲ ਮਸਲੇ ਹੱਲ ਨਹੀਂ ਹੋ ਸਕਦੇ, ਉਹ ਕਰਮ ਨੇ। ਪੈਸੇ ਨਾਲ ਤੁਸੀਂ ਸਾਰਾ ਕੁਝ ਥੋੜੀ ਕਰ ਸਕਦੇ। ਜਿੰਨਾ ਚਿਰ ਤੱਕ ਤੁਹਾਡੇ ਕੋਲ ਨਹੀਂ ਹੈਗੇ ਨਾ ਕਿ ਤੁਹਾਨੂੰ ਲੱਗਦਾ ਹੈ, ਪਰ ਜਦੋਂ ਤੁਹਾਨੂੰ ਮਿਲ ਗਿਆ ਨਾ ਫਿਰ ਤੁਸੀਂ ਖੁਦ ਮਹਿਸੂਸ ਕਰਨਾ ਹੈ ਕਿ ਇਹ ਉਸ ਕੰਮ ਲਈ ਸੈਟਲਮੈਂਟ ਨਹੀਂ ਹੈਗੀ ਇਹਦੇ 'ਚ, ਉਹ ਅਲੱਗ ਚੀਜ਼ ਹੈ, ਠੀਕ ਹੈ। ਪਲੀਜ਼ ਆਪ ਅੰਡਰਸਟੈਂਡ ਕਰੋ। ਫਿਰ ਅਗਲੇ ਬੰਨੇ ਕਹਿ ਰਹੇ ਨੇ ਕਿ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖਿਆ ਪਾਇਆ। ਦੇਖੋ ਇਹ ਜਿਹੜਾ ਗਿਆਨ ਹੈ, ਇਹ ਆਪਾਂ ਬਾਣੀ ਪੜ੍ਹਦੇ ਪਏ ਹਾਂ। ਪਹਿਲੀ ਗੱਲ ਤੇ ਪੜ੍ਹੀ ਤੇ ਆਪਾਂ ਸਾਰਿਆਂ ਨੇ ਬਹੁਤ ਆ, ਪਰ ਹੁਣ ਜੋ ਬਾਣੀ ਨੂੰ ਆਪਾਂ ਪੜ੍ਹ ਰਹੇ ਹਾਂ, ਇਹ ਬਾਣੀ ਸਾਨੂੰ ਜੋ ਗਾਈਡ ਕਰ ਰਹੀ ਹੈ, ਇਹ ਸਾਡੀ ਚੰਗੀ ਕਿਸਮਤ ਹੈ। ਇਹ ਕੋਈ ਸਾਡਾ ਕੋਈ ਪੁਰਾਤਨ ਸੰਸਕਾਰ ਆ, ਸਾਡੀ ਕੋਈ ਕੁਆਲੀਫਿਕੇਸ਼ਨ ਤੇ ਨਹੀਂ ਹੈਗੀ। ਜਸਟ ਸਾਡਾ ਕੋਈ ਪੁਰਾਣਾ ਕੋਈ ਪੂਰਵਜ ਕਰਮ ਆ, ਕੋਈ ਸਾਨੂੰ ਜਿਹੜਾ ਇਹ ਕਥਾ ਕਰੋ ਸੁਣਨ ਦੇ ਲਈ ਸਾਨੂੰ ਇੱਥੇ ਹਰ ਦਿਨ ਇੱਥੇ ਲਿਖ ਕੇ ਬੈਠਾ ਹੈ। ਅਦਰਵਾਈਜ਼ ਆਪਾਂ ਹੋਰ ਕੰਮ ਕਰ ਸਕਦੇ ਸਾਂ, ਤੁਸੀਂ ਵੀ ਕੋਈ ਡਾਲਰ ਕਮਾ ਸਕਦੇ ਸੀ, ਕੁਝ ਹੋਰ ਗੱਲਾਂ ਕਰ ਸਕਦੇ ਸੀ, ਹੋ ਸਕਦਾ ਦੁਕਾਨ 'ਚ ਬਹਿੰਦੇ ਉੱਥੇ ਤੁਹਾਨੂੰ ਕਮਾਈ ਆ ਜਾਂਦੀ। ਤੇ ਜੇਕਰ ਆਪ ਕਥਾ ਸੁਣਨ ਵਾਸਤੇ ਇੱਥੇ ਬੈਠੇ ਜੋ, ਹਰ ਦਿਨ ਗਿਆਨ ਪ੍ਰਾਪਤ ਕਰ ਰਹੇ ਜੋ, ਔਰ ਜੀਵਨ ਤੁਹਾਡਾ ਉੱਚਾ ਹੋ ਰਿਹਾ, ਉਚਾਈ ਆ ਰਹੀ ਹੈ, ਤੈਰਨਾ ਸਿੱਖ ਗਏ ਜੋ ਤੁਸੀਂ। ਸ਼ੁਰੂ 'ਚ ਇਹ ਕਿਉਂ ਮੁਸ਼ਕਲ ਜ਼ਰੂਰ ਆਉਂਦੀ ਹੈ ਬੰਦੇ ਨੂੰ, ਜਦੋਂ ਤੈਰਨਾ ਸਿਖਾਈਦਾ ਨਾ ਤੇ ਵਿਚਾਰਾ ਉਹਨੂੰ ਗੋਤੇ ਗਾਤੇ ਆਉਂਦੇ ਆ। ਉਹੀ ਜ਼ਿੰਦਗੀ ਹੈ। ਜਿੰਨਾ ਚਿਰ ਸਾਨੂੰ ਗੋਤੇ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਤੈਰਨਾ ਨਹੀਂ ਸਿੱਖ ਸਕਦੇ। ਕਿਤਾਬਾਂ 'ਚ ਕੋਈ ਗਿਆਨ ਨਹੀਂ ਹੈਗਾ ਤੈਰਨ ਬਾਰੇ। ਤੈਰਨ ਨਾਲ ਜਿਹਨੇ ਸਿੱਖਣਾ ਹੈ ਉਹਨੂੰ ਖੁਦ ਪਾਣੀ 'ਚ ਉਤਰਨਾ ਹੀ ਪਵੇ। ਫਿਰ ਆਪ ਤੈਰਦਾ, ਫਿਰ ਦੂਜਿਆਂ ਨੂੰ ਦੱਸਦਾ ਵੀ ਏਦਾਂ ਮੈਨੂੰ ਤੈਰਨਾ ਆ ਗਿਆ, ਮੈਂ ਸਿੱਖ ਲਿਆ। ਫਿਰ ਉਹ ਕਹਿੰਦੇ ਆ ਕਿ ਐਸਾ ਸਤਿਗੁਰ ਸੋਈ ਪਾਏ, ਉਹ ਪ੍ਰਮਾਤਮਾ ਦੀ ਕਿਰਪਾ ਹੈ ਜੀ, ਉਹਨੇ ਦਿੱਤਾ ਗਿਆਨ। ਤੇ ਇਹਦੀ ਜਗ੍ਹਾ ਆਪਾਂ ਹੋਰ ਟੀਵੀ ਵੀ ਵੇਖ ਸਕਦੇ ਸੀ, ਕਿ ਹੋਰ ਵੀ ਉਲਟੇ ਪੁਲਟੇ ਕੰਮ ਕਰ ਸਕਦੇ ਸੀ, ਪਰ ਜੇ ਭਗਤੀ ਮਿਲ ਰਹੀ ਹੈ ਤੇ ਉਹਦੀ ਕਿਰਪਾ ਹੈ। ਇਹ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਬਹਿ ਸਕਦੇ, ਨਾ ਤੇ ਮੈਂ ਮਰਜ਼ੀ ਨਾਲ ਇੱਥੇ ਕਥਾ ਕਰ ਸਕਦਾ। ਪਲੀਜ਼ ਆਪ ਅੰਡਰਸਟੈਂਡ ਕਰੋ, ਇਹ ਬੜੀ ਗੱਲ ਦੀ ਸੱਚਾਈ ਹੈ। ਜੇ ਤੁਹਾਨੂੰ ਇਹ ਗਿਆਨ ਪ੍ਰਾਪਤ ਹੋ ਰਿਹਾ ਨਾ ਤੇ ਇਹਦੀ ਰਹਿਮਤ ਹੈ। ਕਹਿੰਦਾ ਮਾਨੋ ਤੇ ਗੰਗਾ ਮਾਤਾ, ਮਾਨੋ ਤੇ ਬਹਿਤਾ ਪਾਣੀ। ਉਹਨੂੰ ਜੇ ਤੁਸੀਂ ਰਿਸਪੈਕਟ ਨਾ ਕਰੋ ਤੇ ਕਹੋਗੇ ਗੰਗਾ ਮਾਤਾ ਹੈ, ਇੱਕ ਨਦੀ, ਪਵਿੱਤਰ ਨਦੀ ਹੈ, ਤੇ ਨਹੀਂ ਮੰਨਦੇ ਤੇ ਤੁਸੀਂ ਕਹੋ ਕਿ ਪਾਣੀ ਹੈ। ਬਸ ਇਹ ਤੁਹਾਡੀ ਮਰਜ਼ੀ ਹੈ। ਜੇ ਇਹ ਤੁਹਾਨੂੰ ਕਥਾ ਨਸੀਬ ਹੋ ਰਹੀ ਹੈ, ਇਹ ਸਭ ਉਹਦੀ ਰਹਿਮਤ ਹੀ ਹੈ। ਉਹਦੀ ਰਹਿਮਤ ਤੋਂ ਬਿਨਾਂ ਨਹੀਂ ਹੋ ਸਕਦਾ, ਕਿ ਇਹ ਬ੍ਰਹਮ ਵਿਦਿਆ ਹੈ। ਬ੍ਰਹਮ ਵਿਦਿਆ ਦੀ ਕਥਾ ਏਡੀ ਚਕੋਟੀ ਦੀ ਕਥਾ ਹੈ ਤੇ ਚੱਲਦੀ ਨਹੀਂ। ਜੇ ਉਹ ਚੱਲ ਰਹੀ ਹੈ ਤੇ
ਇਹ ਸਮਝ ਲਓ ਸੱਚ ਹੀ ਪ੍ਰਗਟ ਹੋ ਰਿਹਾ। ਬਾਣੀ ਕਹਿੰਦੀ ਕਹਿੰਦੇ ਸੱਚੇ ਸੁਣਦੇ ਸੱਚੇ, ਉਹ ਸੱਚ ਹੋ ਜਾਂਦੇ ਨੇ, ਕਹਿਣ ਵਾਲੇ ਵੀ ਸੱਚ ਹੋ ਜਾਂਦੇ ਤੇ ਜਿਹੜੇ ਸੱਚ ਨੂੰ ਸੁਣਦੇ ਉਹ ਵੀ ਸੱਚ ਹੋ ਜਾਂਦੇ ਆ। ਸੱਚ ਕਿਤੇ ਮੁੱਢਲੀ ਚੀਜ਼ ਹੈ। ਇਹ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੀ ਨਜ਼ਰ ਮਾਰੋ ਆਪਣੇ ਜੀਵਨ 'ਚ ਕਿੱਦਾਂ ਪਵਿੱਤਰਤਾ ਆ ਰਹੀ ਹੈ, ਕਿਉਂਕਿ ਇਹ ਸੱਚ ਦੀ ਕਥਾ ਚੱਲ ਰਹੀ ਹੈ। ਪਰ ਜਦੋਂ ਸੱਚ ਕਥਾ ਕਰਦਾ ਹੈ ਉੱਥੇ ਮੈਂ ਸੁਣਦਾ ਤੇ ਨਾ ਤੁਸੀਂ ਸੁਣਦੇ, ਨਾ ਮੈਂ ਬੋਲਦਾ ਨਾ ਤੁਸੀਂ ਬੋਲਦੇ। ਇਹ ਬ੍ਰਾਹਮੀ ਬੋਲ ਰਿਹਾ ਤੇ ਬ੍ਰਾਹਮੀ ਸੁਣ ਰਿਹਾ। ਸਭ ਕੁਝ ਬ੍ਰਹਮ ਹੈ, ਬ੍ਰਹਮ ਤੋਂ ਇਲਾਵਾ ਕੁਝ ਨਹੀਂ ਹੈਗਾ। ਇਹ ਕਥਾ ਕਰਨ ਵਾਲਾ ਵੀ ਬ੍ਰਹਮ ਖੁਦ ਆ ਤੇ ਸੁਣਨ ਵਾਲਾ ਵੀ ਬ੍ਰਹਮ ਜੇ। ਇਹੋ ਹੀ ਉਹਦੀ ਲੀਲਾ ਹੈ, ਏਦਾਂ ਹੀ ਚਲਾਉਂਦਾ ਉਹ। ਤੁਸੀਂ ਪਿੱਛੇ ਤੁਰੇ ਜਾਓ। ਇਹ ਪ੍ਰਕਿਰਤੀ ਨੂੰ ਛੱਡ ਦੋ, ਆ ਮੈਨੂੰ ਛੱਡ ਦੋ, ਮਨ ਨੂੰ ਛੱਡ ਦੋ, ਮੇਰੇ ਚਿੱਤ ਨੂੰ ਛੱਡ ਦੋ, ਸਰੀਰ ਨੂੰ ਛੱਡ ਦੋ, ਤੇ ਅੱਗੇ ਕੀ ਹੈ? ਆਖਿਰ ਤੇ ਬ੍ਰਹਮ ਹੀ ਰਹਿ ਜਾਣਾ ਹੈ। ਜੀਵ ਤੋਂ ਅੱਗੇ ਸਭ ਕੁਝ ਖਤਮ ਹੋ ਜਾਊਗਾ, ਬਾਕੀ ਕੀ ਬਚਿਆ? ਬ੍ਰਹਮ ਆਇਆ ਆਖਿਰ ਚੋਂ ਬ੍ਰਹਮ। ਐੜੇ ਪੰਜ ਤੱਤ ਵੀ ਬ੍ਰਹਮ ਆ। ਇਹ ਆਖਰ ਤੇ ਜਦੋਂ ਲੀਨ ਹੋ ਜਾਂਦੇ ਬ੍ਰਹਮ ਦੇ ਅੰਦਰ, ਜਦੋਂ ਬ੍ਰਹਮ ਸੁਨ ਸਮਾਧੀ 'ਚ ਚੱਲ ਜਾਂਦਾ ਹੈ, ਸਮਾਧੀ ਲੀਨ ਹੋ ਜਾਂਦਾ ਹੈ, ਇਹ ਸਾਰੇ ਸੰਸਾਰ ਨੂੰ ਆਪਣੇ 'ਚ ਲੈ ਜਾਂਦਾ ਹੈ, ਤੇ ਫਿਰ ਬਾਕੀ ਕੀ ਰਹਿ ਗਿਆ? ਬ੍ਰਹਮ। ਇਹ ਜਿਹੜਾ ਦਿਖਾਈ ਦਿੰਦਾ ਇਹ ਵੀ ਉਹਦਾ ਹੀ ਰੂਪ ਆ, ਪਰ ਇਹ ਰੂਪ ਜਿਹੜਾ ਹੈ ਪਰਿਵਰਤਨਸ਼ੀਲ ਹੈ। ਪਰ ਕਿਹੜੀ ਚੀਜ਼ ਨਹੀਂ ਬਦਲਦੀ? ਤੁਰੀ ਅਵਸਥਾ ਨਹੀਂ ਬਿਲਕੁਲ ਬਦਲਦੀ। ਹਾਂਜੀ ਨਿੱਜਰ ਸਾਹਿਬ, ਮੇਰੇ ਅਗਲੇ ਬੰਨੇ ਲਾਸਟ ਤੁਕ ਮੈਂ ਬੋਲ ਰਿਹਾ ਜੀ। ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟ ਜਿਨ ਭਰਮ ਭੁਲਾਇਆ ਮਾਰਗ ਪਾਇਆ। ਬਿਲਕੁਲ। ਤੇ ਫੇਰ ਕਹਿੰਦੇ ਮੈਂ ਬਲਿਹਾਰੀ ਹਾਂ, ਮੈਂ ਸਦਕੇ ਜਾਣਾ। ਆਪਾਂ ਗੁਰੂਆਂ ਦੇ ਸਦਕੇ ਜਾਣਦੇ ਹਾਂ। ਉਹ ਚਾਰੇ ਸਾਨੂੰ ਲਿਖ ਕੇ ਦੇ ਗਏ, ਆਪ ਸਫਲ ਹੋਏ, ਸਾਨੂੰ ਵੀ ਲੈਂਡ ਮਾਰਕ ਸਾਨੂੰ ਸਾਰੇ ਪੂਰਨੇ ਪਾ ਕੇ ਗਏ ਨੇ ਕੀ ਅਸੀਂ ਕਰਨਾ ਕੀ ਨਹੀਂ ਕਰਨਾ। ਤੇ ਸਾਨੂੰ ਤੇ ਉਹਨਾਂ ਦਾ ਥੈਂਕ ਯੂ ਕਹਿਣਾ ਚਾਹੀਦਾ ਕਿ ਬੜੀ ਮਿਹਰਬਾਨੀ ਗੁਰੂ ਜੀ, ਤੁਸੀਂ ਸਾਨੂੰ ਗਿਆਨ ਕਰਾ ਗਏ ਜੋ। ਇਹ ਗਿਆਨ ਦੇ ਨਾਲ ਕੀ ਹੋਇਆ? ਮੇਰਾ ਜੀਵਨ ਉੱਚਾ ਹੋਇਆ। ਦੇਖੋ ਜੀਣਾ ਇੱਕ ਕਲਾ ਹੈ, ਸਾਰਿਆਂ ਨੂੰ ਨਹੀਂ ਆਉਂਦੀ। ਉਹ ਕਲਾ ਕੇਵਲ ਬ੍ਰਹਮ ਗਿਆਨੀ ਕੋ ਹੁੰਦੀ ਹੈ। ਬਾਕੀ ਤੇ ਬਸ ਜਿੰਦਾ ਹੀ ਆ। ਜੀਵਨਾ ਨਹੀਂ ਆਉਂਦਾ। ਜੀਵਨਾ ਤੇ ਤੁਹਾਨੂੰ ਉਦੋਂ ਆਉਣਾ ਹੈ ਜਦੋਂ ਤੁਹਾਡੇ ਜੀਵਨ 'ਚ ਸੱਚ ਆ ਗਿਆ। ਫਿਰ ਵੇਖੋ ਨਜ਼ਾਰਾ, ਬੜਾ ਜ਼ਬਰਦਸਤ ਜੀਵਨ ਹੈ। ਲੈਣਾ ਦੇਣਾ ਹੀ ਨਹੀਂ ਕੁਝ। ਕੌਣ ਵੇਂਦਾ ਕੌਣ ਨਹੀਂ ਵੇਂਦਾ, ਨਥਿੰਗ ਟੂ ਡੂ। ਕਿਹਨੂੰ ਇੰਪ੍ਰੈਸ ਕਰਨਾ? ਅੰਦਰ ਆਤਮਾ ਤੇ ਮਿਲ ਗਈ ਹੈ। ਉਦੋਂ ਫਿਰ ਹਉਮੈ ਤੋਂ ਮੁਕਤੀ ਮਿਲਦੀ ਹੈ। ਇਹ ਜਿਹੜੀ ਹਉਮੈ ਹੈ ਨਾ, ਹਉਮੈ ਦੀ ਮੁਕਤੀ ਉਹਨਾਂ 'ਚ ਨਹੀਂ ਮਿਲਣੀ। ਇਹ ਜਦੋਂ ਤੁਸੀਂ ਸਮੁੰਦਰ 'ਚ ਸਮਾ ਗਏ ਆਤਮਾ ਰੂਪੀ 'ਚ, ਉਸ ਤੋਂ ਬਾਅਦ ਤੁਹਾਨੂੰ ਛੁਟਕਾਰਾ ਮਿਲਣਾ ਹੈ ਐਸਾ ਗਿਆਨ ਤੋਂ, ਪਰਮ ਤੋਂ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ ਪਲੀਜ਼। ਆਪ ਕਹਿਣਾ ਚਾਹੁੰਦੇ ਕੁਝ? ਕਾਫੀ ਟਾਈਮ ਲੈ ਲਿਆ ਮੈਂ। ਨਹੀਂ ਬਿਲਕੁਲ ਵਧੀਆ ਜੀ, ਬਿਲਕੁਲ। ਮੈਂ ਨਾ ਉਹ ਕਰ ਰਿਹਾ ਜਿਹੜਾ ਕੰਮ ਕਰਨਾ ਸੀਗਾ। ਅੱਛਾ, ਤੁਸੀਂ ਕਹਿਤਾ ਤਾਂ ਤਾਈਓ ਫਿਰ ਮੈਂ ਲੰਮੀ ਕਥਾ ਹੀ ਕਰ ਗਿਆ। ਨਹੀਂ ਬਹੁਤ ਵਧੀਆ ਗੁਰਕੀ ਸਾਹਿਬ, ਬਹੁਤ ਵਧੀਆ। ਮਹਾਰਾਜ ਤਾਂ ਕਹਿੰਦੇ ਕਿ ਮੈਂ ਤਾਂ ਐਸੇ ਬ੍ਰਹਮ ਗਿਆਨੀਆਂ ਤੋਂ ਬਲਿਹਾਰ ਹਾਂ ਜਿਨ੍ਹਾਂ ਨੇ ਜਿਹੜਾ ਹੈਗਾ ਮੈਨੂੰ ਭਰਮ ਦੇ ਵਿੱਚ ਭੁੱਲੇ ਨੂੰ ਜਿਹੜਾ ਹੈਗਾ ਜਨਮਾਂ 'ਚੋਂ ਭਰਮ 'ਚ ਭਟਕ ਰਿਹਾ ਸੀਗਾ ਮੈਂ, ਤੇ ਮੈਨੂੰ ਭਰਮ ਭੁੱਲੇ ਨੂੰ ਮਾਰਗ ਦੇ ਵਿੱਚ ਪਾ ਦਿੱਤਾ। ਹੁਣ ਕਿਸ ਤਰ੍ਹਾਂ ਭਟਕ ਰਿਹਾ ਸੀ, ਕਿਸ ਤਰ੍ਹਾਂ ਜਿਹੜਾ ਹੈਗਾ ਉਹ ਅਗਲੀ ਜਿਹੜੀ ਹੈਗੀ ਆ, ਅਗਲਾ ਸ਼ਲੋਕ ਆ ਰਿਹਾ ਹੈ। ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉਂ ਦੇਖ ਦੀਪਕ ਪਤੰਗ ਪਚਾਇਆ। ਆ ਦੇਖੋ, ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਹੈਗੇ ਇਨਸਾਨ ਦੀ ਜੂਨ 'ਚ ਜਿਹੜੇ ਆਉਂਦੇ ਆ, ਇਹ ਮਾਇਆ ਤ੍ਰਿਗੁਣੀ ਮਾਇਆ ਇੰਨੀ ਚਮਕ ਦਮਕ ਵਾਲੀ ਹੈ, ਇੰਨੀ ਇਹਦੇ ਅੰਦਰ ਖਿੱਚ ਹੈਗੀ ਆ। ਜਿਵੇਂ ਪਤੰਗਾ ਜਿਹੜਾ ਦੀਵੇ ਦੇ ਉੱਤੇ ਜਿਹੜਾ ਹੈਗਾ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ, ਆਪਾਂ ਜਿਹੜੇ ਹੈਗੇ ਇਨਸਾਨ ਦੇ ਜਾਮੇ ਦੇ ਵਿੱਚ ਆਪਾਂ ਪਤੰਗੇ ਤੋਂ ਵੀ ਵੱਧ ਜਿਹੜੇ ਹੈਗੇ ਮਾਇਆ ਦੇ ਸਦਕੇ ਜਾਂਦੇ ਹਾਂ, ਔਰ ਮਾਇਆ ਤੋਂ ਆਪਣਾ ਜੀਵਨ ਕੁਰਬਾਨ ਕਰ ਦਿੰਦੇ। ਆ ਜੂਏ ਦੇ ਵਿੱਚ ਹਾਰ ਜਾਂਦੇ ਆਪਾਂ, ਬਿਲਕੁਲ ਪਤੰਗੇ ਤੋਂ ਵੀ ਅੱਗੇ ਵੱਧ ਕੇ ਆਪਣੇ ਆਪ ਨੂੰ ਸਾੜ ਦਿੱਤੇ। ਆਪਾਂ ਵੀ ਸੇਮ ਕੰਮ ਕਰ ਰਹੇ, ਕੁਝ ਵੀ ਨਹੀਂ ਕਰ ਰਹੇ ਹੋਰ ਇਸ ਤੋਂ ਇਲਾਵਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜੋ ਦੇਖ ਦੀਪਕੇ ਪਤੰਗ ਪਚਾਇਆ। ਦੀਪਕ ਨੂੰ ਦੇਖ ਕੇ ਪਤੰਗਾ ਜਿਵੇਂ ਪਚ ਜਾਂਦਾ ਹੈ, ਉਹ ਜਿਹੜਾ ਹੈਗਾ ਆਪਣੀ ਜਾਨ ਦੇ ਦਿੰਦਾ ਹੈ। ਉਸੇ ਤਰੀਕੇ ਦੇ ਨਾਲ ਇਹ ਤ੍ਰਿਗੁਣੀ ਮਾਇਆ ਨੂੰ ਦੇਖ ਕੇ ਜਿਹੜੇ ਹੈਗੇ ਸਾਰੇ ਇਨਸਾਨ ਜਿਹੜੇ ਭੁੱਲ ਜਾਂਦੇ ਆ, ਜਿਹੜੇ ਨਹੀਂ ਬ੍ਰਹਮ ਗਿਆਨ ਲੈਂਦੇ, ਜਿਹੜੇ ਨਹੀਂ ਧਿਆਨ ਸਿਮਰਨ ਕਰਦੇ। ਹੁਣ ਇਹਦੇ ਵਿੱਚ ਐਗਜ਼ਾਮਪਲ ਦੇ ਕੇ ਦੱਸ ਰਹੇ ਆ ਭਾਈ। ਸਭ ਤੋਂ ਪਹਿਲਾਂ ਫੜਿਆ ਉਹਨਾਂ ਨੇ ਕਥਾਵਾਚਕਾਂ ਨੂੰ, ਜਿਹੜੇ ਹੈਗੇ ਮੇਰੇ ਵਰਗੇ ਜਿਹੜੇ ਹੈਗੇ ਗਿਆਨ ਦਿੰਦੇ ਆ, ਦੂਜਿਆਂ ਨੂੰ ਜਿਹੜਾ ਹੈਗਾ ਭਣਤਾਈ ਕਰਦੇ ਆ। ਪੰਡਿਤ ਭੁੱਲ ਮਾਇਆ ਵੇਖੈ, ਦਿਖਾ ਕਿਨੇ ਕਿਹਾਣ ਚੜਾਇਆ। ਕਹਿੰਦੇ ਉਹਨਾਂ ਦੀ ਮਨਸ਼ਾ ਕੀ ਹੁੰਦੀ ਆ? ਪੰਡਤਾਂ ਦੀ, ਗਿਆਨੀਆਂ ਦੀ, ਉਹਨਾਂ ਨੂੰ ਗਿਆਨ ਦੇਣ ਦੀ ਕੋਈ ਮਨਸ਼ਾ ਨਹੀਂ ਹੈ। ਕੋਈ ਗਿਆਨ ਲਏ ਨਾ ਲਏ, ਕੋਈ ਤਰੇ ਜਾਂ ਕੋਈ ਨਰਕ 'ਚ ਜਾਏ, ਉਹਨਾਂ ਦੀ ਮਨਸ਼ਾ ਹੁੰਦੀ ਆ
ਵੀ ਦਿਖਾ ਪਾਏ ਕਿਨੇ ਕੀ ਚੜਾਇਆ। ਕੋਈ ਮੇਰੇ ਵਰਗਾ ਜਿਹੜਾ ਹੈ ਨਾ ਉੱਥੇ ਬੈਠਾ ਵਿੱਚ ਜਿਹੜਾ ਹੈਗਾ ਵੀ ਬੈਠਾ ਬੈਠਾ ਆਪਣੇ ਖੁਰਕ ਵੀ ਕਰਨ ਲੱਗੂਗਾ ਨਾ, ਕਹਿਣਗੇ ਵੀ ਹੁਣੇ ਜੇਬ ਚੋਂ ਡਾਲਰ ਕੱਢ ਕੇ ਚੜਾਊਗਾ ਭਾਈ। ਇਸ ਤਰ੍ਹਾਂ ਦੀ ਇਹਨਾਂ ਦੀ ਜਿਹੜੀ ਹੈਗੀ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜੇ ਹੈਗੇ ਆਲਰੇਡੀ ਜਿਹੜੇ ਹੈਗੇ ਬਣਾਏ ਹੁੰਦੇ ਇਹਨਾਂ ਨੇ, ਜਿਹੜੇ ਅੱਗੇ ਜਿਹੜੇ ਹੈਗੇ ਉਹ ਚੜਾਉਣ ਦੇ ਵਾਸਤੇ ਜਿਹੜੇ ਹੈਗੇ ਜਗ੍ਹਾ ਬਣਾਈ ਹੋਈ। ਅੱਜ ਕੱਲ੍ਹ ਤਾਂ ਪੂਰੀਆਂ ਇਹਨਾਂ ਨੇ ਉਹ ਵੀ ਬਣਾਤੇ ਆ, ਭਾਂਡੇ ਰੱਖਤੇ ਉੱਤੇ। ਪੰਡਿਤ ਭੁੱਲ ਭੁੱਲ ਮਾਇਆ ਵੇਖੇ ਦਿਖਾ ਕਿਨੇ ਕੇ ਆਣ ਚੜਾਇਆ, ਦੂਜੇ ਪਾਏ ਪੜ੍ਹੇ ਨਿਤ ਵਿਖਿਆ ਨਾਵੋਂ ਦਈ ਖੁਆਇਆ। ਕਹਿੰਦੇ ਉਹਨਾਂ ਦੇ ਅੰਦਰ ਪੜ੍ਹਾਈ ਉਹਨਾਂ ਦੀ ਕੀ ਹੈਗੀ, ਗਿਆਨ ਉਹਨਾਂ ਦਾ ਕੀ ਹੈਗਾ, ਭਾਵਨਾ ਕੀ ਹੈਗੀ। ਕਹਿੰਦੇ ਵਿਖਿਆ ਦੀ ਭਾਵਨਾ ਹੈਗੀ, ਇਹ ਮਾਇਆ ਦੀ ਹੈਗੀ ਆ, ਡੁਅਲਟੀ ਦੀ ਹੈਗੀ ਆ। ਤੇ ਪਰਮਾਤਮਾ ਨੇ ਜਿਹੜਾ ਹੈਗਾ ਦਈ ਕਹਿੰਦੇ ਪਰਮਾਤਮਾ ਉਹਨੇ ਜਿਹੜਾ ਹੈਗਾ ਨਾਮ ਤੋਂ ਜਿਹੜਾ ਹੈਗਾ ਉਹਨਾਂ ਨੂੰ ਧਿਆਨ ਤੋਂ ਉਹਨਾਂ ਨੂੰ ਜਿਹੜਾ ਹੈਗਾ ਨਾਮ ਧਨ ਜਿਹੜਾ ਹੈਗਾ ਉਸ ਤੋਂ ਉਹਨਾਂ ਨੂੰ ਪਾਸੇ ਕਰ ਦਿੱਤਾ। ਆਹੀ ਤਾਂ ਗੇਮ ਪਾਈ ਹੈ ਮਾਲਕ ਪਰਮਾਤਮਾ ਨੇ। ਪਾਸੇ ਕਰਨ ਵਾਸਤੇ ਤਾਂ ਉਹਨੇ ਮਾਲਕ ਨੇ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪਦਾਰਥ ਸਾਰੇ ਦੇ ਸਾਰੇ ਦੁਨੀਆ ਦੇ ਵਿੱਚ ਪਾਏ ਹੋਏ ਆ। ਇਹ ਵਿਖਿਆ ਤਾਂ ਹੀ ਤਾਂ ਪਾਈ ਹੋਈ ਹੈ। ਦੂਜੇ ਪਾਏ ਪੜ੍ਹੇ ਨਿਤ ਵਿਖਿਆ ਨਾਵੋਂ ਦਈ ਖੁਆਇਆ, ਜੋਗੀ ਹੁਣ ਦੂਸਰੀ ਕੈਟੇਗਰੀ ਲੈ ਲਈ, ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ। ਇਹ ਯੋਗ ਸਾਧਨਾ ਵਾਲੇ ਔਰ ਇਹ ਜੰਗਮ ਜਿਹੜੇ ਹੈਗੇ ਸ਼ਿਵ ਜੀ ਦੇ ਉਪਾਸਕ ਜਿਹੜੇ ਹੈਗੇ ਆ, ਹੋਰ ਸੰਨਿਆਸੀ ਲੋਕ ਜਿਹੜੇ ਹੈਗੇ ਸੰਨਿਆਸ ਲੈ ਲੈਂਦੇ ਆ, ਘਰ ਗ੍ਰਸਤੀ ਛੱਡ ਦਿੰਦੇ ਆ। ਕਹਿੰਦੇ ਉਹ ਤਾਂ ਬਿਲਕੁਲ ਭੁੱਲੇ ਆ ਪਾਏ। ਉਹਨਾਂ ਦੇ ਅੰਦਰ ਤਾਂ ਹੰਕਾਰ ਵੱਧ ਜਾਂਦਾ, ਉਹਨਾਂ ਦਾ ਕਾਮ ਵੀ ਵੱਧ ਜਾਂਦਾ ਹੈ, ਉਹਨਾਂ ਦਾ ਕ੍ਰੋਧ ਵੀ ਵੱਧ ਜਾਂਦਾ ਹੈ। ਉਹਨਾਂ ਦਾ ਫਿਰ ਜਿਹੜਾ ਹੈਗਾ ਉਹਨਾਂ ਨੂੰ ਖਾਣ ਨੂੰ ਮਿਲਦਾ ਨਹੀਂ ਹੈ। ਜਾ ਕੇ ਜਿਹੜੇ ਹੈਗੇ ਉਹ ਗ੍ਰਸਤੀਆਂ ਦੇ ਘਰ ਦੇ ਅੱਗੇ ਜਾ ਕੇ ਜਿਹੜਾ ਹੈਗੇ ਉਹ ਅੱਗੇ ਕਹਿੰਦੇ ਛਾਦਨ ਭੋਜਨ ਨਾ ਲਹੀਂ ਸੱਤ ਭੀਖਿਆ ਮਨ ਹਟ ਜਨਮ ਗਵਾਇਆ। ਕਹਿੰਦੇ ਜੋ ਵੀ ਛਾਦਨ ਕੱਪੜਾ ਤੇ ਖਾਣਾ ਖੂਣਾ ਜਿਹੜਾ ਹੈਗਾ ਵਿਚਾਰੇ ਗ੍ਰਸਤੀ ਦਿੰਦੇ ਆ ਉਹ ਤਾਂ ਲੈਂਦੇ ਨਹੀਂ ਆ। ਆਹ ਕੀ ਦੇ ਰਹੀ ਆ ਬੀਬੀ, ਆਹ ਤਾਂ ਜਿਹੜੇ ਹੈਗੇ ਚਿੜੀਆਂ ਨੂੰ ਵੀ ਨਹੀਂ ਇੰਨੇ ਦਾਣੇ ਦੇ ਤੂੰ ਦੇ ਕੀ ਰਹੀ ਆ ਕੌਲੀ ਦੇ ਵਿੱਚ ਮਾੜੇ ਜਿਹੇ ਦਾਣੇ। ਛਾਦਨ ਭੋਜਨ ਨਾ ਲਹੀਂ ਸੱਤ ਭੀਖਿਆ ਜਿਹੜਾ ਹੈਗਾ ਕਹਿੰਦੇ ਜਿਹੜੇ ਵਿਚਾਰੇ ਸ਼ਰਧਾ ਦੇ ਨਾਲ ਦੇ ਰਹੇ ਉਹ ਨਹੀਂ ਲੈਂਦੇ। ਛਾਦਨ ਭੋਜਨ ਨਾ ਲਹੀਂ ਸੱਤ ਭੀਖਿਆ ਮਨ ਹਟ ਜਨਮ ਗਵਾਇਆ। ਮਨ ਦੇ ਹਟ ਦੇ ਕਾਰਨ ਜਿਹੜੇ ਹੈਗੇ ਆਪਣਾ ਮਨੁੱਖੀ ਜੂਨ ਇਹ ਵੀ ਇਸ ਤਰ੍ਹਾਂ ਗਵਾ ਦਿੰਦੇ ਆ ਪਾਏ। ਹੁਣ ਪੰਡਤ ਵੀ ਲੈ ਲਏ, ਜੋਗੀ ਜੰਗਮ ਸੰਨਿਆਸੀ ਵੀ ਲੈ ਲਏ, ਹੁਣ ਬਚ ਗਏ ਗ੍ਰਸਤੀ। ਇਹ ਤਿੜਿਆਂ ਵਿੱਚੋਂ 100 ਜਨ ਸਮਝਾ ਜਿਨੇ ਗੁਰਮੁਖੇ ਨਾਮ ਤੇ ਆਇਆ। ਨਹੀਂ ਤਾਂ ਗ੍ਰਸਤੀ ਵੀ ਡੁਬਾਏ ਪਾਏ। ਕਹਿੰਦੇ ਇੰਨਿਆਂ ਦੇ ਵਿੱਚੋਂ ਸਾਰੇ ਮਨੁੱਖਤਾ ਦੇ ਵਿੱਚੋਂ ਉਹ ਇਨਸਾਨ ਸਮਝਦਾ ਕਹਿੰਦੇ ਆ। ਸਮਝਦਾ ਮਤਲਬ ਸਮਝਦਾਰ ਨਹੀਂ, ਸਮਝਦਾ ਮਤਲਬ ਸਮਾਧੀ ਲੀਨ ਹੁੰਦਾ ਆ। ਉਹ ਇਨਸਾਨ ਜਿਹੜਾ ਹੈਗਾ ਇਸ ਮਾਇਆ ਤੋਂ ਪਾਸੇ ਹੁੰਦਾ ਆ, ਇਸ ਮਾਇਆ ਦੀ ਜਿਹੜੀ ਖਿੱਚ ਤੋਂ ਬਚਦਾ ਆ। ਕਿਹੜਾ? ਜਿਹਨੇ ਗੁਰਮੁਖੇ ਨਾਮ ਤੇ ਆਇਆ, ਜਿਨ੍ਹਾਂ ਨੇ ਬ੍ਰਹਮ ਗਿਆਨ ਲੈ ਕੇ ਔਰ ਨਾਮ ਦਾ ਧਿਆਨ ਕੀਤਾ, ਨਾਮ ਦੇ ਵਾਸਤੇ ਆਪਣੇ ਸਵਾਸ ਲਗਾਏ, ਜਿਹਨੇ ਮਾਇਆ ਚੋਂ ਜਿਹੜਾ ਹੈਗਾ ਆਪਣੇ ਵਿਚਾਰਾਂ ਚੋਂ ਸਮਾਧੀ ਲੈ ਲਈ। ਇਹ ਤਿੜਿਆਂ ਵਿੱਚੋਂ 100 ਜਨ ਸਮਝਦਾ ਜਿਹਨੇ ਗੁਰਮੁਖੇ ਨਾਮ ਤੇ ਆਇਆ। ਜਨ ਨਾਨਕ ਕਿਸ ਨੂੰ ਆਖ ਸੁਣਾਈਏ ਜਾਂ ਕਰਦੇ ਸਭ ਕਰਾਇਆ। ਕਹਿੰਦੇ ਕਿਸ ਨੂੰ ਕਹੀਏ ਭਾਈ, ਇਹ ਕਰਵਾਉਣ ਵਾਲਾ ਮਾਲਕ ਪਤੰਦਰ ਪਰਮਾਤਮਾ ਹੈਗਾ। ਉਹਨੇ ਖੇਡ ਪਾਈ ਹੋਈ ਆ ਔਰ ਉਸ ਖੇਡ ਦੇ ਅਨੁਸਾਰ ਜਿਹੜਾ ਹੈਗਾ ਜੋ ਜਿਸ ਦੀ ਡਿਮਾਂਡ ਹੁੰਦੀ ਆ ਉਹ ਜਿਹੜਾ ਹੈਗਾ ਉਹ ਉਸ ਪਾਸੇ ਨੂੰ ਤੋਰ ਦਿੰਦਾ ਹੈ ਮਾਲਕ ਪਰਮਾਤਮਾ। ਗੇਮ ਤਾਂ ਸਾਰੀ ਦੀ ਸਾਰੀ ਮਾਲਕ ਨੇ ਪਾਈ ਆ। ਇਹ ਜਿਹੜੇ ਹੈਗੇ ਆ ਭੂਲ ਭੁਲਈਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੀ ਦੀ ਸਾਰੀ ਮਾਇਆ ਉਸ ਮਾਲਕ ਪਰਮਾਤਮਾ ਦੀ ਹੈਗੀ। ਕਹਿੰਦੇ ਸਾਰੇ ਜਿਹੜੇ ਹੈਗੇ ਜਿਸ ਤਰ੍ਹਾਂ ਮਾਲਕ ਨੇ ਜਿਹੜਾ ਹੈਗਾ ਇੰਨੀ ਜ਼ਬਰਦਸਤ ਜਿਹੜੀ ਆ ਮਾਇਆ ਬਣਾਈ ਆ, ਮਾਇਆ ਪਾਈ ਆ, ਤੇ ਕਹਿੰਦੇ ਆ ਭਟਕ ਰਹੇ ਆ। ਤੇ ਸਾਰੀ ਦੀ ਸਾਰੀ ਖੇਡ ਉਸ ਮਾਲਕ ਪਰਮਾਤਮਾ ਦੀ ਚੱਲ ਰਹੀ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਫਿਰ ਉਹਨਾਂ ਨੇ ਇਹਨਾਂ ਲੋਕਾਂ ਨੂੰ ਫੜਿਆ, ਕਹਿੰਦੇ ਤੇਰੇ ਗੁਣ ਮਾਇਆ ਵੇਖ ਭੂਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ। ਬਿਲਕੁਲ। ਹੁਣ ਦੇਖੋ ਇਹਨਾਂ ਦੇ ਔਗਣ ਨੇ, ਪਤੰਗੇ ਦੇ ਔਗਣ ਹੈ। ਉਹ ਵੇਖੋ ਆਸ਼ਕ ਹੋ ਜਾਂਦਾ ਹੈ ਲਾਈਟ ਦਾ, ਫਿਰ ਉਹ ਲਾਈਟ ਕੀ ਕਰਦੀ ਉਹਦੇ ਪਰ ਹੀ ਸਾੜ ਦਿੰਦੀ। ਹਾਥੀ ਵੇਖੋ ਆਸ਼ਕਿਆ ਕਾਮ ਦਾ,
ਉਹਨੂੰ ਫੜਨ ਦੇ ਲਈ ਨਕਲੀ ਹਥਣੀ ਬਣਾ ਕੇ ਉਹਨੂੰ ਫੜ ਲੈਂਦੇ। ਫਿਰ ਮਛਲੀ ਆ ਉਹ ਆਸ਼ਕ ਹੈਗੀ ਆ ਰਸ ਦੀ। ਇਹ ਸਭ ਭੋਗ ਨੇ। ਫਿਰ ਉਹਨਾਂ ਦੇ ਨਾਲ ਕੀ ਹੁੰਦਾ, ਉਹ ਫਸ ਜਾਂਦੇ। ਇਸੇ ਤਰ੍ਹਾਂ ਤੁਹਾਡੇ ਅੰਦਰ ਸਾਰਾ ਕੁਝ ਹੈਗਾ, ਤੁਸੀਂ ਦੇਖ ਲਓ ਤੁਸੀਂ ਕਿੱਥੇ ਫਸੇ ਹੋਏ ਜੋ। ਤੇ ਇਹ ਤੁਹਾਡੀ ਮਰਜ਼ੀ ਹੈ, ਕੋਈ ਜ਼ਬਰਦਸਤੀ ਨਹੀਂ। ਵੈਸੇ ਤੁਸੀਂ ਸਮਾਧੀ ਲਾ ਲਓ। ਸਮਾਧੀ ਦਾ ਮਤਲਬ ਕੀ ਹੈ, ਭੋਗਾਂ ਤੋਂ ਬਾਹਰ ਆ ਜਾਓ, ਗੇਮ ਚੋਂ ਬਾਹਰ ਆ ਕੇ ਬਹਿ ਜਾਓ। ਤੁਸੀਂ ਇੱਛਾ ਹੀ ਨਾ ਪ੍ਰਗਟ ਕਰੋ। ਹੁਣ ਮੱਛੀ ਨੂੰ ਫੜਨ ਵਾਸਤੇ ਉਹਨੇ ਹੁੱਕ ਛੁੱਟੀ ਆ, ਤੇ ਜਿਹੜੀ ਸਮਾਧੀ ਚ ਮੱਛੀ ਬੈਠੀ ਆ ਉਹ ਭੋਗ ਹੀ ਨਹੀਂ ਕਰਦੀ। ਬਿਲਕੁਲ। ਤੇ ਉਹਨੂੰ ਕਿੱਥੋਂ ਫੜ ਲੋਗੇ ਤੁਸੀਂ? ਉਹਨੂੰ ਬਹੁਤ ਔਖਾ ਹੈ ਫੜਨਾ। ਇਹੋ ਤੇ ਪ੍ਰਕਿਰਤੀ ਹੈ। ਤੁਹਾਨੂੰ ਫੜਨ ਦੇ ਲਈ ਅਗਲੇ ਨੇ ਸ਼ਿਕਾਰੀ ਨੇ ਉਹ ਜਾਲ ਪਾਇਆ। ਹੁਣ ਸਾਡੇ ਵਰਗੇ ਉਹ ਜਾਲਾ ਵੇਂਦੇ ਆ। ਮੈਨੂੰ ਦੱਸੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਜਿਹੜੇ ਜਾਲ ਪਏ ਹੋਣ, ਤੇ ਉੱਥੇ ਤੇ ਮੱਛੀਆਂ ਭੱਜ ਕੇ ਵੜਨਦੀਆਂ। ਉੱਥੇ ਜਾਲ ਦਿਖੇ ਸਹੀ, ਬੰਦਾ ਤੇ ਉੱਡਿਆ ਜਾਂਦਾ, ਪਰ ਉਹ ਕਹਿੰਦੇ ਨਹੀਂ ਸਹੀ, ਤੂੰ ਫਸ ਜਾਣਾ ਉੱਥੇ। ਠੀਕ ਹੈ ਜੀ। ਹੁਣ ਜਦੋਂ ਬੰਦਾ ਫਸ ਜਾਂਦਾ, ਕਿਤੇ ਮੱਕੜੀ ਦੇ ਜਾਲ ਚ ਵੇਖਿਆ ਉਹ ਕੀੜਿਆਂ ਨੂੰ ਕਿੱਦਾਂ ਫਸਾਉਂਦੇ ਅਗਲੇ। ਮੁੜ ਕੇ ਫਿਰ ਕਰਦੀ ਮੱਕੜੀ ਬਹੁਤ ਤੇਜ਼ ਹੁੰਦੀ ਹੈ। ਉਹ ਜਦੋਂ ਵਹਿੰਦੀ ਹੈ ਕਿ ਕੀੜਾ ਫਸ ਗਿਆ, ਤੇ ਜਾਂਦੀ ਹੈ ਤੇ ਉਹਦੇ ਪੈਰਾਂ ਤੇ ਹੋਰ ਜਾਲਾ ਲਾ ਦਿੰਦੀ ਹੈ। ਇਸੇ ਤਰ੍ਹਾਂ ਕ੍ਰੋਧ ਜੀ ਤੁਸੀਂ ਫਸ ਗਏ ਤੇ ਕ੍ਰੋਧ ਨੇ ਤੁਹਾਡੇ ਨਾਲ ਹੋਰ ਚਿੰਬੜਦਾ ਜਾਣਾ। ਮੱਕੜੀ ਦੇ ਜਾਲ ਵਾਂਗੂ ਤੁਸੀਂ ਜਿੰਨਾ ਹਿੱਲੇ ਨਾ, ਤੁਸੀਂ ਓਨੀਆਂ ਲੱਤਾਂ ਤੁਹਾਡੀਆਂ ਫੈਲ ਜਾਣੀਆਂ। ਲੋਭ ਦਾ ਜਾਲ, ਤੁਸੀਂ ਲੋਭ ਦੇ ਚ ਫਸੋ। ਨਜ਼ਰ ਸਾਹਿਬ ਜਾਲਾ ਕਿੱਡਾ ਮਜ਼ਬੂਤ ਹੋ ਜਾਂਦਾ, ਮੁੜ ਕੇ ਉੱਥੋਂ ਬੰਦਾ ਨਿਕਲ ਹੀ ਨਹੀਂ ਸਕਦਾ। ਨਾ, ਬਿਲਕੁਲ ਨਹੀਂ। ਇੱਕ ਵਾਰੀ ਜਿਹੜਾ ਹੈਗਾ ਸ਼ੁਰੂ ਕਰ ਦੋ, ਬਸ ਇੱਕ ਵਾਰੀ ਜ਼ੁਬਾਨ ਨੂੰ ਮਿੱਠੇ ਦਾ ਰਸ ਚਕਾ ਦੋ ਤੇ ਕਹੋਗੇ ਸਾਰਾ ਡੱਬਾ ਹੀ ਖਾਲੀ ਕਰਕੇ ਸਾਹ ਲੈਣਾ। ਹੁਣ ਆਹੋ, ਤੁਸੀਂ ਫਰਿੱਜ 'ਚ ਆਪਣੇ ਕੋਈ ਚੀਜ਼ ਰੱਖੋ, ਮੁੜ ਕੇ ਕਹੋਗੇ ਇਹ ਚੀਜ਼ ਮੈਂ ਖਾਣੀ ਨਹੀਂ ਆ। ਵੇਖੋ ਫਿਰ ਤਮਾਸ਼ਾ, ਤੁਹਾਡੇ ਸਰੀਰ ਨੇ ਰੌਲਾ ਪਾਉਣਾ। ਤੁਸੀਂ ਬਾਰ-ਬਾਰ ਫਰਿੱਜ ਦੇ ਲਾਗੇ ਭੱਜਣਾ ਜਦ ਤੱਕ ਉੱਥੇ ਉਹ ਚੀਜ਼ ਖਤਮ ਨਹੀਂ ਹੋ ਜਾਂਦੀ। ਮੈਂ ਨਾ ਨਿੱਜਰ ਸਾਹਿਬ ਦਾ ਡੱਬਾ ਚਾਕਲੇਟ ਦਾ ਲੈ ਲਿਆ ਜਹਾਜ਼ ਤੇ, ਬੜੀ ਪੁਰਾਣੀ ਗੱਲ ਆ। ਰਾਤ ਨੂੰ 2-3 ਚਾਕਲੇਟਾਂ ਖਾਣੀਆਂ। ਫਿਰ ਇੱਕ ਦਿਨ ਮੈਂ ਹਰ ਕੇ ਵਾਂਢੀ ਦਿੱਤੀਆਂ। ਮੈਂ ਛੱਡੋ ਖੜਾ, ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ। ਫਿਰ ਮਨ ਨੂੰ ਸ਼ਾਂਤੀ ਹੈਗੀ, ਹੁਣ ਤੇ ਹੈ ਹੀ ਨਹੀਂ, ਖਾਣੀਆਂ ਕਿੱਥੋਂ। ਸੋ ਏਦਾਂ ਦਾ ਮਨ ਹੈ, ਮਨ ਬਹੁਤ ਚਲਾਕ ਹੈ। ਹੁਣ ਦੇਖੋ, ਅੱਜ ਨਾ ਮੈਂ ਮਾਤਾ ਨਾਲ ਵਿਚਾਰ ਕਰਦਿਆਂ ਸਾਂ, ਕਈ ਲੋਕ ਘਰ ਬਾਰ ਛੱਡ ਕੇ ਤੇ ਗੁਰਦੁਆਰਿਆਂ 'ਚ ਚੱਲ ਜਾਂਦੇ, ਮੰਦਿਰਾਂ 'ਚ ਚੱਲ ਜਾਂਦੇ, ਡੇਰਿਆਂ ਤੇ ਚੱਲ ਜਾਂਦੇ ਆ। ਉੱਥੇ ਵੇਖੋ ਜਦੋਂ ਤੋਂ ਜਵਾਨ ਹੁੰਦੇ ਨਾ ਤੇ ਉਹਨਾਂ ਨੂੰ ਰੱਖਦੇ ਹੋ, ਪਰ ਜਦੋਂ ਥੋੜੇ ਜਿਹੇ ਬੁੱਢੇ ਹੁੰਦੇ ਨਾ, ਉਹਨਾਂ ਨੂੰ ਕਹਿੰਦੇ ਚਲੋ ਹੁਣ ਘਰ ਚੱਲੋ, ਕਿਉਂਕਿ ਖਰਚੇ ਦਾ ਕੰਮ ਆ ਗਿਆ ਨਾ। ਹੁਣ ਇਹ ਲੋੜ ਦੀ, ਹੁਣ ਕੰਮ ਦੀ ਚੀਜ਼ ਨਹੀਂ ਹੈਗੀ। ਇੱਥੇ ਸਾਡੇ ਲਾਗੇ ਕਮਾਈ ਹੁੰਦੀ ਸੀ, ਮੈਂ ਨਾਂ ਨਹੀਂ ਲਵਾਂਗਾ, ਕਿੱਥੇ ਸੇਵਾ ਕਰਦੀ ਸੀ। ਪੈਲੀ ਪੁੜੀ ਸੀ 4-5 ਕਿੱਲੇ, ਉਹ ਸਾਰੀ ਉੱਥੇ ਮੰਦਰ ਦੇ ਨਾਂ ਦੇ, ਗੁਰਦੁਆਰੇ ਦੇ ਨਾਂ ਦੇ ਲਾਤੀ ਉਹਨੇ। ਸ਼ੀ ਡਿਜ਼ਰਵ ਬੈਟਰ। ਜੇ ਸਿਆਣੀ ਹੁੰਦੀ ਤੇ ਉੱਥੋਂ ਕੋਈ ਅਨਾਥ ਆਸ਼ਰਮ ਤੋਂ ਬੱਚਾ ਲੈ ਆਉਂਦੀ ਤੇ ਆਪਣਾ ਘਰ ਵਧੀਆ ਚੱਲਦਾ ਸੀ ਉਹਦਾ। ਪਰ ਉਹਨੇ ਪਤਾ ਨਹੀਂ ਉਹਨੂੰ ਕਿਹਨੇ ਮੱਤ ਦੇਤੀ। ਉਹ ਇੱਥੇ ਗਾਜਾ ਕੀ ਕਹਿੰਦੇ, ਜਾਗਾ ਕਰਦੀ ਸੀ। ਨਿੱਜਰ ਸਾਹਿਬ, ਜਿਹੜੀ ਲੋਕਾਂ ਘਰ ਦੁੱਧ ਨਹੀਂ ਮੰਗਣ ਜਾਂਦੇ ਆਪਾਂ, ਜਾਗਾ ਕਹਿੰਦੇ ਇਹਨੂੰ? ਨਹੀਂ, ਮੈਨੂੰ ਪਤਾ ਨਹੀਂ ਇਹਦੇ ਬਾਰੇ। ਅੱਜ ਜਾਗਾ ਹੀ ਕਹਿੰਦੇ ਨੇ ਵੈਸੇ। ਗਜਾ ਨਾ ਹੀ ਭੁੱਲ ਗਿਆ ਮੈਂ। ਹਾਂ, ਗਜਾ ਕਰਨ ਜਾਂਦੀ ਸੀ ਤੇ ਉਹ ਠੀਕ ਸੀ, ਕਰ ਗਈ। ਫਿਰ ਉਹ ਤੁਹਾਨੂੰ ਪਤਾ ਹੀ ਹੈ, ਐਸ ਸੰਸਾਰ ਹੈ, ਇੱਥੇ ਘਰ ਦੇ ਨਹੀਂ ਪਛਾਣਦੇ ਤੇ ਬਾਬੇ ਨੇ ਕਿਤੇ ਪਛਾਣਾ ਹੈ। ਤੇ ਸੋ ਏਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਹੁਣ ਵੀ ਅੱਜ ਮੈਨੂੰ ਪਤਾ ਲੱਗਾ ਇੱਥੇ ਤਰਨਤਾਰਨ ਨੇ ਇੱਕ ਧਾਰਮਿਕ ਸਥਾਨ ਆ, ਕੋਈ ਜਗ੍ਹਾ ਜੁਗਾ ਹੈਗੀ ਸੀ, ਉੱਥੇ 10-15 ਕਿੱਲੇ ਜ਼ਮੀਨ ਹੈ। ਇਹ ਬਾਬੇ ਆਪਣੇ ਅੰਮ੍ਰਿਤਸਰ ਵਾਲੇ ਪਹੁੰਚ ਗਏ, ਉੱਥੇ ਕਬਜ਼ਾ ਕਰ ਲਿਆ। ਇਹ ਕੀ ਆ? ਮੋਹ, ਲੋਭ। ਇੱਥੇ ਲਾਗੇ ਸਾਡੇ ਇੱਕ ਹੋਰ ਸਕੂਲ ਹੈ, ਇੱਥੇ ਗੰਦਿਆਂ ਲਾਗੇ। ਮੈਂ ਇੱਥੇ ਪਤਾ ਲੱਗਾ ਕਿ ਪਹਿਲਾਂ ਉਹਨਾਂ ਗੁਰਦੁਆਰੇ ਕਬਜ਼ਾ ਕੀਤਾ। ਬਾਬੇ ਜੀ 300-400 ਚੱਲ ਜਾਂਦੇ ਨੇ ਨਿੱਜਰ ਸਾਹਿਬ, ਤੇ ਉੱਥੇ ਉਹ ਕਬਜ਼ਾ ਕਰ ਲੈਂਦੇ। ਆਪ ਜਸਟ ਦੇਖੋ, ਇੰਨਾ ਕੁਝ ਚੜਦਾ ਹੈ, ਹਜੇ ਵੀ ਲੋਭ ਨਹੀਂ ਖਤਮ ਹੋਣ ਦਿਆ। ਇਹ ਬਾਣੀ ਫਿਰ ਜੇ ਲੋਭ ਖਤਮ ਹੋ ਜਾਏ ਤੇ ਬਾਣੀ ਝੂਠੀ ਹੈ, ਪਰ ਨਹੀਂ, ਬਾਣੀ ਸੱਚੀ ਹੈ। ਕਿੰਨਾ ਕੁਝ ਮਿਲਿਆ। ਤੇ ਉੱਥੇ ਜਿਹੜੇ ਲੋਕ ਏਦਾਂ ਦੀ ਬਿਰਤੀ ਵਾਲੇ ਬੈਠੇ ਨੇ, ਪਰ ਉਹ ਨਹੀਂ ਸੋਚਦੇ ਕਿ ਤੁਹਾਡੀ ਰੈਪੂਟੇਸ਼ਨ ਖਰਾਬ ਹੋ ਰਹੀ ਹੈ। ਤੁਸੀਂ ਐਸੀਆਂ ਘਟੀਆਂ ਹਰਕਤਾਂ ਕਰ ਰਹੇ ਜੋ ਨਿੱਜਰ ਸਾਹਿਬ, ਇਟ ਇਜ਼ ਵੈਰੀ ਬੈਡ। ਬਿਲਕੁਲ ਬਿਲਕੁਲ। ਕਿਉਂਕਿ ਤੁਹਾਡਾ ਚਰਿੱਤਰ ਹੈ, ਉਹ ਚਰਿੱਤਰ ਤੇ ਦਾਗ ਲੱਗ ਰਹੇ ਨੇ, ਔਰ ਤੁਹਾਨੂੰ ਨਹੀਂ ਦਿਖ ਰਿਹਾ ਕਿਉਂਕਿ ਤੁਸੀਂ ਲੋਭ ਦੇ ਵਿੱਚ ਆ ਗਏ। ਹੁਣ ਤੁਸੀਂ ਤਾਂ ਸਕੂਲ ਵੀ ਚੱਕ ਲਿਆ, ਤੁਸੀਂ ਉਹ 10-15 ਕਿੱਲੇ ਪਹਿਲੀ ਵੀ ਚੱਕ ਲਈ, ਠੀਕ ਹੈ, ਕੁਝ ਹੋਊਗੀ, ਪੈਸਿਆਂ ਦੀ ਹੋਊਗੀ ਉਹ, ਬਟ ਤੁਹਾਨੂੰ ਪਤਾ ਨਾਮ ਨਹੀਂ ਨਾ ਖਰਾਬ ਹੁੰਦਾ, ਨਾਮ ਖਰਾਬ ਹੁੰਦਾ ਉਹਦੇ ਨਾਲ। ਲੋਕੀ ਨਫ਼ਰਤ ਕਰਨਗੇ ਤੁਹਾਨੂੰ, ਲੋਕ ਲਾਈਕ ਨਹੀਂ ਕਰਦੇ ਕਿ ਇਹ ਕਿਉਂ ਏਦਾਂ ਕੀਤਾ,
ਠੀਕ ਹੈ ਪਲੀਜ਼ ਇਹ ਚੀਜ਼ਾਂ ਦੇਖੋ। ਇਹ ਜੋ ਲੋਕ ਹੈ ਜਿਹੜੇ ਆਪ ਵਿਚਾਰੇ ਮੱਕੜੀ ਦੇ ਜਾਲ 'ਚ ਫਸੇ ਨੇ, ਉਹਨਾਂ ਨੂੰ ਤੁਹਾਨੂੰ ਕਿੱਥੇ ਰਾਹ ਵਿਖਾਉਣਾ, ਉਹ ਤੇ ਖੁਦ ਫਸੇ ਪਏ ਨੇ। ਇਸ ਲਈ ਕਹਿੰਦੇ ਕਿ 3 ਗੁਣ ਮਾਇਆ, 3 ਗੁਣਾਂ ਦੀ ਮਾਇਆ ਹੈ। ਉਹਦੇ ਵੇਖ ਕੇ ਬੰਦਾ ਭੁੱਲ ਜਾਂਦਾ ਹੈ ਤੇ ਫਿਰ ਦੀਪਕ ਪਤੰਗੇ ਵਾਂਗੂ ਉੱਥੇ ਫਸ ਜਾਂਦਾ, ਸੜ ਜਾਂਦਾ, ਬਸ ਜੀਵਨ ਸੜ ਗਿਆ ਮਨੁੱਖੀ ਜੀਵਨ। ਹਾਂ, ਇਹ ਲੋਕ ਆਪਣਾ ਜੀਵਨ ਸਾੜੀ ਜਾ ਰਹੇ, ਇਹਨਾਂ ਨੂੰ ਪਤਾ ਥੋੜੀ ਲੱਗਣ ਦਿਆ ਬਿਲਕੁਲ ਕਿ ਕੀ ਕਰਨਾ ਹੈ। ਸਿਰ 'ਚ ਮਾਰਨੀ ਹੈ ਪੈੜੀ, ਤੁਸੀਂ ਪੈੜੀ ਕਿੱਥੇ ਰਹਿ ਜਾਣੀ ਹੈ। ਪਰ ਉਹ ਨਹੀਂ, ਉਹ ਅੱਖਾਂ ਤੇ ਉਹ ਦੇਖ ਹੀ ਨਹੀਂ ਪਾ ਰਹੇ। ਕੀਤਾ ਹੁਣ ਕਿੱਦਾਂ ਦਾ ਅੰਨ ਖਾ ਰਹੇ ਆ ਜਿਹੜੀ ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਰਹੀ ਹੈ। ਔਰ ਵੇਖੋ ਇਹ ਉਲਟੇ ਪੁਲਟੇ ਕੰਮ ਕਰ ਰਹੇ ਨੇ। ਪਰ ਐਂਡ ਆਫ ਦਾ ਡੇ ਇੱਕ ਸਮਾਂ ਆਊਗਾ, ਇਹ ਵੈਰੀ ਬੈਡ ਹੈ। ਇਹ ਚੀਜ਼ ਨੇ ਤੁਹਾਨੂੰ ਵਾਪਸ ਆਉਣਾ ਹੈ, ਠੀਕ ਹੈ। ਇਹ ਮਾੜੀ ਚੀਜ਼ਾਂ ਨੇ, ਠੀਕ ਹੈ। ਫਿਰ ਅਗਲੇ ਬੰਨੇ ਬਾਣੀ ਫਿਰ ਪੰਡਤ ਨੂੰ ਫੜ ਲਿਆ, ਕਹਿੰਦੀ ਪੰਡਤ ਭੂਲ ਭੂਲ ਮਾਇਆ ਵੇਖ ਦਿਖਾ ਕਿਨੇ ਕੇ ਆਣ ਚੜਾਇਆ। ਪੰਡਤ ਭੂਲ ਭੁਲ ਮਾਇਆ ਵੇਖੇ ਦਿਖਾ ਕਿਨੇ ਕੇ ਆਣ ਚੜਾਇਆ। ਕਹਿੰਦੇ ਬਾਰ ਬਾਰ ਦੇਖਦੇ ਆ ਭਾਈ ਵੀ ਕਿਸੇ ਨੇ ਕੀ ਚੜਾਇਆ, ਕੀ ਲਿਆ ਕੇ ਚੜਾਇਆ ਭਾਈ, ਕਿਸੇ ਨੇ ਕੀ ਦਿੱਤਾ ਹੈ। ਹੁਣ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਕਿ ਬੜੇ ਬ੍ਰਹਮ ਗਿਆਨੀ ਹੈ। ਤੇ ਉਹ ਬ੍ਰਹਮ ਗਿਆਨੀ ਕਿੱਥੇ ਤੁਸੀਂ ਮੰਨਦੇ ਜੋ? ਤੁਹਾਨੂੰ ਤੇ ਬਸ ਉਹ ਹੋਣਾ, ਉਹ ਜਗ੍ਹਾ ਚਾਹੀਦੀ ਹੈ, ਉੱਥੇ ਸੋਰਸ ਆਫ ਇਨਕਮ। ਗੁਰੂ ਨਾਨਕ ਪਾਤਸ਼ਾਹ ਦਾ ਮੈਸੇਜ ਤੇ ਕਨਵੇ ਨਹੀਂ ਕਰ ਸਕੇ ਕਿਉਂਕਿ ਲਾਈਫ ਸੀ, ਉਹ ਤੁਹਾਡਾ ਜੀਵਨ ਸੀ। ਤੇ ਤੁਹਾਡਾ ਜ਼ਮੀਨ ਜੀਵਨ ਤੇ ਹੁਣ ਹੈਗਾ ਵੀ ਕਿਤੇ ਪ੍ਰਾਪਰਟੀ ਹੈਗੀ ਚੁੱਕ ਲਈ ਹੈਗੀ ਹੈ, ਕਿਤੇ ਗੁਰਦੁਆਰਾ ਮਿਲਦਾ ਉਹ ਚੁੱਕ ਲਈ ਹੈਗੀ, ਸਭ ਕਬਜ਼ਾ ਕਰ ਲਈਏ, ਅਸੀਂ ਹੋਈਏ ਤੇ ਉੱਥੇ ਤੇ ਗੜਬੜ ਹੋ ਗਈ। ਸੋ ਪਲੀਜ਼ ਆਪ ਅੰਡਰਸਟੈਂਡ ਕਰੋ, ਇਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਹਾਂ ਹਾਂਜੀ ਵੀ ਜੀ, ਵਾਹਿ ਖਾਲਸਾ ਜੀ ਫਤਿਹ ਜੀ। ਅੱਜ ਦੀ ਗੱਲ ਸੁਣੋ ਜੀ, ਬ੍ਰਦਰ ਦਾ ਹੋਇਆ ਆਪਣਾ ਆਪਰੇਸ਼ਨ ਮੇਰੇ ਦਾ, ਤੇ ਸਾਹਮਣੇ ਉਹਨਾਂ ਦੇ ਮਰੀਜ਼ ਸੀਗੇ ਤੇ ਤੁਹਾਨੂੰ ਗੱਲ ਦੱਸਣ ਲੱਗੇ ਬੰਦੇ ਦੇ ਦਿਮਾਗ ਦੀ। ਕਿਸੇ ਨੇ ਲੱਖ ਰੁਪਇਆ ਲੈਣਾ ਸੀਗਾ ਜੀ ਉਸ ਬੰਦੇ ਤੋਂ। ਹੈਲੋ, ਹਾਂਜੀ ਹਾਂਜੀ। ਤੇ ਉਹ ਕਹਿੰਦਾ ਮੈਂ ਲੱਖ ਰੁਪਏ ਦਿੰਦਾ, ਜਿਹੜਾ ਮਰਜ਼ੀ ਜ਼ੋਰ ਲਾ ਲਓ। ਉਸ ਬੰਦੇ ਦੇ ਦੰਦ ਕੱਢਤੇ ਹੀ ਤੇ ਉਹ ਜਾ ਕੇ ਉਹਨੇ ਰੱਤ ਲਿਖਾਤੀ, ਆਪਣਾ ਇੱਕ ਦਾਖਲ ਹੋ ਗਿਆ ਹਸਪਤਾਲ 'ਚ ਜਾ ਕੇ ਸਰਕਾਰੀ 'ਚ। ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰੇ ਤੇ 26 ਦਾ ਪਰਚਾ ਹੋਊਗਾ। ਤੂੰ ਦੇਖ ਲਓ ਵੀ ਹੁਣ ਕਹਿੰਦਾ 2.5 ਲੱਖ ਰੁਪਏ ਲੈ ਲਓ ਤੇ ਮੇਰਾ ਉਹ ਹੱਲ ਕਰ ਦੋ। ਦੇਖ ਲਓ ਬੰਦੇ ਦੀ ਦਿਮਾਗ। ਹਾਂ, ਬੰਦਾ ਏਦਾਂ ਹੀ ਕਰਦਾ ਜੀ। ਬੰਦਾ ਦੇਖ ਲਓ, ਹਾਂ ਕਿੱਥੇ ਤਾਂ ਰਜਾਮੰਦੀ ਜਿਹੜਾ ਲੱਖ ਰੁਪਏ ਦੇਣਾ ਦੇ ਦਿੰਦੇ, ਤੇ ਕਿੱਥੇ ਦੇਖ ਲਓ ਹਿਸਾਬ ਲਾ ਲਓ ਵੀ ਹੁਣ ਕਹਿੰਦੇ ਜਿੰਨੇ ਪੈਸੇ ਬਣਦੇ ਲੈ ਲਓ, ਕਹਿੰਦੇ ਉਦੋਂ ਵੱਧ ਦੇਵਾਂਗੇ। ਹਾਂ, ਉਹ ਬੰਦਾ ਏਦਾਂ ਹੀ ਕਰਦਾ। ਬੰਦਾ ਜਦੋਂ ਹਉਮੈ ਹੁੰਦਾ ਉਹਨੂੰ ਜਿਹੜੇ ਚੁੱਕਣ ਵਾਲੇ ਹੁੰਦੇ ਨਾ, ਤੁਹਾਨੂੰ ਜ਼ਿਆਦਾਤਰ ਉਹੀ ਨਹੀਂ ਬੈਠ ਦਿੰਦੇ ਚੁੱਕਣਾ। ਲੋਕੀ ਪੰਪ ਤੇ ਭਰਨ ਦਾ ਕੀ ਜਾਂਦਾ, ਮੈਂ ਪੰਪ ਭਰ ਦਿੰਦਾ। ਪਰ ਬਾਣੀ ਕਹਿੰਦੇ ਆ ਕਿ ਬਾਣੀ 'ਚ ਕਹਿੰਦੇ ਆ ਸੰਤ ਕਿ ਤੂੰ ਪੰਪ ਵੀ ਭਰਦਾ ਨਾ ਤੇ ਇਹਦੇ ਲਈ ਤੂੰ ਜ਼ਿੰਮੇਵਾਰ ਹੈ। ਤੂੰ ਭਾਵੇਂ ਕਿਸੇ ਨੂੰ ਐਵੇਂ ਹੱਲਾਸ਼ੇਰੀ ਦੇ ਰਿਹਾ ਨਾ, ਕਿਉਂਕਿ ਤੇਰੇ ਕਰਕੇ ਉਹ ਬੰਦਾ ਕਿ ਮੁਸੀਬਤ 'ਚ ਫਸ ਸਕਦਾ। ਠੀਕ ਹੈ ਜੀ। ਫਿਰ ਕਹਿੰਦੇ ਪੰਡਤ ਭੁੱਲ ਮਾਇਆ ਵੇਂਦੇ ਆ। ਤੁਸੀਂ ਵੇਖੋ ਇੱਥੇ ਧਾਰਮਿਕ ਸਥਾਨਾਂ ਤੇ ਨਗਰ ਕੀਰਤਨ ਤੇ ਅਗਲੇ ਵੇਂਦੇ ਆ ਤੁਸੀਂ ਕਿੰਨੇ ਪੈਸੇ ਚੜਾਏ, ਕਿੰਨਾ ਕੁ ਪੈਸਾ ਆਇਆ, ਕੀ ਪ੍ਰੋਫਿਟ ਹੋਇਆ, ਲੰਗਰ ਕਿੰਨੇ ਦਾ ਲੱਗਾ, ਇਹ ਪੰਡਾਲ ਕਿੰਨੇ ਦਾ ਲੱਗਾ। ਐਂਡ ਆਫ ਦਾ ਟਾਈਮ ਕੀ ਕਰਦੇ ਆ ਉਹ? ਇਸੇ ਤਰ੍ਹਾਂ ਹੀ ਉਹ ਵੇਂਦੇ ਆ। ਮੈਂ ਨਾਂ ਨਹੀਂ ਲਵਾਂਗਾ, ਇੱਕ ਸ਼ਾਇਦ ਪਹਿਲਾਂ ਵੀ ਗੱਲਬਾਤ ਕੀਤੀ, ਬਾਹਰੋਂ ਆਏ ਨੇ ਤੇ ਉਹ ਇੱਥੇ ਨੇਪਾਲ ਦੇ ਵਿੱਚ ਉਹਨਾਂ ਨੇ ਪਹਿਲਾਂ ਸਰੂਪ ਖੜਿਆ ਬਾਬਾ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਖੜਿਆ। ਉੱਥੋਂ ਬਾਈ ਬੱਸ ਇੱਥੇ ਅੰਮ੍ਰਿਤਸਰ ਲਿਆਂਦਾ। ਤੇ ਉਹ ਆਪ ਜਸਟ ਸੋਚੋ ਇਹਦੇ ਪਿੱਛੇ ਪਰਪਸ ਕੀ ਹੁੰਦਾ, ਮਾਇਆ। ਹੁਣ ਉੱਥੇ ਮੰਨ ਲਓ ਕਿ ਉਹਨਾਂ ਦੀ ਸੁਸਾਇਟੀ 'ਚ ਪੈਸਾ ਹੋਣਾ ਵਾ, ਕਰੋੜਾਂ ਰੁਪਏ ਹੁੰਦੇ ਆ, ਤੇ ਉਹਨੂੰ ਕਢਾਉਣ ਦਾ ਕੋਈ ਤਰੀਕਾ ਨਹੀਂ ਹੈ। ਤੇ ਉਹਦੇ 'ਚ ਇਹ ਕਹਿ ਸਕਦੇ ਆ ਕਿ ਅਸੀਂ ਉੱਥੇ ਯਾਤਰਾ ਕਰਾਈ ਬਾਬਾ ਜੀ ਦੀ, ਇੱਥੇ ਇੰਨੇ ਕਰੋੜ ਲੱਗ ਗਏ। ਆਪ ਪਲੀਜ਼ ਅੰਡਰਸਟੈਂਡ ਕਰੋ, ਜਿਹੜੇ ਟਰਸਟ ਹੁੰਦੇ ਆ, ਟਰਸਟ 'ਚੋਂ ਐਵੇਂ ਨਹੀਂ ਪੈਸਾ ਨਿਕਲ ਸਕਦਾ। ਉੱਥੇ ਫਿਰ ਕਹਿਣਗੇ ਕਿ ਇੰਨੇ ਲੱਖਾਂ ਦਾ ਡੀਜ਼ਲ ਖਰਚਾ ਹੋਇਆ, ਇੰਨੇ ਜਿਹੜੇ ਸੰਗਤ ਸੀ। ਹੁਣ ਸੰਗਤ ਕਿਹੜੀ ਕਿਸੇ ਨੇ ਗਿਣ ਜਾਣੀ ਹੈ, ਤੇ ਉੱਥੇ ਲੋਕਾਂ ਨੇ ਫ੍ਰੀ 'ਚ ਪਵਾਤਾ ਸੀ ਉਦੋਂ। ਸੋ ਏਦਾਂ ਦੇ ਬਹਾਨੇ ਬਣਾ ਕੇ ਲੋਕ ਕੀ ਕਰਦੇ ਆ, ਇਸੇ ਤਰ੍ਹਾਂ ਪੈਸਾ ਖਾਂਦੇ ਆ। ਪਰ ਬਾਣੀ ਕਹਿੰਦੀ ਹੈ ਕਿ ਇਹ ਵਿਚਾਰੇ ਇਹ ਪੈਸਾ ਨਹੀਂ ਖਾ ਰਹੇ, ਇਹ ਆਪਣਾ ਜੀਵਨ ਖਾ ਰਹੇ ਨੇ। ਬਾਣੀ ਉਹਨਾਂ ਨੂੰ ਇਹ ਕਹਿ ਰਹੀ ਹੈ ਜ਼ਹਿਰ ਲੈ ਰਹੇ, ਜ਼ਹਿਰ। ਹਾਂ, ਬਿਖ ਖਾ ਰਹੇ ਆ ਅੰਮ੍ਰਿਤ ਛੱਡ ਕੇ। ਬਿਲਕੁਲ। ਹੁਣ ਜਿੱਦਾਂ ਮੱਛੀ ਹੈ, ਮੱਛੀ ਨੂੰ ਕੋਈ ਕਹੋਗੇ ਬੜਾ ਵਧੀਆ ਕੰਮ ਕੀਤਾ, ਤੂੰ ਕੁੰਡੀ ਵਾਲੀ ਉਹ ਮੀਟ ਦਾ ਪੀਸ ਖਾ ਲਿਆ, ਬੜਾ ਵਧੀਆ ਕੀਤਾ ਹੀ।
ਵੀ ਕਹੋਗੇ ਮੂਰਖਾ ਤੈਨੂੰ ਦਿਖੀ ਨੀ, ਤੇ ਹੁੱਕ ਫਸੀ ਹੋਈ ਹੈ, ਤੇਰੇ ਗਲ 'ਚ ਫਸ ਜਾਣੀ ਆ। ਹੁਣ ਕੀੜਾ ਹੈ, ਉਹਨੂੰ ਵੇਖੋ, ਉਹਨੂੰ ਕਿੰਨਾ ਹੁੰਦਾ ਪਿਆਰ ਹੁੰਦਾ ਪ੍ਰਕਾਸ਼ ਦੇ ਨਾਲ, ਤੇ ਆਪ ਕਹਿੰਦੇ ਜੋ ਬਹੁਤ ਵਧੀਆ ਕੰਮ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਕਹਿੰਦੇ ਕਿ ਉਹ ਮੂਰਖੋ ਕੀ ਕਰ ਰਹੇ ਜੋ, ਆਪਣੇ ਆਪ ਨੂੰ ਵੇਖੋ। ਫਿਰ ਅਗਲੇ ਬੰਨੇ ਤੁੱਕ 'ਚ ਫੇਰ ਕੀ ਕਹਿ ਰਹੇ ਨੇ, ਨਿਜਰ ਸਾਹਿਬ ਆਪ ਤੁੱਕ ਬੋਲ ਦਿਓ। ਹਾਂਜੀ, ਜੋਗੀ ਜੰਗਮ ਸੰਨਿਆਸੀ ਭੁੱਲੇ ਨਹੀਂ ਦੂਜੇ ਪਾਏ ਪੜੇ ਨਿਤ ਵਿਖਿਆ ਨਾਮੋਂ ਦਈ ਖਵਾਇਆ। ਕਹਿੰਦੇ ਦੂਜੇ ਭਾਵਨਾ ਹੈਗੀ ਉਹਨਾਂ ਦੀ ਜਿਹੜੀ ਹੈਗੀ ਆ ਮਾਇਆ ਦੀ ਭਾਵਨਾ ਹੈਗੀ। ਮਾਇਆ ਜਿਹੜੀ ਜੋ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਹੈ ਵਿਖਿਆ ਪਾਈ ਹੋਈ ਆ, ਇਹਦੀ ਜਿਹੜੀ ਹੈਗੀ ਆ ਇੰਟਰਸਟ ਇਹਦਾ ਹੈਗਾ ਭਾਈ। ਦੂਜੇ ਪਾਏ ਪੜੇ ਨਿਤ ਵਿਖਿਆ, ਨਿਤ ਜਿਹੜਾ ਹੈਗਾ ਇਸੇ ਦੇ ਵਿੱਚ ਗਲਤਾਨ ਰਹਿੰਦੇ ਆ। ਔਰ ਨਾਮ ਵਾਲੇ ਪਾਸੇ ਤੋਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਨਾਮੋਂ ਦਈ ਖਵਾਇਆ, ਕਿਉਂਕਿ ਉਹਨਾਂ ਦੀ ਡਿਮਾਂਡ ਨਹੀਂ ਹੈ, ਚੁਆਇਸ ਨਹੀਂ ਹੈਗੀ, ਉਹਨਾਂ ਨੇ ਉਹ ਚੁਆਇਸ ਕੀਤਾ। ਇਸ ਕਰਕੇ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨਾਂ ਨੂੰ ਵਿਖਿਆ ਦੇ ਵਿੱਚ ਹੀ ਜਿਹੜਾ ਹੈਗਾ ਗਲਤਾਨ ਹੀ ਰਹਿਣ ਦਿੰਦਾ ਹੈ ਮਾਲਕ ਪਰਮਾਤਮਾ। ਔਰ ਨਾਮ ਵਾਲੇ ਪਾਸੇ ਤੋਂ ਖੁਆਰੀ ਹੋ ਜਾਂਦੀ ਹੈ ਉਹਨਾਂ ਦੀ। ਹਾਂਜੀ ਠੀਕ ਹੈ ਜੀ। ਹੁਣ ਜਿਹੜੀ ਤੁਸੀਂ ਇੱਛਾ ਕਰੋਗੇ ਮਿਲਣਾ ਤੁਹਾਨੂੰ ਉਹੀ ਆ। ਹਾਂ ਬਸ ਆਹੀ ਗੱਲ ਹੈ। ਪ੍ਰਕਿਰਤੀ ਕਹਿੰਦੀ ਜੇ ਤੂੰ ਚਰਨ ਦੀ ਡਿਮਾਂਡ ਹੀ ਝੂਠ ਦੀ ਕੀਤੀ, ਮੈਂ ਤੈਨੂੰ ਸੱਚ ਕਿੱਥੋਂ ਦੇ ਦਾਂ। ਬਿਲਕੁਲ ਸਹੀ ਗੱਲ ਹੈ। ਔਰ ਲੈਣਾ ਵੀ ਨਹੀਂ ਹੈ, ਆਪਾਂ ਨੇ ਲੈਣਾ ਹੀ ਨਹੀਂ ਹੈ, ਦੇਵਾਂਗੇ ਵੀ ਤੇ ਲੈਣਾ ਹੀ ਨਹੀਂ ਹੈ। ਹਾਂ, ਉਹਨੂੰ ਪਸੰਦ ਹੀ ਨਹੀਂ, ਉਹ ਲਾਈਕ ਨਹੀਂ ਕਰਦਾ। ਇਸ ਕਰਕੇ ਜ਼ਬਰਦਸਤੀ ਤੇ ਤੁਸੀਂ ਕਿਸੇ ਨੂੰ ਇੱਕ ਚਮਚ ਪਾਣੀ ਦਾ ਨਹੀਂ ਪਿਆ ਸਕਦੇ। ਇਹ ਤੇ ਤੁਹਾਡੀ ਮਰਜ਼ੀ ਹੈ, ਮਰਜ਼ੀ ਤੋਂ ਬਿਨਾਂ ਕੁਛ ਨਹੀਂ ਹੋਣਾ। ਠੀਕ ਹੈ ਨਾ ਜੀ ਸਾਹਿਬ, ਅੱਗੇ ਚੱਲੀਏ। ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ। ਇਹ ਜੋਗੀ ਲੋਕ ਹੁੰਦੇ ਆ, ਜੰਗਮ ਜਿਹੜੇ ਹੈਗੇ ਸ਼ਿਵ ਜੀ ਦੇ ਉਪਾਸਕ ਜਿਹੜੇ ਹੈਗੇ ਆ, ਸੰਨਿਆਸੀ ਜਿਹੜੇ ਸੰਨਿਆਸ ਲੈ ਲੈਂਦੇ ਆ ਭਾਈ, ਸੰਸਾਰ ਛੱਡ ਦਿੰਦੇ ਆ। ਜੋਗੀ ਜਿਹੜੇ ਯੋਗ ਸਾਧਨਾ ਕਰਦੇ ਆ, ਯੋਗ ਦੇ ਨਾਲ ਜਿਹੜਾ ਹੈਗਾ ਉਹ ਆਪਣੀਆਂ ਇੰਦਰੀਆਂ ਨੂੰ ਜਿਹੜਾ ਹੈਗਾ ਉਹ ਜਿਹੜੇ ਹੈਗੇ ਆ ਰੇਚਕ ਕੁੰਭਕ ਪੂਰਕ ਉਹਦੇ ਨਾਲ ਜਿਹੜਾ ਹੈਗਾ ਸਵਾਸ ਚੜਾਉਂਦੇ ਆ, ਔਰ ਇੰਦਰੀਆਂ ਨੂੰ ਜਿਹੜਾ ਹੈਗਾ ਉਹ ਸਾਫ਼ ਕਰਦੇ ਆ, ਘੁਮਾਉਂਦੇ ਆ। ਕਹਿੰਦੇ ਸਾਰੇ ਦੇ ਸਾਰੇ ਜਿਹੜੇ ਹੈਗੇ ਨਾਮ ਵਾਲੇ ਪਾਸੇ ਤੋਂ ਭੁੱਲੇ ਹੋਏ ਆ। ਔਰ ਇਹਨਾਂ ਦਾ ਹੰਕਾਰ ਜਿਹੜਾ ਹੈਗਾ, ਇਹਨਾਂ ਦਾ ਹੰਕਾਰ ਕੀ ਆ ਬਈ ਅਸੀਂ ਬਿਲਕੁਲ ਸਹੀ ਹੈਗੇ ਆ ਰਸਤੇ ਤੇ, ਬਾਕੀ ਜਿਹੜੇ ਐਵੇਂ ਹੀ ਜਿਹੜੇ ਹੈਗੇ ਆਪਣਾ ਜੀਵਨ ਅਜਾਈ ਗਵਾ ਰਹੇ। ਆਹੀ ਇਹਨਾਂ ਦਾ ਹੰਕਾਰ ਹੈਗਾ ਭਾਈ। ਔਰ ਹੰਕਾਰ ਕਹਿੰਦੇ ਬਹੁਤ ਵੱਧ ਜਾਂਦਾ ਇਹਨਾਂ ਦਾ। ਤੇ ਅੱਗੇ ਜਿਹੜਾ ਹੈਗਾ ਵਿਚਾਰੇ ਜਿਹੜੇ ਹੁਣ ਸੰਨਿਆਸੀ ਹੈਗੇ, ਜੋਗੀ ਹੈਗੇ, ਇਹਨਾਂ ਨੇ ਕਾਰਗ੍ਰਿਸਤੀ ਛੱਡ ਦਿੱਤੀ ਹੈ ਤੇ ਫਿਰ ਵਾਪਸ ਖਾਣ ਵਾਸਤੇ ਜਿਹੜੇ ਹੈਗੇ ਕੱਪੜਿਆਂ ਵਾਸਤੇ ਪਦਾਰਥਾਂ ਵਾਸਤੇ ਫਿਰ ਜਿਹੜਾ ਗ੍ਰਸਤੀਆਂ ਦੇ ਘਰ ਆਉਂਦੇ ਆ। ਤੇ ਛਾਦਨ ਭੋਜਨ ਨਾਲ ਨਹੀਂ ਸਤ ਪੀਖਿਆ। ਵਿਚਾਰੇ ਜਿਹੜੇ ਹੈਗੇ ਜਿਹੜਾ ਹੈਗਾ ਆਪਣੇ ਹਿਸਾਬ ਦੇ ਨਾਲ ਜਿਹੜੇ ਹੈਗੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਜੋ ਕੁਛ ਉਹਨਾਂ ਦੀ ਜਿਹੜੀ ਸ਼ਰਧਾ ਦੇ ਅਨੁਸਾਰ ਦਿੰਦੇ ਆ ਉਹ ਲੈਂਦੇ ਨਹੀਂ ਆ। ਕਹਿੰਦੇ ਆ ਕੀ ਦੇਤਾ ਹੈ ਮੈਨੂੰ। ਮਨ ਹੱਠ ਜਨਮ ਗਵਾਇਆ, ਔਰ ਆਪਣੇ ਹੱਠ ਦੇ ਨਾਲ ਮੰਗਦੇ ਆ ਭਾਈ ਬਈ ਜ਼ਬਰਦਸਤੀ ਜਿਹੜਾ ਹੈਗਾ ਲਾਲਚ ਦੇ ਨਾਲ, ਲੋਭ ਦੇ ਨਾਲ ਕਹਿੰਦੇ ਆਪਣਾ ਜਨਮ ਉਹ ਵੀ ਆਪਣਾ ਜਨਮ ਗਵਾ ਲੈਂਦੇ ਆ। ਹਾਂਜੀ ਗੌਰਕੀ ਸਾਹਿਬ। ਹਾਂਜੀ ਠੀਕ ਹੈ ਜੀ, ਇਦਾਂ ਹੀ ਹੈ ਜੀ ਇਹ ਸੰਸਾਰ ਹੈ। ਆਪਣੇ ਆਪ ਨੂੰ ਲੋਕੀ ਕਹਿੰਦੇ ਅਸੀਂ ਸੰਨਿਆਸੀ ਆ, ਅਸੀਂ ਬ੍ਰਹਮ ਗਿਆਨੀ ਆ, ਪਰ ਉਹਨਾਂ ਦਾ ਜੀਵਨ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ। ਪਰ ਬੰਦੇ 'ਚ ਇੰਨੀ ਹਿੰਮਤ ਹੀ ਨਹੀਂ ਹੁੰਦੀ, ਬੰਦਾ ਡਰਪੋਕ ਹੁੰਦਾ। ਉਹ ਕਹਿੰਦਾ ਜੀ ਨਹੀਂ ਜੀ ਏਦਾਂ ਨਹੀਂ ਵੇਖਣਾ, ਬਾਬੇ ਨੇ ਮਨਾ ਕੀਤਾ। ਬਾਬੇ ਕਹਿੰਦੇ ਸਾਡੇ ਤੇ ਵਿਸ਼ਵਾਸ ਕਰੋ, ਤੁਸੀਂ ਖੋਜ ਪੜਤਾਲ ਨਹੀਂ ਕਰਨੀ, ਨੋ ਕੁਐਸਚਨ, ਡੋਂਟ ਨੀਡ ਟੂ ਆਸਕ ਐਨੀ ਕੁਐਸਚਨ, ਜਸਟ ਫੋਲੋ ਦ ਇੰਸਟਰਕਸ਼ਨ। ਪਰ ਗੁਰੂ ਜੀ ਕਹਿੰਦੇ ਆ ਅਕਲੀ ਸਾਹਿਬ ਸੇਵੀਏ, ਅਕਲੀ ਕੀਏ ਦਾਨ, ਅਕਲ ਤੋਂ ਬਿਨਾਂ ਭਗਤੀ ਵੀ ਨਹੀਂ ਕਰਨੀ, ਅਕਲ ਤੋਂ ਬਿਨਾਂ ਦਾਨ ਵੀ ਨਹੀਂ ਕਰਨਾ। ਪਰ ਇਹ ਕਹਿੰਦੇ ਕੁਐਸਚਨ ਨਹੀਂ ਕਰਨਾ ਬਾਬੇ ਤੋਂ। ਤੇ ਫਿਰ ਤੁਸੀਂ ਬਾਬਾ ਜੀ ਨੂੰ ਕਹੋ, ਤੁਸੀਂ ਕਹਿੰਦੇ ਜੋ ਨਾ ਉੱਥੇ 500 ਦਾ ਨੋਟ ਰੱਖ ਕੇ ਚੁੱਕ ਕੇ ਵਿਖਾਓ ਮੈਨੂੰ, ਉਹ 'ਚੋਂ 100 ਰੁਪਏ ਚੁੱਕ ਕੇ ਦਿਖਾਓ, ਤੁਹਾਨੂੰ ਚੁੱਕਣ ਦੇਣਗੇ ਅਗਲੇ। ਤੁਸੀਂ ਅੱਜ 500 ਦਾ ਮੱਥਾ ਟੇਕ ਜੋ, ਤੇ ਤੁਸੀਂ ਕੱਲ ਜੀ ਬਾਬਾ ਜੀ ਸਾਡੇ ਘਰ ਲੋੜ ਪੈ ਗਈ ਹੈ, ਮੇਰੇ ਘਰ ਗੈਸਟ ਆ ਗਿਆ ਤੇ ਮੈਂ 500 ਕਿਰਾਏ ਦਾ ਕਰੋ, 300 ਵਾਪਸ ਕਰ ਦੋ, ਦੇਣਗੇ ਉਹ। ਉਹਦਾ ਕਹਿੰਦੇ ਕਿ ਅੰਮ੍ਰਿਤ ਛਕੋ, ਫਲਾਨਾ ਕੰਮ ਕਰੋ, ਇੱਥੇ ਆ ਨਹੀਂ ਆ ਸਕਦਾ, ਲੇਡੀਜ਼ ਨਹੀਂ ਬਹਿ ਸਕਦੀ, ਇੱਥੇ ਇੰਝ ਨਹੀਂ ਹੋ ਸਕਦਾ ਤੇ ਉਂਝ ਨਹੀਂ ਹੋ ਸਕਦਾ। ਤੇ ਉਹਨਾਂ ਨੂੰ ਬਾਬੇ ਨੂੰ ਕਹੋ ਕਿ ਤੁਹਾਨੂੰ ਪਤਾ ਹੈ ਜਿਹੜਾ ਤੁਸੀਂ ਇੱਥੇ ਜਿਹੜੇ ਚੰਦੋਆ ਸਾਹਿਬ ਚਾੜਿਆ ਹੈ ਇਹ ਕਿਸੇ ਲੇਡੀਜ਼ ਨੇ ਬਣਾਇਆ ਹੋ ਸਕਦਾ,
ਤੁਹਾਨੂੰ ਪਤਾ ਹੈ ਉਹ ਫੈਕਟਰੀ 'ਚ ਔਰਤ ਲੱਗੀ ਹੋ ਸਕਦੀ। ਇਹ ਜਿਹੜਾ ਪੱਥਰ ਆਇਆ ਕੀਤਾ ਪਹਿਲਾਂ ਇੱਥੇ ਕੌਣ ਕੌਣ ਬੈਠਾ ਸੀ, ਪੱਥਰ ਤੇ ਹੁਣ ਲੱਗਿਆ। ਨਜਰ ਸਾਹਿਬ ਹਾਂਜੀ ਬਿਲਕੁਲ ਹੈ, ਇਹ ਸਵਾਲ ਕੋਈ ਕਰੂਗਾ, ਤੁਸੀਂ ਕਰ ਸਕਦੇ ਜੋ? ਉਹ ਕਹਿੰਦੇ ਨਹੀਂ ਸਵਾਲ ਨਾ ਕਰੋ, ਪਲੀਜ਼ ਡੋਂਟ ਆਸਕ ਐਨੀ ਕੁਐਸਚਨ। ਸੋ ਇਸੇ ਤਰ੍ਹਾਂ ਹੀ ਹੈ, ਇਹ ਲੋਕ ਦਾਲ ਫੁਲਕੇ ਦਾ ਸਾਧਨ ਕਰਦੇ ਆਪਣੇ, ਉਹ ਕਰਦੇ ਨੇ ਪੇਟ ਪਾਲਣ ਦੇ ਲਈ। ਪਰ ਬਾਣੀ ਕਹਿੰਦੀ ਹੈ ਨਹੀਂ, ਤੂੰ ਥੋੜਾ ਜਿਹਾ ਧਿਆਨ ਦੇ ਬਈ, ਤੈਨੂੰ ਇਹ ਗਿਆਨ ਦੇ ਰਹੇ ਆ, ਇਹਨਾਂ ਚੀਜ਼ਾਂ 'ਚ ਉਲਝਣਾ ਨਹੀਂ ਹੈ। ਤੇ ਫਿਰ ਅਗਲੇ ਬੰਨੇ ਬੋਲੋ ਜੀ ਸਾਹਿਬ। ਔਰ ਐਕਚੁਅਲੀ ਕੀ ਹੁੰਦਾ ਗੁਰਕਿਰਤ ਸਾਹਿਬ, ਇਹਨਾਂ ਦਾ ਜਿਹੜਾ ਮੇਨ ਮਕਸਦ ਜਿਹੜਾ ਹੈਗਾ ਨਾ, ਮੇਨ ਮਕਸਦ ਹੈਗਾ ਬਈ ਇਹ ਮਾਇਆ ਜਿਹੜੀ ਮਾਲਕ ਨੇ ਖਿਲਾਰੀ ਆ, ਇਹਦੇ ਉੱਪਰੋਂ ਤਰਨਾ ਹੈਗਾ, ਇਹਨੂੰ ਜਿਹੜਾ ਛੱਡਣਾ ਹੈਗਾ। ਤੇ ਉਹ ਜਿਹੜਾ ਮਕਸਦ ਇਹਨਾਂ ਦਾ, ਇਹ ਤਾਂ ਉਲਟ ਉਹਦੇ ਉਲਟ ਹੁੰਦੇ ਆ, ਮਾਇਆ ਨੂੰ ਫੜਦੇ ਆ ਔਰ ਜਿਹੜਾ ਭਗਤੀ ਨੂੰ ਛੱਡਦੇ ਆ। ਏਤੜਿਆਂ ਵਿੱਚੋਂ ਸੋ ਜਨ ਸਮਝਦਾ ਮਤਲਬ ਸਮਝਦਾਰ ਨਹੀਂ ਹੈ, ਸਮਝਾ ਲਿਖਣਾ ਸੀ ਸਮਝਦਾਰ ਦਾ, ਇੱਥੇ ਸਮਝਦਾ ਲਿਖਿਆ ਹੈ। ਸਮਝਦਾ ਮਤਲਬ ਉਹਨੇ ਛੱਡੀ ਮਾਇਆ, ਉਹ ਸਮਾਧੀ ਲੀਨ ਹੋਇਆ। ਸਮਝਦਾ ਮਤਲਬ ਜਿਹੜਾ ਹੈਗਾ ਉਹਨੇ ਆਪਣੇ ਵਿਚਾਰ ਬੰਦ ਕੀਤੇ, ਲਹਿਰਾਂ ਬੰਦ ਕੀਤੀਆਂ। ਕਿਨੇ? ਜਿਹਨੇ ਗੁਰਮੁਖੇ ਨਾਮ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਧਿਆਨ ਸਿਮਰਨ ਕੀਤਾ, ਧਿਆਨ ਦੇ ਵਿੱਚ ਗਿਆ। ਮਾਇਆ ਜਿਹੜੀ ਧਿਆਨ ਨਾਲ ਚਿੰਬੜਦੀ ਆ, ਮਾਇਆ ਦੀਆਂ ਲਹਿਰਾਂ ਛੱਡਤੀਆਂ ਔਰ ਆਪਣੇ ਮਾਲਕ ਦੇ ਧਿਆਨ ਦੇ ਵਿੱਚ ਹੋ ਗਿਆ। ਜਨ ਨਾਨਕ ਕਿਸ ਨੂੰ ਆਖ ਸੁਣਾਈਏ, ਜਾਂ ਕਰਦੇ ਸਭ ਕਰਾਇਆ। ਕਹਿੰਦੇ ਕਿਹਨੂੰ ਕਹੀਏ ਭਾਈ, ਇਹ ਮਾਲਕ ਪਰਮਾਤਮਾ ਦੀ ਖੇਡ ਆ, ਕਿਸੇ ਨੂੰ ਆਪਾਂ ਕੁਛ ਕਹਿ ਨਹੀਂ ਸਕਦੇ। ਸਾਰੇ ਜੀਵ ਜਿਹੜੇ ਹੈਗੇ ਉਸੇ ਮਾਲਕ ਪਰਮਾਤਮਾ ਦੇ ਜਿਹੜੇ ਹੁਕਮ ਦੇ ਅਨੁਸਾਰ ਜਿਹੜੇ ਹੈਗੇ ਚੱਲ ਰਹੇ ਆ, ਔਰ ਜਿਹੜੇ ਹੈਗੇ ਆਪਣੀ ਉਹਨਾਂ ਦੀ ਜੀਵਨ ਹੈਗਾ। ਕਿਸੇ ਨੂੰ ਆਪਾਂ ਕੁਛ ਵੀ ਨਹੀਂ ਕਹਿ ਸਕਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਮਾਇਆ ਮਨ ਨੂੰ ਬਾਹਰ ਮੁਖੀ ਕਰਕੇ ਰੱਖਦੀ ਹੈ ਤੁਹਾਡੀਆਂ ਇੰਦਰੀਆਂ ਦੇ ਰਾਹੀਂ। ਜੇਕਰ ਤੁਹਾਡੀਆਂ ਇੰਦਰੀਆਂ ਪਦਾਰਥ ਦਾ ਗਿਆਨ ਕਰਾਉਂਦੀਆਂ ਨੇ ਤੇ ਤੁਸੀਂ ਫਿਰ ਉਹਦੇ ਮਗਰਗਤੀ ਕਰਦੇ ਜੋ। ਧਿਆਨ ਤੁਹਾਡੇ ਮਨ ਨੂੰ ਅੰਤਰਮੁਖੀ ਕਰਦਾ ਹੈ, ਆਤਮਾ 'ਚ ਲੈ ਕੇ ਜਾਂਦਾ ਹੈ। ਇੰਨਾ ਹੀ ਫਰਕ ਹੈ। ਮਾਇਆ ਤੁਹਾਨੂੰ ਬਾਹਰ ਖਿੱਚਦੀ ਹੈ, ਤੁਹਾਡੀ ਸੁਰਤੀ ਨੂੰ ਬਾਹਰ ਖਿੱਚਦੀ ਹੈ, ਤੁਹਾਨੂੰ ਕੰਪੀਟੀਸ਼ਨ 'ਚ ਪਾਉਂਦੀ ਹੈ, ਤੁਹਾਨੂੰ ਹੋਰ ਕਿਤੇ ਰਸਤੇ 'ਚ ਲੈ ਕੇ ਜਾਣਾ ਚਾਹੁੰਦੀ ਹੈ। ਉਹਦੇ ਵਿੱਚ ਰਸਤਾ ਸਹੀ ਹੈ ਜਾਂ ਗਲਤ ਹੈ, ਇਹ ਇੰਨਾ ਹੀ ਸੋਚ ਨਹੀਂ ਪਾਉਂਦੇ। ਮਾਇਆ ਕਹਿੰਦੀ ਕਿ ਤੂੰ ਚੀਜ਼ ਨੂੰ ਪ੍ਰਾਪਤ ਕਰ ਲੈ, ਸੁੱਖ ਨੂੰ ਹੰਡਾ ਲੈ। ਇੱਕ ਪਤਨੀ ਨੂੰ ਕਹਿ ਸਕਦੀ ਹੈ ਕਿ ਕੌਣ ਦੇਖ ਰਿਹਾ, ਤੂੰ ਜੋ ਮਰਜ਼ੀ ਕਰ। ਇੱਕ ਪਤੀ ਨੂੰ ਇਹ ਕਹਿ ਸਕਦੀ ਹੈ ਕੌਣ ਦੇਖ ਰਿਹਾ, ਤੂੰ ਜੋ ਮਰਜ਼ੀ ਕਰ। ਮਾਇਆ ਏਦਾਂ ਦੀ ਹੈ ਤੇ ਤੂੰ ਕਰਮ ਕਰਾ ਦਿੰਦੀ ਹੈ ਬੰਦੇ ਤੋਂ, ਓਕੇ ਕਰਮ, ਘਟੀਆ ਕਰਮ। ਫਿਰ ਉਹ ਜਿਹੜੇ ਕਰਮ ਆ ਉਹ ਸੰਸਕਾਰ ਦੇ ਰੂਪ 'ਚ ਫਿਰ ਚਿੱਤ 'ਚ ਲਿਖੇ ਜਾਂਦੇ। ਠੀਕ ਹੈ, ਇਸ ਕਰਕੇ ਕਹਿੰਦੇ ਆ ਕਿ ਉਹਨੂੰ ਖਤਮ ਕਰਨ ਦੇ ਲਈ ਜਿਹੜਾ ਹੈ ਨਾ ਸਮਾਧੀ ਚਾਹੀਦੀ ਹੈ, ਧਿਆਨ ਚਾਹੀਦਾ। ਕਿ ਜਦ ਤੱਕ ਤੁਹਾਡੀ ਸੁਰਤੀ ਅੰਦਰ ਜਾ ਕੇ ਆਤਮਾ 'ਚ ਨਹੀਂ ਵੜਦੀ, ਤੁਸੀਂ ਸੰਸਾਰ 'ਚ ਮੁਕਤ ਹੀ ਨਹੀਂ ਹੋ ਸਕਦੇ। ਸੰਸਾਰ ਨੇ ਖਿੱਚ ਲੈਣਾ ਤੁਹਾਨੂੰ ਬਾਹਰ, ਖਿੱਚਦੀ ਹੈ ਸੁਰਤੀ ਨੂੰ। ਬਿਲਕੁਲ, ਕਿ ਤੂੰ ਅੰਦਰ ਕਿਉਂ ਬੈਠਾ, ਆ ਤੈਨੂੰ ਕੰਪੀਟੀਸ਼ਨ 'ਚ ਪਾਈਏ। ਹੁਣ ਦੇਖੋ ਇਹ ਜਿਹੜੇ ਗੁਰਦੁਆਰਿਆਂ 'ਚ ਬੈਠੇ ਨੇ, ਮੰਦਿਰਾਂ 'ਚ ਬੈਠੇ ਨੇ, ਇਹ ਕਿਉਂ ਹੋਰ ਲਿਆਉਣਾ ਚਾਹੁੰਦੇ ਨੇ? ਕਿਉਂਕਿ ਇਹ ਵੀ ਉਲਝੇ ਹੋਏ ਨੇ। ਉਹ ਉੱਥੇ ਇਹਨਾਂ ਨੂੰ ਕੋਈ ਚਾਹੀਦਾ, ਉਹ ਪ੍ਰੋਜੈਕਟ ਕਰਦੇ ਨੇ। ਵੇਖੋ ਬਾਬਾ ਜੀ ਦੇ ਸਰੂਪ ਨੇ ਤੁਹਾਡੇ ਪਿੰਡ 'ਚ, ਜਿਹੜੇ ਬਾਬਾ ਜੀ ਹੈਗੇ ਨੇ ਉਹ ਵੀ ਸੇਮ ਨੇ। ਚਾਹੇ ਪ੍ਰਕਾਸ਼ ਕੀਤਾ ਹੈ ਅਕਾਲ ਤਖਤ ਦੇ ਨਾਲ, ਦਾ ਵੇਖੋ ਕਿੰਨੇ ਪ੍ਰਕਾਸ਼ ਕੀਤੇ ਨੇ। ਪਰ ਜਿਹੜਾ ਸਵੇਰੇ ਪ੍ਰਕਾਸ਼ ਹੁੰਦਾ ਹੈ, ਤੁਸੀਂ ਵੇਖਿਆ ਉੱਥੇ ਕਿੱਦਾਂ ਭੱਜ ਲੋਕੀ ਚਿੰਬੜੀ ਜਾਂਦੇ। ਕਿਉਂ ਏਦਾਂ ਹੋ ਰਿਹਾ? ਕਿਉਂ ਨਹੀਂ ਕਹਿ ਦਿੰਦੇ ਕਿ ਇਹ ਵੀ ਤੇ ਉਹੀ ਪ੍ਰਕਾਸ਼ ਹੈ, ਕੀ ਫਰਕ ਹੈ? ਪਰ ਨਹੀਂ, ਕਿ ਲੋਕਾਂ ਨੂੰ ਕਿੱਦਾਂ ਤੁਸੀਂ ਸਾਧ ਸਕਦੇ। ਪਰ ਨਹੀਂ, ਉਹਦੇ ਪਿੱਛੇ ਇਹੋ ਕੁਝ ਹੈ। ਉੱਥੇ ਜਿਹੜਾ ਪ੍ਰਕਾਸ਼ ਜਿਹਦੀ ਹੁਣ ਕੁਛ ਗਿਸ ਜ਼ਿਆਦਾ ਹੋ ਰਹੀ ਹੈ, ਇੱਕ ਸਮਾਂ ਆਊਗਾ ਉਹ ਜਦੋਂ ਪ੍ਰਕਾਸ਼ ਬੁੱਢਾ ਹੋ ਜਾਊਗਾ, ਉਹਨੂੰ ਸਾਈਡ ਤੇ ਰੱਖ ਦੇਣਗੇ, ਫਿਰ ਨਵਾਂ ਆ ਜਾਊਗਾ, ਲੋਕੀ ਉਹਦੇ ਪਿੱਛੇ ਭੱਜਣਾ ਸ਼ੁਰੂ ਕਰ ਦੇਣਗੇ। ਇਹ ਸੰਸਾਰ ਹੀ ਏਦਾਂ ਦਾ। ਗੁਰਕੀ ਸਾਹਿਬ ਦੇਖੋ, ਆਪਾਂ ਜਿਹੜਾ ਜਿਹੜੀ ਗੁਰਬਾਣੀ ਮੋਬਾਈਲ ਦੇ ਵਿੱਚੋਂ, ਫੋਨ ਤੋਂ, ਲੈਪਟਾਪ ਤੋਂ ਲੈ ਰਹੇ ਆ, ਇਹ ਬ੍ਰਹਮ ਗਿਆਨ ਨਹੀਂ ਹੈਗਾ, ਇਹ ਗੁਰਬਾਣੀ ਨਹੀਂ ਹੈਗੀ। ਹਾਂ, ਨਹੀਂ ਜਿੱਥੇ ਪਰ ਅਗਲੇ ਮੰਨਦੇ ਨਹੀਂ ਨਾ, ਉਹ ਅਗਲੇ ਕਹਿੰਦੇ ਕਿ ਆ ਸਪੈਸ਼ਲ ਹੈ, ਇੱਥੇ ਜ਼ਿਆਦਾ ਗੱਲਬਾਤ ਹੈਗੀ। ਚਲੋ ਆਪਾਂ ਤਾਂ ਗਿਆਨ ਹੈਗਾ। ਦੇਖੋ ਗੁਰਬਾਣੀ ਜੋ ਗਿਆਨ ਜਿਹੜਾ ਹੈਗਾ ਨਾ, ਦੇਖੋ ਜੋ ਗਿਆਨ ਹੈਗਾ, ਗਿਆਨ ਜੋ ਸੱਚ ਹੈਗਾ, ਉਹਨੂੰ ਸੱਚ ਨੂੰ ਸੱਚ ਹੀ ਮੰਨਣਾ ਪਊਗਾ, ਤਾਂ ਹੀ ਆਪਾਂ ਜਿਹੜੇ ਹੈਗੇ ਆਪਾਂ ਜਿਹੜੇ ਉਚਾਈ ਵੱਲ ਨੂੰ ਜਾ ਸਕਾਂਗੇ। ਬਸ ਇੰਨੀ ਕੀ ਗੱਲ ਆਪਾਂ ਕਹਿੰਦੇ ਹਾਂ। ਸੱਚ ਨੂੰ ਫੜੋ ਤੁਸੀਂ, ਸੱਚ ਦੇ ਵਿੱਚ ਚੱਲੋਗੇ
ਤੇ ਤਾਂ ਹੀ ਸੱਚ ਦਾ ਗਿਆਨ ਹੋਣਾ ਹੈ। ਬਸ ਜੇ ਇਹਨਾਂ ਇੱਧਰ ਉੱਧਰ ਚੱਕਰਾਂ 'ਚ ਲੋਕਾਂ ਦੇ ਇਹ ਲੋਕ ਤੁਹਾਨੂੰ ਮਿਸਗਾਈਡ ਕਰ ਜਾਂਦੇ ਨੇ ਤੇ ਫਿਰ ਉਹ ਮਿਸਗਾਈਡ ਕਰਨਗੇ ਤੇ ਫਿਰ ਉਹ ਬੜੀ ਪ੍ਰੋਬਲਮ ਹੈ। ਬਾਣੀ ਤੇ ਕਹਿੰਦੀ ਹੈ ਕਿ ਮਨ ਮੰਦਰ ਤਨ ਵੇਸ ਕਲੰਦਰ, ਤੇਰੇ ਅੰਦਰ ਤੇ ਹੈਗਾ ਸਾਰਾ ਕੁਝ। ਉਹ ਕਹਿੰਦੇ ਨਹੀਂ ਇੱਥੇ ਹੈਗਾ, ਤੂੰ ਇੱਥੇ ਆ। ਤੇ ਫਿਰ ਉਹ ਕਹਿੰਦੇ ਆ ਕਿ ਤੂੰ ਇੱਥੇ ਆ, ਇੱਥੇ ਬਾਰ-ਬਾਰ ਆ, ਕਿਉਂਕਿ ਜਿੰਨੀ ਵਾਰੀ ਤੂੰ ਉੱਥੇ ਜਾਏਗਾ ਕੁਛ ਨਾ ਕੁਛ ਦੇਖੇਗਾ। ਫ੍ਰੀ ਤੇ ਨਹੀਂ ਨਾ ਜਾਣਾ ਤੂੰ, ਚਾਹੇ ਪ੍ਰਸ਼ਾਦ ਦੇ ਰੂਪ ਚ, ਚਾਹੇ ਲੰਗਰ ਦੇ ਰੂਪ ਚ, ਕੁਛ ਵੀ ਤੂੰ ਦੇਏਗਾ ਕੁਛ ਨਾ ਕੁਛ ਤੇ ਤੂੰ ਪੇ ਕਰੇਗਾ। ਜੇ ਤੈਨੂੰ ਕਹਿ ਦਈਏ ਕਿ ਰੱਬ ਤੇਰੇ ਅੰਦਰ ਆ ਤੇ ਫਿਰ ਤੂੰ ਉੱਥੇ ਆਉਣਾ ਨਹੀਂ। ਸੋ ਇਹ ਗੱਲਾਂ ਬੜੀਆਂ ਲੰਮੀਆਂ ਚੌੜੀਆਂ ਗੱਲਾਂ ਨੇ। ਸੰਸਾਰ ਏਦਾਂ ਹੀ ਚੱਲਿਆ ਸੀ। ਗੁਰੂਆਂ ਨੇ ਇਸੇ ਚੀਜ਼ ਦਾ ਖੰਡਨ ਕੀਤਾ ਹੈ ਕਿ ਜਿਹੜਾ ਤੂੰ ਜੰਗਲ 'ਚ ਭੱਜ ਰਿਹਾ ਹੈ ਉਹ ਵੀ ਗੜਬੜ ਆ, ਤੇ ਜਿਹੜਾ ਤੂੰ ਇੱਥੇ ਤੀਰਥ ਸਥਾਨਾਂ ਤੇ ਬਣਾ ਛੱਡਿਆ ਇਹ ਵੀ ਗੜਬੜ ਆ। ਜੇ ਤੇਰੇ ਕਰਮ ਹੀ ਸਹੀ ਨਹੀਂ ਆ ਤੇ ਭਾਵੇਂ ਜਦੋਂ ਜਿੱਥੇ ਮਰਜ਼ੀ ਚੱਲ ਜਾ ਕੋਈ ਫਰਕ ਨਹੀਂ, ਕਿਉਂਕਿ ਤੂੰ ਉੱਥੇ ਹੀ ਬੈਠਾ। ਫਿਰ ਅਗਲੇ ਬੰਨੇ ਚ ਸਭ ਲਾਸਟ ਤੁਕ ਬੋਲਦਾ ਜਾ ਨਾਨਕ ਕੋ ਕਿਸਨੂੰ ਜਨ ਨਾਨਕ ਕਿਸਨੂੰ ਆਖ ਸੁਣਾਈਏ ਜਾਂ ਕਰਦੇ ਸਭ ਕਰਾਇਆ। ਇੱਥੇ ਸਾਰਾ ਜਿਹੜਾ ਭੇਤ ਦੇ ਗਏ, ਕਹਿੰਦੇ ਦੱਸੋ ਜਦ ਸਾਰਿਆਂ ਦਾ ਕੰਟਰੋਲਰ ਉਹ ਮਾਲਕ ਪਰਮਾਤਮਾ ਹੈਗਾ ਤੇ ਫਿਰ ਜਿਹੜਾ ਇਸ ਚੋਂ ਨਿਕਲਣ ਦੇ ਵਾਸਤੇ ਜਿਹੜਾ ਜਾਲ 'ਚ ਪਾਉਣ ਵਾਲਾ ਮਾਲਕ ਪਰਮਾਤਮਾ ਹੈਗਾ, ਤੇ ਨਿਕਲਣ ਦੇ ਵਾਸਤੇ ਹੋਰ ਕਿਹਦੇ ਕੋਲ ਅਰਦਾਸ ਕਰਨੀ ਪੈਣੀ ਆ, ਕਿਹਦੇ ਕੋਲ ਜਾ ਕੇ ਪੁਕਾਰ ਕਰਨੀ ਪੈਣੀ ਆ ਭਾਈ ਬਈ ਮੈਨੂੰ ਕੱਢ। ਉਸੇ ਕੋਲ ਜਾਣਾ ਪੈਣਾ ਹੈ, ਉਸੇ ਮਾਲਕ ਕੋਲ। ਜਨ ਨਾਨਕ ਕਿਸ ਨੂੰ ਆਖ ਸੁਣਾਈਏ ਜਾਂ ਕਰਦੇ ਸਭ ਕਰਾਇਆ। ਉਹਦਾ ਕੀਤਾ ਹੋਇਆ ਸਾਰਾ ਕਰ ਰਹੇ ਆ ਤੇ ਉਸੇ ਕੋਲ ਹੀ ਜਾਣਾ ਪੈਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਆਖਰ ਤੇ ਤੁਹਾਨੂੰ ਪਰਮਾਤਮਾ ਦੇ ਕੋਲ ਹੀ ਜਾਣਾ ਪੈਣਾ। ਕਿਸੇ ਬੰਦੇ ਕੋਲ, ਕਿਸੇ ਬੁੱਢੀ ਕੋਲ ਇਹ ਸ਼ਕਤੀ ਨਹੀਂ ਹੈਗੀ। ਇਹ ਪਰਮਾਤਮਾ ਕੋਲੋਂ ਹੀ ਸ਼ਕਤੀ ਹੈ ਔਰ ਤੁਹਾਨੂੰ ਉਹਦੀ ਹੀ ਭਗਤੀ ਕਰਨੀ ਪਊਗੀ ਜਿਹਦਾ ਰੂਪ ਨਹੀਂ ਹੈ, ਰੰਗ ਨਹੀਂ ਹੈ ਤੇ ਰੇਖ ਨਹੀਂ। ਬਿਲਕੁਲ। ਜੇਕਰ ਤੁਸੀਂ ਇੱਥੇ ਉੱਤੇ ਜੁੜੇ ਹੋਏ ਜੋ ਕਿਸੇ ਬੰਦੇ ਨਾਲ, ਬੁੱਢੀ ਨਾਲ, ਦੇਵਤੇ ਨਾਲ, ਦੇਵਤੀ ਨਾਲ, ਗੁਰੂ ਨਾਲ, ਪੱਥਰ ਨਾਲ, ਪਾਣੀ ਨਾਲ, ਉਹ ਆਪਣਾ ਮਰਜ਼ੀ, ਤੁਹਾਡੀ ਆਪਣੀ ਮਰਜ਼ੀ ਹੈ। ਪਰ ਪਾਣੀ ਚ ਏਦਾਂ ਦਾ ਕੁਛ ਵੀ ਨਹੀਂ ਸਾਨੂੰ ਨਿਰਦੇਸ਼ ਕੀਤਾ, ਗਾਈਡੈਂਸ ਨਹੀਂ ਏਦਾਂ ਦੀ ਕੁਛ ਹੈਗੀ। ਅਗਲੀ ਪੌੜੀ ਬੋਲੋ ਨੇ ਜੋ ਸਾਹਿਬ। ਪੌੜੀ ਬੜੀ ਕਮਾਲ ਦੀ ਹੈ ਗੋਰਖ ਸਾਹਿਬ। ਪੌੜੀ ਬੜੀ, ਭਾਵੇਂ 5 ਮਿੰਟ ਵੱਧ ਲੱਗ ਜਾਣ, ਪੌੜੀ ਜ਼ਰੂਰ ਲੈਣੀ ਆਪਾਂ ਨੇ। ਪੌੜੀ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਕਹਿੰਦੇ ਮਾਇਆ, ਹੁਣ ਦੱਸਦਾ ਮੈਂ, ਕਹਿੰਦੇ ਮਹਾਰਾਜ ਕਹਿੰਦੇ ਆ ਗਿਆਨ ਦੇ ਰਿਹਾ ਹੈ, ਆ ਗਿਆਨ ਧਿਆਨ ਦੇ ਨਾਲ ਲੈ ਲੈਣਾ। ਇਹ ਮਾਇਆ ਅਪੋਜ਼ਿਟ ਟੀਮ ਕੀ ਹੈਗੀ ਆ? ਇਹ ਮਾਇਆ ਦੇ ਨਾਲ ਜਿਹਦੇ ਨਾਲ ਤੂੰ ਪਿਆਰ ਕਰ ਰਿਹਾ ਆ, ਮੋਹ ਕਰ ਰਿਹਾ ਆ, ਕਹਿੰਦੇ ਇਹ ਭੂਤ ਹੈਗੇ, ਭੂਤ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਭੂਤ ਹੈਗੇ, ਭੂਤ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਇਹ ਪੂਰੇ ਨਹੀਂ ਆਏ ਇਹਦੇ ਵਿੱਚ, ਕਿਉਂਕਿ ਪੋਇਟਰੀ ਹੈ, ਇਸ ਕਰਕੇ ਸਾਰੀ ਉਹ ਇਹਨਾਂ ਦੀ ਚੌਕੜੀ ਪੂਰੀ ਹੈ ਪੰਜਾਂ ਦੀ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਿਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਕਹਿੰਦੇ ਭਾਈ ਇਹਨਾਂ ਦਾ ਕੰਟਰੋਲਰ ਕੌਣ ਹੈ ਆਪੋਜ਼ਿਟ ਟੀਮ ਦਾ? ਕਹਿੰਦੇ ਜਮਰਾਜ, ਜਮ, ਕਾਲ। ਕਹਿੰਦੇ ਇਹਨਾਂ ਦੇ ਉੱਤੇ ਉਹਦਾ ਜਿਹੜਾ ਹੈਗਾ, ਜਿਹੜੇ ਵੀ ਇਹਨਾਂ ਦੇ ਵਿੱਚ ਗਤੀ ਕਰਨਗੇ, ਇਹ ਭੂਤਾਂ ਦੇ ਨਾਲ, ਜਿਹੜੇ ਵੀ ਭੂਤਾਂ ਨੂੰ ਆਪਣੇ ਘਰ 'ਚ ਰੱਖਣਗੇ, ਭੂਤਾਂ ਦੇ ਨਾਲ ਚਿੰਬੜਨਗੇ, ਜਿਹੜੇ ਵੀ ਮਾਇਆ ਦਾ ਮੋਹ ਕਰਨਗੇ, ਤੇ ਭਾਈ ਉਹਨਾਂ ਨੂੰ ਫਿਰ ਜਮ ਦਾ ਡੰਡਾ ਸਹਿਣਾ ਪਊਗਾ। ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਹੈਗਾ ਜਮ ਕਾ ਡੰਡ ਕਰਾਰਾ। ਕਰਾਰਾ ਕਹਿੰਦੇ ਬੜਾ ਜੂਨਾ, ਬੜੀਆਂ ਔਖੀਆਂ ਹੈ ਜੂਨਾ ਜਿਹੜੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚੋਂ ਦੀ ਜਾਣਾ ਪੈਂਦਾ ਹੈ। ਮਨਮੁਖ ਜਮ ਮਗ ਪਾਈਨ, ਜਿਨ ਦੂਜਾ ਪਾਓ ਪਿਆਰਾ। ਆ ਲਓ ਆ ਗਏ। ਕਹਿੰਦੇ ਸਾਨੂੰ ਤਾਂ ਮਾਇਆ ਚਾਹੀਦੀ ਆ ਭਾਈ, ਸਾਨੂੰ ਤਾਂ ਇਹ ਪ੍ਰੇਤ ਹੀ ਚਾਹੀਦੇ ਆ। ਕਹਿੰਦੇ ਫਿਰ ਜੇ ਜਮ ਦੇ ਰਸਤੇ ਤੇ ਪੈ ਗਏ ਭਾਈ, ਦੂਜਾ ਭਾਵ ਹੈਗਾ, ਡੁਐਲਿਟੀ ਹੈਗੀ। ਇਹ ਪ੍ਰੇਤ ਜਿਹੜੀ ਹੈਗੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤਾਂ ਮਾਲਕ ਨੇ ਬਣਾਏ ਹੋਏ, ਆਪਣੇ ਅੰਦਰ ਮਾਲਕ ਨੇ ਪਾਏ ਹੋਏ ਆ। ਫਿਰ ਜੰਮਪੁਰ ਵੱਧੇ ਮਾਰੀਅਨ, ਕੋ ਸੁਣੇ ਨਾ ਪੁਕਾਰਾ। ਕਹਿੰਦੇ ਜੰਮਪੁਰੇ ਦੇ ਵਿੱਚ ਜਿਹੜੇ ਹੈਗੇ, ਸੰਸਾਰ ਸਮੁੰਦਰ ਦੇ ਵਿੱਚ ਜਿਹੜੇ ਹੈਗੇ ਆ, ਫਿਰ ਇਹਨਾਂ ਦੇ ਨਾਲ ਵੱਜੇ ਹੋਏ ਕਾਰਨ ਸ਼ਰੀਰ ਦੇ ਨਾਲ ਜੂਨਾਂ ਦੇ ਵਿੱਚ ਮਾਰ ਪੈਂਦੀ ਹੈ, ਘੁੰਮਦੇ ਆ ਜੂਨਾਂ ਦੇ ਵਿੱਚ, ਕੋਈ ਪੁਕਾਰ ਸੁਣਦਾ ਨਹੀਂ ਹੈ ਉੱਥੇ ਭਾਈ। ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰਮੁਖੇ ਨਿਸਤਾਰਾ। ਇਹਦੇ ਵਿੱਚੋਂ ਭਾਈ ਇਹ ਪ੍ਰੇਤਾਂ ਤੋਂ ਜਿਹੜਾ ਹੈਗਾ ਉਹਦਾ ਛੁਟਕਾਰਾ ਹੋ ਜਾਂਦਾ ਹੈ, ਜਿਸ ਤੇ ਮਾਲਕ ਕਿਰਪਾ ਕਰ ਦਿੰਦਾ ਹੈ। ਮਾਲਕ ਕਿਰਪਾ ਕਰਦਾ ਉਸ ਤੇ ਜਿਹੜਾ ਨਿਕਲਣਾ ਚਾਹੁੰਦਾ ਹੈ, ਜਿਹੜਾ ਪੁਕਾਰ ਕਰਦਾ ਹੈ, ਤੇ ਉਹਨੂੰ ਗੁਰੂ ਮਿਲਾ ਦਿੰਦਾ ਹੈ। ਔਰ ਫਿਰ ਜਿਹੜਾ ਗੁਰੂ ਦੇ ਅਨੁਸਾਰ ਜਿਹੜਾ ਹੈਗਾ, ਦੇਖੋ ਇੱਥੇ ਲਿਖਿਆ ਹੈ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ। ਪਹਿਲਾਂ ਗੁਰੂ ਮਿਲ ਗਿਆ, ਗਿਆਨ ਮਿਲ ਗਿਆ, ਫਿਰ ਗੁਰਮੁਖੇ ਨਿਸਤਾਰਾ। ਫਿਰ ਗੁਰੂ ਦੇ ਅਨੁਸਾਰ
ਚੱਲਣ ਦੇ ਨਾਲ, ਇਹ ਧਿਆਨ ਸਿਮਰਨ ਕਰਨ ਦੇ ਨਾਲ, ਸਮਾਧੀ ਲੀਨ ਹੋਣ ਦੇ ਨਾਲ ਇਹ ਸੰਸਾਰ ਸਮੁੰਦਰ ਤੋਂ ਪਾਰ ਜਾਂਦਾ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਭੋਗਾਂ ਨੂੰ ਭੋਗ ਰਹੇ ਜੋ ਨਾ ਤੇ ਸਭ ਭੂਤ ਪ੍ਰੇਤ ਹੀ ਆ। ਭੂਤ ਪ੍ਰੇਤ ਆ ਤੇ ਜਮਾਂ ਨੇ ਤੁਹਾਨੂੰ ਫੜ ਲੈਣਾ ਹੈ, ਮੁਸ਼ਕਲ ਹੋ ਜਾਏਗੀ। ਕਹਿੰਦੇ ਕਿ ਕਿਉਂਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਫ੍ਰੀ ਨਹੀਂ ਹੈਗੇ, ਇਹਦੇ ਪਿੱਛੇ ਤੁਹਾਨੂੰ ਲੰਬੀ ਯਾਤਰਾ ਕਰਨੀ ਪੈਣੀ, ਕਿਉਂਕਿ ਭੋਗ ਹੈਗੇ ਆ। ਹਾਂ, ਇਹ ਉਧਾਰ ਖਾਤਾ ਹੈਗਾ, ਇਹ ਚੁਕਾਉਣਾ ਬੜਾ ਮੁਸ਼ਕਲ ਹੈ ਭਾਈ। ਹਾਂ, ਇਹ ਮੱਛੀ ਦੇ ਵਾਂਗੂ ਹੈ, ਸਵਾਦ ਤੇ ਜ਼ਰੂਰ ਹੈਗਾ ਪਰ ਉਹਨੂੰ ਆਪਣੀ ਜ਼ਿੰਦਗੀ ਦੇ ਨਾਲ ਉਹਦੀ ਕੀਮਤ ਦੇਣੀ ਪੈਂਦੀ ਹੈ, ਇਹ ਵੀ ਕਹਿ ਰਹੇ ਨੇ ਉਹ। ਤੇ ਫਿਰ ਕਹਿੰਦੇ ਆ ਕਿ ਅਗਲੇ ਬੰਨੇ ਇਹ ਕਹਿ ਰਹੇ ਨੇ ਕਿ ਜਿਨ ਨੂੰ ਕਿਰਪਾ ਕਰੇ ਤੇ ਗੁਰੂ ਮਿਲੇ, ਗੁਰਮੁਖ ਨਿਸਤਾਰ। ਤੇ ਜਿਹਨੂੰ ਗਿਆਨ ਮਿਲ ਜਾਂਦਾ, ਹੁਣ ਸਾਨੂੰ ਤੇ ਗੁਰੂ ਮਿਲੇ ਹੀ ਹੈ। ਬਾਣੀ ਕਹਿ ਰਹੀ ਹੈ ਕਿ ਆਤਮ ਨੂੰ ਤੂੰ ਚੀਨਣਾ ਹੈ, ਆਤਮਾ ਨੂੰ ਤੂੰ ਲੱਭਣਾ ਹੈ, ਤੇ ਤੂੰ ਆਪਣੇ 9 ਦਰਵਾਜ਼ੇ ਬੰਦ ਕਰ ਤੇ ਅੰਦਰ 10ਵੇਂ ਦੁਆਰ ਦੇ ਵਿੱਚ ਆਪਣੀ ਸੁਰਤੀ ਨੂੰ ਲਾ ਜਾ ਤੇ ਸੱਚ ਨੂੰ ਜਾਣ ਲਾ। ਜਦੋਂ ਸੱਚ ਨੂੰ ਜਾਣ ਲੇਗਾ ਤਾਂ ਮਨ ਜਬ ਜਾਣਾ ਤਬ ਹੀ ਮਾਨਾ। ਜਦੋਂ ਤੇਰਾ ਮਨ ਉਹਨੂੰ ਜਾਣ ਲੇਗਾ ਤੇ ਫਿਰ ਉਹਨੇ ਉਹਦੀ ਜਿਹੜੀ ਜੋ ਵੀ ਉਹਦੀ ਗਾਈਡਲਾਈਨ ਹੋਊਗੀ ਉਹਨੂੰ ਮੰਨ ਲੈਣਾ ਤੇ ਤੂੰ ਭਵ ਸਾਗਰ ਤੋਂ ਬਾਹਰ ਆ ਜਾਏਗਾ, ਤੂੰ ਸਮਾਧੀ ਲੀਨ ਹੋ ਜਾਏਗਾ। ਸਮਾਧੀ ਦਾ ਮਤਲਬ ਕਮਲ ਦਾ ਫੁੱਲ, ਰਹਿਣਾ ਸੰਸਾਰ 'ਚ ਹੀ ਹੈ ਪਰ ਸਮਾਧੀ ਲੀਨ ਹੋ ਚੁੱਕਿਆ ਹੈ। ਉਹ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਸਾਰੇ ਭੋਗਾਂ ਨੂੰ ਤਿਆਗ ਕਰ ਦਿੱਤਾ ਉਹਨੇ। ਉਹਦੇ ਅੰਦਰ ਵਿਰਾਗ ਰੂਪੀ ਜਿਹੜੀ ਅਗਨੀ ਉਹ ਪ੍ਰਚੰਡ ਹੋ ਗਈ ਹੈ ਤੇ ਜਿੰਨੇ ਉਹਨੂੰ ਜੀਵਦੇ ਜੀਵ ਨੂੰ ਹੀ ਸੰਸਾਰ ਤੋਂ ਅਲੱਗ ਕਰਕੇ ਰੱਖ ਦਿੱਤਾ। ਠੀਕ ਹੈ ਨਿਜਾ ਸਾਹਿਬ? ਹਾਂਜੀ ਵੀਰ ਜੀ, ਬਹੁਤ ਵਧੀਆ। ਇਹ ਰੁਪਿੰਦਰ ਕੁਝ ਕਹਿਣਾ ਚਾਹੁੰਦੇ? ਰੁਪਿੰਦਰ ਕੌਰ ਜੀ, ਤੁਸੀਂ ਕੌਣ ਕਹਿਣਾ ਚਾਹੁੰਦੇ ਜਾਂ ਹਰਮਿੰਦਰ ਕੌਰ? ਇਹ 2 ਜਣਿਆਂ ਦੇ ਪੰਜੇ ਦੇ ਨਿਸ਼ਾਨ ਆ ਰਹੇ। ਤਰਲੋਕ ਸਿੰਘ ਜੀ। ਹਾਂਜੀ, ਮੈਂ ਕਹਿ ਰਿਹਾ ਸੀ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਹ ਹਦਾਇਤ ਦਿੱਤੀ ਗਈ ਹੈ, ਗੁਰੂ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਪਰ ਉਹਦੀ ਜੀ ਨਹੀਂ ਮੰਨਦੇ। ਉਹਦੇ ਚ ਕਿਹਾ ਗਿਆ, ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਣ ਮੰਤਰੇ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ। ਅਸੀਂ ਗੁਰੂ ਦਾ ਕਿਹਾ ਤਾਂ ਮੰਨਦੇ ਹੀ ਨਹੀਂ, ਮੰਤਰ ਅਸੀਂ ਹੋਰ ਬਣਾਈ ਫਿਰਦੇ ਹਾਂ ਕਿ ਆਹ ਮੰਤਰ ਹੈ, ਆਪੇ ਸਾਡੀ ਉਮਰ ਹੋ ਜੂਗੀ, ਆਪੇ ਇਹ ਹੋ ਜੂਗਾ। ਤੇ ਗੁਰੂ ਦਾ ਕਿਹਾ ਮੰਨਣਾ ਹੀ ਗੁਰੂ ਦਾ ਮੰਤਰ ਹੈ, ਮੇਨ ਉਹ ਆਪਣਾ ਸਾਡਾ ਸਭ ਤੋਂ ਵੱਡਾ ਖਜ਼ਾਨਾ ਹੈ ਜੀ। ਬਿਲਕੁਲ ਇਹੀ ਹੈਗਾ, ਪਹਿਲਾਂ ਸਭ ਤੋਂ ਜਿਹੜਾ ਹੈਗਾ ਗੁਰੂ ਦਾ ਹੁਕਮ ਹੀ ਮੰਨਣਾ ਹੈਗਾ। ਇਸੇ ਦੇ ਨਾਲ ਜਿਹੜਾ ਹੈਗਾ ਅੱਗੇ ਯਾਤਰਾ ਸ਼ੁਰੂ ਹੋਣੀ ਹੈ ਜੀ। ਨਜਰ ਸਾਹਿਬ ਉਹ ਬਾਣੀ 'ਚ ਲਿਖਿਆ ਪਹਿला मरण कबूल जीवन की छड़ आस हो सबन की रेणुका तो आओ हमारे पास। ਕਹਿੰਦੇ ਮਰਨਾ ਕਬੂਲ ਕਰੋ। ਹਾਂ, ਤੇ ਮਰਨਾ ਕਿਹੜਾ ਚਾਹੁੰਦਾ? ਗੁਰਬਾਣੀ ਕਹਿੰਦੀ ਐਸੀ ਮਰਨੇ ਜੋ ਮਰੇ ਬੋੜ ਨਾ ਮਰਨਾ ਹੋਵੇ। ਉਦਾਂ ਤਾਂ ਮਰਨਾ ਤੇ ਕੋਈ ਚਾਹੁੰਦਾ ਨਹੀਂ। ਇਨਸਾਨ ਕਹਿੰਦਾ ਕਿ ਵਧੀਆ ਭੋਗ ਲੱਗੇ ਨੇ, ਬਸ ਭਾਈ ਤੇ ਨਜ਼ਾਰੇ ਬੱਚੇ ਨੇ, ਪਰ ਬਾਣੀ ਕਹਿੰਦੀ ਕਿ ਨਹੀਂ, ਇਹ ਭੋਗ ਜਿਹੜੇ ਤੂੰ ਭੋਗ ਰਿਹਾ ਇਹ ਮਤਲਬ ਕਾਫੀ ਹੈ, ਹਾਈ ਵੈਲਿਊ ਯੂ ਹੈਵ ਟੂ ਪੇ। ਬਿਲਕੁਲ, ਕਿਉਂਕਿ ਕਾਫੀ ਮਹਿੰਗਾ ਭੋਗ ਹੈ। ਇਹਦੇ ਲਈ ਤੈਨੂੰ ਗਰਭ ਮੰਡਲ 'ਚ ਜਾਣਾ ਪੈਣਾ ਭਾਈ। ਹਾਂ, ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਸੰਗਤ ਜੀ ਬਹੁਤ ਜ਼ਿਆਦਾ ਤੁਹਾਡਾ ਟਾਈਮ ਲੈ ਲਿਆ, ਪਰ ਕਈ ਵਾਰੀ ਵਿਚਾਰ ਚੱਲਦੀ ਹੈ ਨਾ ਤਾਂ ਫਿਰ ਗਿਆਨ ਤੁਰਿਆ ਆਉਂਦਾ ਤੇ ਬੰਦੇ ਦੀ ਵਾਦੀ ਕਰਨੀ। ਤੇ ਸੋ ਪਲੀਜ਼ ਆਪ ਥੋੜਾ ਜਿਹਾ ਸਾਨੂੰ ਇਹ ਚੀਜ਼ ਲਈ ਥੋੜਾ ਮਾਫ ਕਰ ਦਿਓ। ਨਹੀਂ ਵੀਰ ਜੀ, ਇਹ ਤਾਂ ਬਹੁਤ ਜ਼ਰੂਰੀ ਚਾਹੀਦਾ। ਇਹ ਤਾਂ ਜਿਹੜਾ ਹੈਗਾ ਨਾ, ਇਹ ਤਾਂ ਵਰਦਾਨ ਹੈ ਜੀ। ਇਸੇ ਵਾਸਤੇ ਤਾਂ ਜਿਹੜੇ ਤਰਲਾ ਕਰ ਰਹੇ ਹਾਂ ਅਸੀਂ। ਹਾਂ, ਪਰ ਇਹ ਤੁਹਾਡੀ ਕਥਾ ਸੁਣੀ ਫਾਲਤੂ ਨਹੀਂ ਜਾਵੇਗੀ, ਇਹ ਅਸਰ ਕਰੇਗੀ। ਹਾਂਜੀ, ਕਿਉਂਕਿ ਇਹਦੇ ਚ ਸੱਚ ਥੋੜਾ ਬਹੁਤਾ ਹੈਗਾ, ਚਾਹੇ 1% ਹੀ ਹੋਵੇ। ਦਵਾਈ ਭਾਵੇਂ 1% ਹੀ ਅਸਰ ਹੋਵੇ, ਕਹਿੰਦੇ ਨਾ ਕਿ 1%, 2%, 3%, ਭਾਵੇਂ 99% ਸਾਡੀਆਂ ਓਦਾਂ ਹੀ ਬੁੱਧੀ ਦੀਆਂ ਗੱਲਾਂ ਹੋਣੇ। ਜੇ 1% ਵੀ ਸੱਚ ਬੋਲ ਗਏ ਨਾ ਤਾਂ ਬਹੁਤ ਵੱਡੀ ਗੱਲ ਹੈ। ਉਹਨੇ ਅਸਰ ਕਰ ਜਾਣਾ ਤੁਹਾਡੇ ਜੀਵਨ ਚ। ਤੁਹਾਡਾ ਜੀਵਨ ਉੱਚਾ ਹੋਵੇਗਾ, ਗਰੰਟੀ। ਗੱਲਾਂ ਹੀ ਨਹੀਂ ਹੈਗੀਆਂ, ਬਿਲਕੁਲ ਸਹੀ। ਸੱਚ ਬਹੁਤ ਪਾਵਰਫੁਲ ਹੈ। ਥੋੜਾ ਵੀ ਭਾਵੇਂ ਕੋਈ ਵਿੱਚ ਸੱਚਾਈ ਹੋਈ ਸਾਡੀ ਗੱਲਾਂ ਚ, ਤੇ ਤੁਹਾਡੇ ਜੀਵਨ ਚ ਉਚਾਈ ਆਵੇ। ਅੱਜ ਦੀ ਵਿਚਾਰੇ ਤੇ ਸਮਾਪਤ। ਹਾਂਜੀ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
ਇਹ ਮੇਰੇ ਪਿਤਾ ਕਰੀਬ ਨਵਾਜ਼ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਤੇ ਨਿਰੋਗਤਾ ਤੰਦਰੁਸਤੀ ਬਖਸ਼ਣੀ। ਕਾਰੋਬਾਰ ਚ ਵਾਧੇ ਪਾਉਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਜੀ ਇੱਕ ਅਰਦਾਸ ਹੈ। ਇੱਕ ਮਾਤਾ ਕਹਿੰਦੀ ਕਿ ਮੇਰੀ ਅਰਦਾਸ ਕਰੋ ਕਿ ਭਗਤੀ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਜੇ ਕੋਈ ਰੁਕਾਵਟ ਤੇ ਇਸਨੂੰ ਦੂਰ ਕਰ ਦਿਓ ਮੇਰੇ ਮਾਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਤਾਂ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ। 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।